ਅਜੀਤ ਰਾਹੀ ਦਾ ਨਾਵਲ ਹੈ ਫੌੜੀਆਂ। ਪਹਿਲਾ ਅੰਗ। ਸੂਰਜ 1979 ਦੇ ਵਰ੍ਹੇ ਨੂੰ ਆਪਣੀ ਬੁੱਕਲ 'ਚ ਲੈ ਕੇ ਹਰੇ ਰੁੱਖਾਂ ਨਾਲ ਲੱਦੀਆਂ ਪਹਾੜੀਆਂ ਦੇ ਓਹਲੇ ਇਸ ਵਰ੍ਹੇ ਦੀ ਸਭ ਨੂੰ ਅਲਵਿਦਾ ਕਹਿ ਕੇ ਚਲਾ ਗਿਆ। ਰਾਤ 12 ਵਜੇ ਤੱਕ ਜਸ਼ਨ ਹੁੰਦੇ ਰਹੇ ਤੇ ਫਿਰ 12 ਵਜੇ ਤੋਂ ਬਾਅਦ ਸਭ ਨੇ ਇੱਕ ਦੂਜੇ ਨੂੰ ਨਵਾਂ ਸਾਲ ਮੁਬਾਰਕ ਕਿਹਾ। ਸਵੇਰੇ ਸੂਰਜ 1980 ਵਰ੍ਹੇ ਦੇ ਪਹਿਲੇ ਦਿਨ ਨੂੰ ਪਹਾੜੀਆਂ ਦੀ ਕੁੱਖ ਵਿੱਚੋਂ ਨਵੀਆਂ ਸੱਧਰਾਂ ਤੇ ਉਮੀਦਾਂ ਦੀ ਆਸ ਲੈ ਕੇ ਆ ਗਿਆ। ਸਾਰਾ ਦਿਨ ਨਵੇਂ ਜੰਮੇ ਪਲੇਠੀ ਦੇ ਪੁੱਤਰਾਂ ਵਾਂਗ ਖੁਸ਼ੀਆਂ ਮਨਾਈਆਂ ਗਈਆਂ। ਅੱਜ ਸਾਰੇ ਕੰਮਕਾਰ ਬੰਦ ਸਨ, ਇੱਥੋਂ ਤੱਕ ਕਿ ਕਿਸਾਨ ਆਪਣੀ ਸੁੱਕ ਰਹੀ ਨਾਜ਼ੁਕ ਫਸਲ ਤੰਬਾਕੂ ਨੂੰ ਵੀ ਪਾਣੀ ਨਹੀਂ ਸੀ ਦੇਣ ਆਏ। ਇੰਜ ਲੱਗਦਾ ਸੀ ਜਿਵੇਂ ਇਸ ਦਿਨ ਕੁਦਰਤ ਨੇ ਵੀ ਛੁੱਟੀ ਕੀਤੀ ਹੋਵੇ। ਚਾਰੇ ਪਾਸੇ ਮਨਮੋਹਣੀ ਚੁੱਪ ਦਾ ਰਾਜ ਸੀ। ਅਜੇ ਇਸ ਵਰ੍ਹੇ ਨੂੰ 13ਵਾਂ ਨਹਾਤੇ ਨੂੰ ਮਸਾਂ 9 ਦਿਨ ਲੰਘੇ ਸੀ ਕਿ ਇਸ ਸੁੰਦਰ ਵਾਦੀ ਦੇ ਸੁੰਦਰ ਖੇਤਾਂ 'ਚ ਕੰਮ ਕਰਦਿਆਂ ਮੇਰੀ ਸੱਜੀ ਲੱਤ ਦੇ ਗੋਡੇ 'ਤੇ ਸੱਟ ਲੱਗ ਗਈ। ਸਮਾਂ ਦੁਪਹਿਰ ਤੋਂ ਬਾਅਦ ਦਾ ਸੀ। ਉਸ ਦਿਨ ਸਿਰਫ 2.5 ਘੰਟੇ ਕੰਮ ਕੀਤਾ। ਉਸ ਰਾਤ ਕੁਝ ਦਰਦ ਮਹਿਸੂਸ ਹੋਈ, ਪਰ ਪੰਜਾਬੀਆਂ ਵਾਂਗ ਪਰਵਾਹ ਨਾ ਕੀਤੀ ਤੇ ਇੱਕ ਦਵਾਈ ਮਲ ਕੇ ਲੱਤ ਨੂੰ ਗਰਮ ਕਰਕੇ ਸੌਂ ਗਿਆ। ਸਵੇਰੇ ਉੱਠਿਆ ਤਾਂ ਦਰਦ ਕੁਝ ਵੱਧ ਮਹਿਸੂਸ ਹੋਣ ਲੱਗੀ। ਮੈਂ ਆਪਣੇ ਸਾਥੀਆਂ ਨਾਲ ਗੱਲ ਕੀਤੀ ਤੇ ਫਿਰ ਕੰਮ 'ਤੇ ਨਾ ਗਿਆ। ਅਸਲ 'ਚ ਉਸ ਤੋਂ ਪਹਿਲਾ ਦਿਨ ਉਹਨਾਂ ਖੇਤਾਂ ਵਿੱਚ ਮੇਰਾ ਆਖਰੀ ਦਿਨ ਸੀ। ਅਗਲੇ ਦਿਨ ਮਾਲਕ ਨਾਲ ਗੱਲ ਕੀਤੀ। ਉਹ ਆਪਣਾ ਕੰਮ ਛੱਡ ਕੇ ਨੇੜੇ ਦੇ ਮੁੱਢਲੇ ਹਸਪਤਾਲ 'ਚ ਲੈ ਗਿਆ। ਉੱਥੇ ਇੱਕ ਨਰਸ ਹੀ ਇੰਚਾਰਜ ਸੀ। ਉਹਨੇ ਆਪਣੀ ਸਮਝ ਅਨੁਸਾਰ ਦਵਾਈ ਮਲ ਕੇ ਪੱਟੀ ਬੰਨ੍ਹ ਦਿੱਤੀ। 4-4 ਘੰਟੇ ਬਾਅਦ ਦਵਾਈ ਮਲਣ ਲਈ ਕਿਹਾ ਤੇ ਬੋਲੀ 3-4 ਦਿਨ 'ਚ ਠੀਕ ਹੋ ਜਾਓਗੇ। ਦਵਾਈ ਮਲਾਂ, ਕੰਮ ਵੀ ਨਾ ਕਰਾਂ, ਹਿੱਲਾਂ ਵੀ ਨਾ, ਪਰ ਦਰਦ ਵੱਧਦੀ ਜਾਏ। ਮਨ ਬੜਾ ਪਰੇਸ਼ਾਨ ਹੋਇਆ। ਮਾਲਕ ਨੂੰ ਦੱਸਿਆ। ਉਹ 3 ਦਿਨ ਬਾਅਦ ਐਤਵਾਰ ਵਾਲੇ ਦਿਨ ਹੀ ਸ਼ਾਮ ਨੂੰ ਜ਼ਿਲ੍ਹੇ ਦੇ ਵੱਡੇ ਹਸਪਤਾਲ ਲੈ ਗਿਆ, ਜਿਹੜਾ ਉੱਥੋਂ ਕੋਈ 40-45 ਕਿਲੋਮੀਟਰ ਸੀ। ਫੱਟੜਾਂ ਦੇ ਵਾਰਡ ਗੇਟ 'ਤੇ ਕਾਰ ਜਾ ਕੇ ਰੁਕੀ। ਮੈਨੂੰ ਲੰਗੜਾਉਂਦੇ ਨੂੰ ਤੁਰਦਾ ਵੇਖ ਨਰਸ ਨੇ ਭੱਜ ਕੇ ਆ ਕੇ ਅੰਦਰੋਂ ਗੇਟ ਖੋਲ੍ਹਿਆ ਤੇ ਫਿਰ ਮੈਨੂੰ ਇੱਕ ਸੋਫੇ 'ਤੇ ਬਿਠਾ ਦਿੱਤਾ। ਮੇਰੇ ਪਾਸ ਆ ਕੇ ਸਭ ਕੁਝ ਨਾਂ ਤੇ ਉਮਰ ਪੁੱਛੀ ਤੇ ਚਲੀ ਗਈ। ਛੇਤੀ ਇੱਕ ਮੁੰਡਾ ਜਿਹੜਾ ਥੋੜ੍ਹੀ ਉਮਰ ਦਾ ਡਾਕਟਰ ਆ ਕੇ ਕਹਿਣ ਲੱਗਾ, ਮੇਰਾ ਨਾਮ ਡਾਕਟਰ ਡੈਵਲਿਨ ਹੈ, ਮੈਂ ਤੁਹਾਨੂੰ ਵੇਖਣਾ ਚਾਹੁੰਦਾ। ਮੈਂ ਕਿਹਾ ਠੀਕ ਹੈ। ਉਹ ਮੈਨੂੰ ਇੱਕ 45 ਕਮਰੇ 'ਚ ਲੈ ਗਿਆ ਤੇ ਮੇਰੀ ਪੈਂਟ ਉਤਾਰ ਕੇ ਮੈਨੂੰ ਬੈੱਡ 'ਤੇ ਲਿਟਾ ਦਿੱਤਾ। ਚੰਗੀ ਤਰ੍ਹਾਂ ਲੱਤ ਵੇਖੀ ਤੇ ਥੋੜ੍ਹਾ ਰੂੰ ਲੈ ਕੇ ਪੱਟੀ ਬੰਨ੍ਹ ਦਿੱਤੀ। ਮੈਨੂੰ ਸਰਟੀਫਿਕੇਟ ਬਣਾ ਦਿੱਤਾ ਤੇ ਫਿਰ 8ਵੇਂ ਦਿਨ ਆਉਣ ਲਈ ਚਿੱਟ ਦੇ ਦਿੱਤੀ। ਇਹ ਸਾਰਾ ਕੁਝ ਲੈ ਕੇ ਮੈਂ ਤੁਰਨ ਹੀ ਲੱਗਾ ਸੀ ਕਿ ਡਾਕਟਰ ਨੇ ਕਿਹਾ, ਮਿਸਟਰ ਸਿੰਘ, ਇਸ ਤਰ੍ਹਾਂ ਨਹੀਂ ਤੁਰਨਾ, ਥੋੜ੍ਹਾ ਚਿਰ ਉਡੀਕ ਕਰੋ। ਇੱਕ ਨਰਸ ਥੋੜ੍ਹੇ ਚਿਰ ਬਾਅਦ ਫੌੜੀਆਂ ਲੈ ਕੇ ਆ ਗਈ। ਫੌੜੀਆਂ ਵੇਖ ਕੇ ਮੇਰੇ ਹੋਸ਼ ਹਵਾਸ ਗੁੰਮ ਹੋ ਗਏ। ਉਹਨੇ ਮੇਰੀਆਂ ਬਗਲਾਂ ਹੇਠ ਲਾ ਕੇ ਵੇਖੀਆਂ। ਉਹ ਛੋਟੀਆਂ ਸਨ। ਅਖੀਰ 2 ਹੋਰ ਵੱਡੀਆਂ ਲਈ ਟੈਲੀਫੋਨ ਕੀਤਾ ਤੇ 2 ਹੋਰ ਆ ਗਈਆਂ। ਉਹ ਵੀ ਛੋਟੀਆਂ ਸਨ, ਪਰ ਨਰਸ ਨੇ ਉਹ ਵੱਧ ਤੋਂ ਵੱਧ ਜਿੰਨੀਆਂ ਲੰਮੀਆਂ ਹੋ ਸਕਦੀਆਂ ਸਨ ਕਰ ਦਿੱਤੀਆਂ। ਫਿਰ ਡਾਕਟਰ ਤੇ ਨਰਸ ਨੇ ਵਾਰੀ-ਵਾਰੀ ਮੈਨੂੰ ਫੌੜੀਆਂ ਨਾਲ ਤੁਰਨਾ ਸਿਖਾਇਆ। ਮੈਨੂੰ ਤੁਰਨਾ ਨਾ ਆਵੇ। ਅਖੀਰ ਮੈਂ ਫੌੜੀਆਂ ਫੜ ਕੇ ਆਪਣੇ ਮਨ ਨੂੰ ਬੁਰੇ ਦਿਨਾਂ ਦੇ ਟਾਕਰੇ ਲਈ ਤਿਆਰ ਕਰਕੇ ਕਾਰ 'ਚ ਬੈਠ ਗਿਆ। ਤੁਰਨ ਲੱਗਿਆ ਡਾਕਟਰ ਨੇ ਕਿਹਾ ਕਿ ਜੇਕਰ ਮੋਚ ਹੋਈ ਤਾਂ ਇਹਨੂੰ ਕਿਤੇ ਹੋਰ ਭੇਜਾਂਗੇ, 8ਵੇਂ ਦਿਨ ਪਤਾ ਲੱਗ ਜਾਏਗਾ। ਰਾਹ 'ਚ ਮੈਂ ਮਾਲਕ ਨਾਲ ਕੋਈ ਗੱਲ ਨਾ ਕੀਤੀ। ਉਹ ਵੀ ਕੁਝ ਉਦਾਸ ਲੱਗਦਾ ਸੀ। ਇਸ ਮਨਮੋਹਣੇ ਸਥਾਨ 'ਤੇ ਜਿੱਥੇ ਹਰੇ ਖੇਤ ਤੇ ਚਸ਼ਮੇ, ਰੁੱਖਾਂ ਤੇ ਪੱਤਿਆਂ ਦੀਆਂ ਤਾੜੀਆਂ ਦੀ ਤਾਲ ਨਾਲ ਨਾਚ ਕਰਦੇ ਹਨ, ਮੇਰਾ ਮੰਜੇ ਤੋਂ ਉੱਠਣ ਤੇ ਤੁਰਨ ਦਾ ਸਹਾਰਾ ਸਿਰਫ ਫੌੜੀਆਂ ਰਹਿ ਗਈਆਂ। ਤੇ ਫੌੜੀਆਂ ਦੀ ਕਹਾਣੀ 27 ਜਨਵਰੀ ਦਿਨ ਐਤਵਾਰ ਨੂੰ ਤਰਕਾਲਾਂ ਵੇਲੇ ਸ਼ੁਰੂ ਹੋਈ। ਡਾਕਟਰ ਨੇ ਕਿਹਾ ਸੀ ਫੌੜੀਆਂ ਤੋਂ ਬਿਨਾਂ ਨਹੀਂ ਤੁਰਨਾ, ਲੱਤ 'ਤੇ ਭਾਰ ਨਹੀਂ ਦੇਣਾ। ਜਦੋਂ ਉੱਠਾਂ ਬਾਹਰ ਪਿਸ਼ਾਬ ਜਾਂ ਟੱਟੀ ਲਈ ਤਾਂ ਫੌੜੀਆਂ ਫੜਾਂ। ਕਈ ਵਾਰੀ ਪਤਾ ਨਾ ਲੱਗੇ ਕਿ ਪਹਿਲਾਂ ਫੌੜੀਆਂ ਚੁੱਕਣੀਆਂ ਜਾਂ ਪੈਰ, ਤੇ ਡਿੱਗਦਾ ਮਸਾਂ ਬਚਾਂ। ਬਹੁਤ ਮੁਸੀਬਤ ਬਣ ਗਈ। ਦਰਦ ਵੀ ਵੱਧ ਗਈ ਤੇ ਫਰਕ ਵੀ ਨਾ ਪਿਆ। ਥੋੜ੍ਹੇ ਦਿਨਾਂ ਬਾਅਦ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗਾ ਜਿਵੇਂ ਗੋਡੇ ਦੇ ਪੱਟ ਦੇ ਉੱਤੋਂ ਵਾਲਾ ਹਿੱਸਾ ਲੱਤ ਦਾ ਸੌਂ ਗਿਆ ਹੋਵੇ ਤੇ ਮਾਸ ਵੀ ਢਿੱਲਾ ਮਹਿਸੂਸ ਹੋਣ ਲੱਗ ਪਿਆ। 8 ਦਿਨ ਬੜੀ ਔਖ ਨਾਲ ਕੱਟੇ। 8ਵੇਂ ਦਿਨ ਜਦੋਂ ਹਸਪਤਾਲ ਪਹੁੰਚੇ ਤਾਂ ਡਾਕਟਰ ਡੈਵਲਿਨ ਨੇ ਮੇਰੀ ਪੱਟੀ ਖੋਲ੍ਹੀ। ਲੱਤ ਬਾਰੇ ਪੁੱਛਿਆ। ਮੈਂ ਦੱਸਿਆ ਕਿ ਦਰਦ ਵੱਧ ਗਈ ਹੈ। ਉਹ ਫਿਕਰਮੰਦ ਜਿਹਾ ਹੋ ਕੇ ਕਹਿਣ ਲੱਗਾ, ਲੱਤ ਨੂੰ ਮੋਚ ਨਹੀਂ ਆਈ। ਉਹਨੇ ਦੁਬਾਰਾ ਪੱਟੀ ਕਰਤੀ। 4 ਦਿਨਾਂ ਬਾਅਦ ਐਕਸਰੇ ਲਈ ਸੱਦਿਆ। ਕੁਝ ਗੋਲੀਆਂ ਦਿੱਤੀਆਂ ਤੇ ਆਖਿਆ ਕਿ ਇਹਨਾਂ ਨਾਲ ਗੈਸ ਪੈਦਾ ਹੋ ਸਕਦੀ ਹੈ, ਜੇ ਹੋਵੇ ਤਾਂ ਤੁਸੀਂ ਉਸੇ ਵਕਤ ਹਸਪਤਾਲ ਪਹੁੰਚ ਜਾਣਾ। ਉਹਨੇ ਹੱਸਦੇ ਚਿਹਰੇ ਨਾਲ ਮੈਨੂੰ ਫੌੜੀਆਂ ਫੜਾਈਆਂ ਤੇ ਕਿਹਾ, ਮਿਸਟਰ ਸਿੰਘ, ਪਰਮਾਤਮਾ ਕਰੇ ਤੂੰ ਜਲਦੀ ਠੀਕ ਹੋ ਜਾਏ।
ਮੈਨੂੰ 4 ਦਿਨ ਦਾ ਹੋਰ ਸਰਟੀਫਿਕੇਟ ਬਣਾ ਦਿੱਤਾ ਕਿ ਇਹ ਕੰਮ ਨਹੀਂ ਕਰ ਸਕਦਾ, ਜਿਸ ਸਰਟੀਫਿਕੇਟ ਤੇ ਮਾਲਕ ਦੀ ਬੀਮਾ ਕੰਪਨੀ ਨੇ ਮੈਨੂੰ ਕੁਝ ਮੁਆਵਜ਼ਾ ਦੇਣਾ ਸੀ। ਡਾਕਟਰ ਡੈਵਲਿਨ 25 ਸਾਲਾਂ ਦਾ ਆਸਟ੍ਰੇਲੀਅਨ ਗੱਭਰੂ ਹੈ। ਉਹਦਾ ਮੂੰਹ ਥੋੜਾ ਪਤਲਾ, ਕੱਦ ਕੋਈ ਪੌਣੇ 7 ਫੁੱਟ, ਰੰਗ ਗੋਰਾ ਲਾਲ, ਸਰੀਰ ਪਤਲਾ ਜਿਹਾ, ਮੂੰਹ ਤੇ ਦਾੜੀ ਰੱਖੀ ਹੋਈ ਤੇ ਹਿੱਪੀਆਂ ਵਾਂਗ ਸਿਰ ਦੇ ਵਾਲ ਵੀ ਲੰਬੇ ਹਨ। ਉਹਦਾ ਚਿਹਰਾ ਸਦਾ ਖੁਸ਼ ਰਹਿੰਦਾ। ਉਹਨੂੰ ਡਾਕਟਰੀ ਕੀਤਿਆਂ ਹਾਲੇ 2 ਵਰ੍ਹੇ ਹੋਏ ਸਨ। ਇਸ ਹਸਪਤਾਲ 'ਚ ਆਇਆ 1 ਵਰ੍ਹਾ ਹੋਇਆ। ਉਹਦਾ ਪਿਤਾ ਮੈਲਬਰਨ, ਵਿਕਟੋਰੀਆ ਸਟੇਟ ਦੀ ਰਾਜਧਾਨੀ, ਯੂਨੀਵਰਸਿਟੀ 'ਚ ਇੰਜੀਨੀਅਰ ਵਿਭਾਗ 'ਚ ਸੈਕਟਰੀ ਹੈ। ਉਹਦੀ ਮਾਤਾ ਘਰ 'ਚ ਹੀ ਕੰਮ ਕਰਦੀ ਹੈ ਤੇ ਉਹਦੀਆਂ 3 ਭੈਣਾਂ, ਭਰਾ ਕੋਈ ਨਹੀਂ। ਉਹ ਇਕੱਲਾ ਹੀ ਸ਼ਹਿਰ 'ਚ ਰਹਿੰਦਾ ਹੈ ਕਿਉਂਕਿ ਉਹ ਹਾਲੇ ਵਿਆਹਿਆ ਨਹੀਂ। ਉਹਦਾ ਵਿਚਾਰ ਹੈ ਕਿ ਇਕੱਲੇ ਦੀ ਜ਼ਿੰਦਗੀ ਵਿਆਹੇ ਨਾਲੋਂ ਸੁਖੀ ਤੇ ਚੰਗੀ ਹੈ। ਹਸਪਤਾਲ ਤੋਂ ਆ ਕੇ ਦੂਸਰੇ ਦਿਨ ਸਵੇਰੇ ਮੈਂ ਘਰ ਹੀ ਸੀ ਜਦੋਂ ਮੈਨੂੰ ਮਾਲਕ ਨੇ ਆ ਕੇ ਕਿਹਾ, ਮਿਸਟਰ ਸਿੰਘ, ਤੇਰੇ ਭਰਾ ਦਾ ਫੋਨ ਆਇਆ। ਮੈਂ ਗਿਆ। ਮੂਹਰੇ ਮੇਰਾ ਭਣੋਈਆ ਬੋਲ ਰਿਹਾ ਸੀ। ਉਹ ਬੋਲਿਆ, ਭਾਜੀ ਤੁਹਾਡੀ ਲੱਤ ਦਾ ਕੀ ਹਾਲ ਹੈ? ਮੈਨੂੰ ਥੋੜਾ ਹਿਰਖ ਸੀ ਤੇ ਮੈਂ ਉਸੇ ਹਿਰਖ ਨਾਲ ਕਿਹਾ, ਤੁਸੀਂ ਕਿਹੜਾ ਆਉਣਾ ਹੈ, ਤੁਹਾਨੂੰ ਕੀ? ਉਸਨੇ ਕਹਿ ਕੇ ਟੈਲੀਫੋਨ ਰੱਖ ਦਿੱਤਾ ਕਿ ਅਸੀਂ ਹੁਣੇ ਆਉਂਦੇ ਹਾਂ। ਉਹ ਮੇਰੇ ਤੋਂ ਕੋਈ 100 ਕਿਲੋਮੀਟਰ ਦੂਰ ਸਨ। 10 ਵਜੇ ਮੇਰਾ ਛੋਟਾ ਭਰਾ ਚੇਤਨ ਤੇ ਭਣੋਈਆ ਤੀਰਥ ਕਾਰ ਵਿੱਚ ਆ ਗਏ। ਲੱਤ ਬਾਰੇ ਬਹੁਤ ਫਿਕਰਮੰਦ ਹੋਏ। ਮੈਂ ਉਹਨਾਂ ਨੂੰ ਦੱਸਿਆ ਕਿ 3 ਦਿਨ ਬਾਅਦ ਫਿਰ ਹਸਪਤਾਲ ਜਾਣਾ ਹੈ, ਐਕਸਰੇ ਲੈਣਗੇ ਤੇ ਫਿਰ ਪਤਾ ਨਹੀਂ ਕੀ ਦੱਸਣ। ਐਕਸਰੇ ਦਾ ਟਾਈਮ ਸਵੇਰ ਦਾ ਹੈ। ਉਹ ਕਹਿਣ ਲੱਗੇ, ਉਸ ਦਿਨ ਅਸੀਂ ਸਾਰੇ ਆ ਜਾਵਾਂਗੇ ਤੇ ਹਸਪਤਾਲ ਅਸੀਂ ਲੈ ਕੇ ਚੱਲਾਂਗੇ। ਮੈਂ ਮਾਲਕਾਂ ਨੂੰ ਕਿਹਾ ਕਿ 8 ਤਰੀਕ ਨੂੰ ਮੇਰਾ ਭਰਾ ਮੇਰੇ ਨਾਲ ਜਾਏਗਾ, ਤੁਸੀਂ ਕੰਮ ਨਾ ਛੱਡਣਾ। ਉਹ ਬੋਲਿਆ, ਠੀਕ ਹੈ। ਹੁਣ ਫੌੜੀਆਂ ਨਾਲ ਤੁਰਤਾ ਲੈਂਦਾ ਸੀ, ਪਰ ਜਦੋਂ ਥੋੜਾ ਚਿਰ ਵੀ ਸਿੱਧਾ ਖੜਾ ਹੋਣਾ ਪਵੇ ਤੇ ਲੱਕ ਦੁਖਣ ਲੱਗ ਪਵੇ ਕਿਉਂਕਿ ਫੌੜੀਆਂ ਥੋੜੀਆਂ ਛੋਟੀਆਂ ਸਨ। ਲੱਤ ਦੀ ਦਰਦ ਘਟਣ ਦੀ ਥਾਂ ਵੱਧ ਗਈ। ਗੋਡੇ ਦੇ ਉੱਪਰੋਂ ਸੁੱਤੀ ਸੁੱਤੀ ਮਹਿਸੂਸ ਹੋਣ ਲੱਗੀ। 8 ਫਰਵਰੀ ਨੂੰ ਜਿਸ ਦਿਨ ਐਕਸਰੇ ਕਰਾਉਣਾ ਸੀ, ਮੈਂ ਸਵੇਰੇ ਹੀ ਤਿਆਰ ਹੋ ਗਿਆ। ਆਪਣਾ ਭਰਾ ਤੇ ਬਾਕੀ ਬੰਦਿਆਂ ਨੂੰ ਉਡੀਕਣ ਲੱਗ ਪਿਆ। ਉਡੀਕਦਿਆਂ 11 ਵੱਜ ਗਏ। ਅਖੀਰ ਮੈਂ ਮਾਲਕ ਨੂੰ ਕਿਹਾ ਕਿ ਮੈਨੂੰ ਟੈਕਸੀ ਮੰਗਵਾ ਦਿਓ, ਹੋ ਸਕਦਾ ਉਹਨਾਂ ਦੀ ਕਾਰ 'ਚ ਕੋਈ ਨੁਕਸ ਪੈ ਗਿਆ ਹੋਵੇ। ਉਹਨੇ ਸ਼ਹਿਰ ਨੂੰ ਟੈਲੀਫੋਨ ਕੀਤਾ। ਪੌਣੇ 12 ਵਜੇ ਟੈਕਸੀ ਆ ਗਈ। ਮੈਂ 12:30 ਵਜੇ ਹਸਪਤਾਲ ਪਹੁੰਚਿਆ। ਮੈਂ ਘਬਰਾਇਆ ਹੋਇਆ ਸੀ ਕਿ ਮੈਂ ਲੇਟ ਹੋ ਗਿਆ। ਮੈਂ ਜਾ ਕੇ ਡਿਊਟੀ ਵਾਲੀ ਨਰਸ ਤੋਂ ਲੇਟ ਹੋ ਗਿਆ ਦੀ ਖਿਮਾ ਮੰਗੀ। ਉਹ ਬੋਲੀ, ਮਿਸਟਰ ਸਿੰਘ, ਤੁਸੀਂ ਲੇਟ ਨਹੀਂ, ਠੀਕ ਟਾਈਮ ਤੋਂ ਵੀ ਪਹਿਲਾਂ ਆ ਗਏ ਹੋ। ਮੇਰਾ ਐਕਸਰੇ ਦਾ ਕਾਰਡ ਉਹਨੇ ਪਹਿਲਾਂ ਹੀ ਬਣਾ ਕੇ ਰੱਖਿਆ ਸੀ। ਉਹ ਕਾਰਡ ਨਾਲ ਲੈ ਕੇ ਮੇਰੇ ਨਾਲ ਤੁਰ ਪਈ ਤੇ ਜਾ ਕੇ ਐਕਸਰੇ ਵਿਭਾਗ 'ਚ ਮੈਨੂੰ ਛੱਡ ਆਈ। ਆਉਣ ਲੱਗੀ ਉੱਥੋਂ ਦੀ ਨਰਸ ਕਹਿਣ ਲੱਗੀ, ਐਕਸਰੇ ਤੋਂ ਬਾਅਦ ਮਿਸਟਰ ਸਿੰਘ ਨੂੰ ਤੁਸੀਂ ਆਪ ਉੱਥੇ ਛੱਡ ਕੇ ਆਇਓ। ਡਾਕਟਰ ਡੈਵਲਿਨ ਨੇ 2 ਵਜੇ ਵੇਖਣਾ ਹੈ। 15 ਮਿੰਟ ਬਾਅਦ ਮੇਰੇ 2 ਐਕਸਰੇ ਤਿਆਰ ਸੀ। ਉਸ ਮੇਰੀ ਪੱਟੀ ਤੇ ਐਕਸਰੇ ਆਪ ਚੁੱਕੇ ਤੇ ਮੈਨੂੰ ਫੱਟੜਾਂ ਦੇ ਵਾਰਡ ਵਿੱਚ ਡਾਕਟਰ ਡੈਵਲਿਨ ਦੀ ਕਲੀਨਿਕ ਦੇ ਮੂਹਰੇ ਬਿਠਾਏ। ਇੰਨੇ ਚਿਰ ਨੂੰ ਮੇਰੇ ਦੋਵੇਂ ਭਰਾ ਚੇਤਨ ਚਰਨ ਤੇ ਭਣੋਈਆ ਤੀਰਥ ਸਿੰਘ, ਭਾਂਜਾ ਗੁਰਮੇਲ, ਉਹਦੀ ਗੋਰੀ ਵਹੁਟੀ ਸੈਂਡੀ ਤੇ ਭਰਜਾਈ ਪਰਮਜੀਤ ਵੀ ਆ ਗਏ। ਉਹਨਾਂ ਦੱਸਿਆ ਕਿ ਜਿਹੜੀ ਕਾਰ ਪਹਿਲਾਂ ਭੇਜੀ ਸੀ ਉਹ ਰਸਤੇ 'ਚ ਖਰਾਬ ਹੋ ਗਈ। ਦੂਜੀ ਕਾਰ 'ਚ ਮਗਰੋਂ ਕੋਈ ਕੰਮ ਕਰਨਾ ਸੀ, ਪਰ ਦੂਜੀ ਪਹਿਲਾਂ ਪਹੁੰਚ ਗਈ ਤੇ ਪਹਿਲੀ ਮਗਰੋਂ। ਘਰੋਂ ਆ ਕੇ ਮਾਲਕ ਦੀ ਪਤਨੀ ਨੇ ਦੱਸਿਆ ਕਿ ਉਹ ਟੈਕਸੀ ਵਿੱਚ ਗਿਆ। ਅਸੀਂ ਉਸ ਵਕਤ ਦੋਵੇਂ ਕਾਰਾਂ ਲੈ ਕੇ ਆ ਗਏ। ਸਭ ਦੇ ਚਿਹਰੇ ਗੰਭੀਰ ਸਨ, ਉਤਰੇ ਹੋਏ ਤੇ ਡਰੇ ਹੋਏ। ਥੋੜੇ ਚਿਰ ਬਾਅਦ ਡਾਕਟਰ ਨੇ ਮੇਰੇ ਐਕਸਰੇ ਤੇ ਮੈਨੂੰ ਬੁਲਾ ਲਿਆ। ਇੱਕ ਹੋਰ ਡਾਕਟਰ ਨੂੰ ਟੈਲੀਫੋਨ ਕੀਤਾ ਤੇ ਲੱਤ ਬਾਰੇ ਦੱਸਿਆ। ਉਹਦੇ ਚਿਹਰੇ ਤੇ ਫਿਕਰ ਵਾਲੇ ਚਿੰਨ੍ਹ ਸਾਫ਼ ਦਿਸ ਰਹੇ ਸਨ। ਮੇਰੀ ਲੱਤ ਦੀ ਮੋਟਾਈ ਮਿਣੀ ਤੇ ਦੂਜੀ ਲੱਤ ਦੀ ਮੋਟਾਈ ਮਿਣੀ। ਕੁਝ ਗੰਭੀਰ ਜਿਹਾ ਹੋ ਕੇ ਨਰਸਾਂ ਨੂੰ ਕਹਿਣ ਲੱਗਾ, ਪੂਰੀ ਲੱਤ ਤੇ ਪੱਟੀ ਦੋਹਰਾ ਰੂੰ ਰੱਖ ਕੇ ਕਰ ਦਿਓ। ਮੈਨੂੰ ਮਾਮਲਾ ਖਤਰਨਾਕ ਮਹਿਸੂਸ ਹੋਇਆ। ਮੇਰੀ ਪੂਰੀ ਲੱਤ ਤੇ ਪੱਟੀ ਕਰ ਦਿੱਤੀ। 8 ਦਿਨ ਦਾ ਹੋਰ ਸਰਟੀਫਿਕੇਟ ਬਣਾ ਦਿੱਤਾ ਤੇ ਨਾਲ ਹੀ ਇੱਕ ਚਿੱਟ ਦੇ ਕੇ ਕਿਹਾ ਕਿ ਮਿਸਟਰ ਸਿੰਘ, ਤੁਸੀਂ 8 ਦਿਨ ਬਾਅਦ ਇਸ ਡਾਕਟਰ ਲਾਈਟਲ ਪਾਸ ਜਾਣਾ ਹੈ। ਇਹ ਹੱਡੀਆਂ ਦਾ ਮਾਹਰ ਹੈ। ਨਾਲ ਦੀ ਗਲੀ 'ਚ ਇਹਦੀ ਦੁਕਾਨ ਤੇ ਘਰ ਹੈ। ਇਸ ਕਾਰਡ ਤੇ ਉਹਦਾ ਪਤਾ ਤੇ ਸਭ ਕੁਝ ਛਪਿਆ ਹੋਇਆ ਹੈ। ਮੈਂ ਫੌੜੀਆਂ ਦੇ ਸਹਾਰੇ ਬਾਹਰ ਆਇਆ। ਸਾਰੇ ਉਦਾਸ ਸਨ। ਸੈਂਡੀ, ਜੋ ਹਮੇਸ਼ਾ ਸ਼ਰਾਰਤੀ ਬੱਚੇ ਵਾਂਗ ਸ਼ਰਾਰਤਾਂ ਕਰਦੀ ਰਹਿੰਦੀ ਸੀ, ਅੱਜ ਡੈਂਬਰੇ ਹੋਏ ਮਾਸੂਮ ਬੱਚੇ ਵਾਂਗ ਸਹਿਮੀ ਹੋਈ ਨਜ਼ਰ ਨਾਲ ਮੇਰੀ ਲੱਤ ਵੱਲ ਵੇਖੀ ਜਾਂਦੀ ਸੀ। 3 ਦਿਨ ਰਹਿ ਕੇ ਸਾਰੇ ਜਣੇ ਜਾਣ ਲਈ ਤਿਆਰ ਹੋ ਗਏ। ਉਹਨਾਂ ਇੱਥੋਂ ਕੋਈ 350 ਕਿਲੋਮੀਟਰ ਦੂਰ ਜਾਣਾ ਸੀ। ਮੈਂ ਉਦਾਸ ਮਨ ਨਾਲ ਸਭ ਵੱਲ ਵੇਖਿਆ। ਸੈਂਡੀ ਸਭ ਸਮਝਦੀ ਸੀ। ਭੱਜ ਕੇ ਆ ਕੇ ਬੱਚਿਆਂ ਵਾਂਗ ਮੇਰੇ ਗਲ ਨੂੰ ਚੰਬੜ ਗਈ। ਗਲ ਨੂੰ ਜੱਫੀ ਪਾ ਕੇ ਮੇਰਾ ਮੂੰਹ ਚੁੰਮ ਕੇ ਬੋਲੀ, ਅੰਕਲ, ਮੈਂ ਤੁਹਾਡੀ ਸ਼ਰਾਰਤੀ ਕੁੜੀ ਹਾਂ, ਮੈਨੂੰ ਪਿਆਰ ਕਰੋ। ਸਾਰੇ ਹੱਸ ਪਏ। ਮੈਂ ਵੀ ਹੱਸ ਪਿਆ ਤੇ ਉਹ ਚਲੇ ਗਏ। ਤੇ 15 ਫਰਵਰੀ ਨੂੰ ਡਾਕਟਰ ਪਾਸ ਲਿਜਾਣ ਲਈ ਮੈਨੂੰ ਭਰਾ ਕਹਿਣ ਲੱਗਾ, ਮੈਂ ਲੈ ਕੇ ਜਾਵਾਂਗਾ, ਤੁਸੀਂ ਫਿਕਰ ਨਹੀਂ ਕਰਨਾ। ਅੰਗ ਦੂਸਰਾ। ਜਿੱਥੇ ਅਸੀਂ ਰਹਿੰਦੇ ਸੀ ਇਹ ਥਾਂ ਕੱਚੇ ਬੰਦਿਆਂ
ਜਾਂ ਜੋ ਗੁਪਤਵਾਸ ਜੀਵਨ ਜੀ ਰਹੇ ਹੋਣ ਉਹਨਾਂ ਲਈ ਬਹੁਤ ਵਧੀਆ ਸੀ। ਕੰਮ ਵੀ ਬਹੁਤ ਵਧੀਆ, ਆਸਾਨ ਤੇ ਪੈਸੇ ਵੀ ਚੰਗੇ। ਉਂਝ ਤੇ ਜਨਵਰੀ ਤੋਂ ਲੈ ਕੇ ਮਈ ਤੱਕ ਲਗਭਗ ਸਾਰੇ ਆਸਟ੍ਰੇਲੀਆ ਵਿੱਚ ਫਾਰਮਾਂ ਵਿੱਚ ਬਹੁਤ ਕੰਮ ਹੈ ਤੇ ਪੈਸੇ ਵੀ ਬਹੁਤ। ਕਈ ਤਕੜੇ ਮੁੰਡੇ ਤਾਂ 1000 ਰੁਪਏ ਤੋਂ ਵੱਧ ਕਈ ਵਾਰ ਇੱਕ ਦਿਨ 'ਚ ਕਮਾ ਲੈਂਦੇ ਹਨ। ਇਹਨਾਂ ਦਿਨਾਂ 'ਚ ਨਿਊ ਸਾਊਥ ਵੇਲਜ਼ ਸਟੇਟ ਵਿੱਚ ਅੰਗੂਰ, ਸੇਬ ਤੇ ਸੰਤਰੇ ਚੱਲਦੇ ਹਨ। ਵਿਕਟੋਰੀਆ ਸਟੇਟ ਵਿੱਚ ਬੱਗੂ ਗੋਸ਼ਾ, ਸੇਬ, ਆਲੂ ਤੇ ਤੰਬਾਕੂ ਦਾ ਸੀਜ਼ਨ ਚੱਲਦਾ ਹੈ। ਸਭ ਤੋਂ ਸੌਖਾ ਕੰਮ ਤੰਬਾਕੂ ਦਾ ਹੈ। ਦਿਹਾੜੀ ਵੀ 500 ਰੁਪਏ ਬਣ ਜਾਂਦੀ ਹੈ। ਮਸ਼ੀਨ ਤੇ ਬੈਠ ਕੇ ਪੱਤੇ ਤੋੜੀ ਜਾਣੇ ਤੇ ਬੈਗ ਭਰੇ ਤੇ ਟਰੈਕਟਰ ਤੇ ਰੱਖ ਦੇਣੇ। ਬੜਾ ਆਸਾਨ ਕੰਮ ਹੈ। ਤੰਬਾਕੂ ਦਾ ਮੈਟਰੋਫੋਰਡ ਦੇ ਆਲੇ ਦੁਆਲੇ ਦਾ ਇਲਾਕਾ ਹੈ। ਮੈਟਰੋਫੋਰਡ ਸਿਡਨੀ ਮੈਲਬੌਰਨ ਹਾਈਵੇ ਨੰਬਰ 31 ਤੇ ਸਿਡਨੀ ਤੋਂ 716 ਕਿਲੋਮੀਟਰ ਤੇ ਮੈਲਬੌਰਨ ਤੋਂ 237 ਕਿਲੋਮੀਟਰ ਤੇ ਜ਼ਿਲ੍ਹਾ ਵੰਗਰਾਟਾ ਤੋਂ ਚੜ੍ਹਦੀ ਵੱਲ ਲਗਭਗ 50 ਕਿਲੋਮੀਟਰ ਹੈ। ਮੈਟਰੋਫੋਰਡ ਦੇ ਦੁਆਲੇ ਦਾ ਲਗਭਗ 50 ਕਿਲੋਮੀਟਰ ਦਾ ਇਲਾਕਾ ਹਰੀਆਂ ਪਹਾੜੀਆਂ 'ਚ ਤੰਬਾਕੂ ਦੇ ਹਰੇ ਖੇਤਾਂ ਨਾਲ ਭਰਿਆ ਪਿਆ ਹੈ। ਇਸ ਇਲਾਕੇ 'ਚ ਤੰਬਾਕੂ ਦੇ ਦਿਨਾਂ 'ਚ ਕੱਚੇ ਬੰਦਿਆਂ ਨੂੰ ਫੜਨ ਲਈ ਰੋਜ਼ ਲਗਭਗ ਹਰ ਸਾਲ ਛਾਪਾ ਪੈਂਦਾ ਤੇ 1-2 ਬੰਦੇ ਜ਼ਰੂਰ ਫੜੇ ਜਾਂਦੇ ਹੈ। ਜਿੱਥੇ ਅਸੀਂ ਰਹਿੰਦੇ ਸੀ ਇਹ ਇੱਕ ਥੋੜ੍ਹੇ ਜਿਹੇ ਫਾਰਮਾਂ ਦਾ ਇਲਾਕਾ ਹੈ ਤੇ ਜਿੱਥੇ ਕਦੀ ਛਾਪਾ ਨਹੀਂ ਪਿਆ ਤੇ ਫਿਰ ਸਾਡਾ ਫਾਰਮ ਤਾਂ ਹੈ ਬਿਲਕੁਲ ਹੀ ਇਕੱਲਾ, ਜਿਸ ਤੋਂ ਅੱਗੇ ਕੋਈ ਸੜਕ ਹੀ ਨਹੀਂ ਤੇ ਉਸ ਫਾਰਮ ਨੂੰ ਮੁੜਦੀ ਕੱਚੀ ਸੜਕ ਤੇ ਬੋਰਡ ਲੱਗਾ ਹੈ, ਇਹ ਆਮ ਰਸਤਾ ਨਹੀਂ। ਅਸੀਂ ਇਸ ਇਲਾਕੇ 'ਚ ਸਭ ਤੋਂ ਪਹਿਲਾਂ ਆ ਗਏ ਸੀ ਤੇ ਦੁਕਾਨ ਵਾਲੇ ਨੂੰ ਪਤਾ ਸੀ, ਇਸ ਲਈ ਜਿਹੜਾ ਵੀ ਪੰਜਾਬੀ ਆਉਂਦਾ ਉਹਨੂੰ ਦੱਸ ਦਿੰਦਾ ਕਿ ਇੱਥੇ ਭਾਰਤੀ ਰਹਿੰਦੇ ਹਨ। ਉਹ ਸਿੱਧੇ ਸਾਡੇ ਪਾਸ ਆ ਜਾਂਦੇ ਸਨ। ਜਿੰਨਾ ਆਪਣੇ ਆਪ ਨੂੰ ਗੁਪਤ ਰੱਖਣ ਦਾ ਯਤਨ ਕਰਦੇ ਉਨਾ ਹੀ ਵੱਧ ਬੰਦਿਆਂ ਨੂੰ ਪਤਾ ਲੱਗੀ ਜਾਂਦਾ। ਹੌਲੀ ਹੌਲੀ ਮੈਲਬੌਰਨ ਫਰੂਟਾਂ ਦੇ ਇਲਾਕੇ ਤੇ ਤੰਬਾਕੂ ਦੇ ਇਲਾਕੇ 'ਚ ਸਭ ਨੂੰ ਪਤਾ ਲੱਗ ਗਿਆ। ਬਾਕੀ ਜਿਹਨੂੰ ਮੇਰੀ ਲੱਤ ਦਾ ਪਤਾ ਲੱਗਦਾ ਉਹ ਖਬਰ ਲੈਣ ਆ ਜਾਂਦਾ। ਇਸ ਤਰ੍ਹਾਂ ਸਾਡਾ ਇੱਕ ਗੁਪਤ ਥਾਂ ਸਭ ਲਈ ਆਮ ਬਣ ਗਿਆ। ਦੂਜੇ ਦੇਸ਼ਾਂ ਇੰਗਲੈਂਡ, ਕੈਨੇਡਾ, ਅਮਰੀਕਾ ਤੇ ਹੋਰ ਮੁਲਕਾਂ ਵਾਂਗ ਕੱਚੇ ਬੰਦੇ ਨੂੰ ਇੱਥੇ ਵੀ ਹਰ ਵੇਲੇ ਫੜੇ ਜਾਣ ਦਾ ਡਰ ਰਹਿੰਦਾ ਹੈ। ਅਕਤੂਬਰ ਤੋਂ ਦਸੰਬਰ ਤੱਕ ਨਿਊ ਸਾਊਥ ਵੇਲਜ਼ ਸਟੇਟ ਵਿੱਚ ਕੋਰੇ ਸ਼ਹਿਰ ਦੇ ਨੇੜੇ ਅਸਪਰੈਗਸ ਦਾ ਸੀਜ਼ਨ ਚੱਲਦਾ ਹੈ। ਇਹ ਪੱਛਮੀ ਦੇਸ਼ਾਂ ਦੀ ਇੱਕ ਬਹੁਤ ਮਹਿੰਗੀ ਖੁਰਾਕ ਹੈ, ਜਿਸ ਦੀਆਂ ਗੰਦਲਾਂ ਜ਼ਮੀਨ 'ਚੋਂ ਨਿਕਲਦੀਆਂ ਰਹਿੰਦੀਆਂ ਹਨ ਤੇ ਕੱਟਣ ਤੋਂ ਬਾਅਦ ਤੀਸਰੇ ਦਿਨ ਫਿਰ ਫੁੱਟ ਪੈਂਦੀਆਂ ਹਨ। ਇਸ ਸਾਲ ਉੱਥੇ ਕੱਚਿਆਂ ਬੰਦਿਆਂ ਦੀ ਗਿਣਤੀ ਪਿਛਲੇ ਵਰ੍ਹੇ ਦੇ ਮੁਕਾਬਲੇ ਬਹੁਤ ਵੱਧ ਸੀ। ਇੱਕ ਗੈਂਗ ਦੇ ਸਾਰੇ ਕੱਚੇ ਬੰਦੇ ਦੂਜਿਆਂ ਵਿੱਚ ਵੀ 1-2 ਸਨ। ਇੱਕ ਦਿਨ ਇੱਕ ਕੱਚਾ ਬੰਦਾ ਰਾਤ ਨੂੰ ਸ਼ਹਿਰ 'ਚ ਸੜਕ ਤੇ ਪਿਸ਼ਾਬ ਕਰਦਾ ਫੜਿਆ ਗਿਆ। ਰਾਤ ਥਾਣੇ ਰਿਹਾ, ਸਵੇਰੇ $1 ਜੁਰਮਾਨਾ ਕਰਕੇ ਛੱਡ ਦਿੱਤਾ। ਸਾਰੇ ਕੱਚੇ ਫਿਕਰਮੰਦ ਸੀ ਵੀ ਜੇ ਪੜਤਾਲ ਸ਼ੁਰੂ ਹੋ ਜਾਂਦੀ ਹੈ ਤਾਂ ਸਾਰੇ ਫੜੇ ਜਾਂਦੇ ਆ ਤੇ ਫਿਰ ਸ਼ੁਗਲ 'ਚ ਉਹਨੂੰ ਛੇੜਨ ਲੱਗ ਪਏ ਕਿ ਮਿੱਤਰਾ, ਜੇਲ੍ਹ 'ਚ ਸਭ ਰਲ ਕੇ ਗਾਉਂਦੇ ਸ਼ਿਵ ਦੀ ਗਜ਼ਲ ਵਿਗਾੜ ਕੇ ਸਾਨੂੰ ਤੇਰਾ ਪਿਸ਼ਾਬ ਲੈ ਬੈਠਾ, ਕਿੰਨਾ ਕੀਤਾ ਤੇ ਕਿੰਨਾ ਬਾਕੀ ਏ, ਸਾਨੂੰ ਇਹੀ ਹਿਸਾਬ ਲੈ ਬੈਠਾ। ਉਹਨੇ 400 ਰੁਪਏ ਦੀ ਪਾਰਟੀ ਕੀਤੀ ਕਿ ਮੈਂ ਬਚ ਗਿਆ। ਇੱਕ ਰਾਤ ਕੈਂਪ ਵਿੱਚ ਜਿੱਥੇ ਰਹਿੰਦੇ ਸੀ ਪੁਲਿਸ ਕਿਸੇ ਗੋਰੇ ਨੂੰ ਲੱਭਦੀ ਆ ਗਈ ਤੇ 2 ਕੱਚੇ, ਇੱਕ ਪਾਕਿਸਤਾਨੀ ਤੇ ਦੂਜਾ ਭਾਰਤੀ ਗੱਪਾਂ ਮਾਰ ਰਹੇ ਸੀ। ਪੁਲਿਸ ਨੂੰ ਵੇਖ ਕੇ ਭੱਜ ਤੁਰੇ। ਰਾਤ ਦੇ 11 ਵਜੇ ਜਦੋਂ ਸਿਪਾਹੀ ਚਲੇ ਗਏ ਤਾਂ ਸਭ ਨੂੰ ਦੱਸ ਦਿੱਤਾ। ਪੁਲਿਸ ਤਾਂ ਮੁੜ ਕੇ ਫੇਰ ਨਾ ਆਈ, ਪਰ ਜਿਹੜੇ ਪੁਲਿਸ ਆਈ ਤੇ ਕਮਰਿਆਂ 'ਚ ਸੁੱਤੇ ਪਏ ਸੀ, ਪੁਲਿਸ ਚਲੇ ਜਾਣ ਤੇ ਬਾਅਦ ਸਾਰੀ ਰਾਤ ਝਾੜੀਆਂ 'ਚ ਲੁਕੇ ਰਹੇ। ਸਵੇਰੇ ਕੰਮ ਤੇ ਵੀ ਟਾਵਾਂ ਹੀ ਕੋਈ ਗਿਆ। ਕ੍ਰਿਸਮਿਸ ਤੇ ਉੱਥੇ ਸਾਰਾ ਮੇਲਾ ਛਿੜ ਗਿਆ। ਮੇਰੇ ਨਾਲ 2-4 ਸਾਥੀ ਕਿਸੇ ਹੋਰ ਪਾਸੇ ਚਲੇ ਗਏ। ਇੱਕ ਮੇਰੇ ਨਾਲ ਆ ਗਿਆ। ਰਾਤ ਨੂੰ ਤੁਰਨ ਲੱਗਿਆ ਹਨੇਰੇ 'ਚ ਵੀ ਅੱਖਾਂ 'ਚੋਂ ਜੁਦਾਈ ਦੇ ਅਥਰੂ ਦਿਸ ਰਹੇ ਸੀ। ਵਿਛੜੇ ਚਾਰੇ ਸਾਥੀ ਬੱਗੂ ਗੋਸ਼ਿਆਂ ਦੇ ਸੇਬਾਂ ਦੇ ਕੰਮ ਤੇ ਆ ਗਏ ਸੀ। ਉੱਥੇ ਉਹ ਮੈਥੋਂ ਛੋਟੇ ਭਰਾ ਨੂੰ ਮਿਲੇ, ਮੇਰੇ ਬਾਰੇ ਪੁੱਛਿਆ। ਉਹਨੇ ਕੋਈ ਐਡਰੈਸ ਨਾ ਦੱਸਿਆ ਤੇ ਟਾਲ ਗਿਆ, ਪਰ ਲੱਤ ਦਾ ਜ਼ਰੂਰ ਦੱਸ ਦਿੱਤਾ। ਸੁਣ ਕੇ ਸਾਥੀ ਕੁਛ ਉਦਾਸ ਹੋ ਗਏ। ਉਹ ਸੋਚਣ ਮੈਂ ਮੈਟਰੋਫੋਰਡ ਕਿਸੇ ਥਾਂ ਹੋਵਾਂਗਾ। ਫਰੂਟ ਜਲਦੀ ਖਤਮ ਹੋ ਗਏ ਤੇ ਉਹ ਤੰਬਾਕੂ ਫੇਰ ਲੱਭਣ ਆ ਗਏ। ਉਹਨਾਂ ਨੂੰ ਇੱਕ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੜ੍ਹਸ਼ੰਕਰ ਤਹਿਸੀਲ ਦਾ ਸਮੁੰਦੜੇ ਦੇ ਨੇੜੇ ਚੱਕ ਗੁੱਜਰਾਂ ਦਾ ਪੱਕਾ ਮੁੰਡਾ ਬਲਵੀਰ ਚੁੱਕੀ ਫਿਰਦਾ ਸੀ ਤੇ ਕੰਮ ਲੱਭ ਕੇ ਦਿੰਦਾ ਸੀ। ਉਹ ਸਭ ਮੈਨੂੰ ਮਿਲਣਾ ਚਾਹੁੰਦੇ ਸੀ। ਬਲਵੀਰ ਨਾਲ ਸਲਾਹ ਕਰ ਰਹੇ ਸਨ ਕਿ ਭਾਵੇਂ 100 ਕਿਲੋਮੀਟਰ ਕਿਉਂ ਨਾ ਜਾਣਾ ਪਵੇ, ਸਾਨੂੰ ਰਾਹੀ ਨਾਲ ਜ਼ਰੂਰ ਮਿਲਾ ਦੇ। ਬਲਵੀਰ ਜੋ ਮੈਨੂੰ ਆਪਣੇ ਵੱਡੇ ਭਰਾਵਾਂ ਵਾਂਗ ਪਿਆਰ ਕਰਦਾ ਸੀ, ਉਹ ਵੀ ਮਿਲਣ ਲਈ ਕਾਹਲਾ ਸੀ। ਉਹਨਾਂ ਇੱਕ ਦੁਕਾਨ ਤੋਂ ਭਾਰਤੀਆਂ ਦਾ ਪਤਾ ਕੀਤਾ। ਦੁਕਾਨ ਵਾਲੇ ਨੇ ਦੱਸਿਆ ਕਿ ਇੱਥੇ ਇੱਕ ਫਾਰਮ ਵਿੱਚ ਭਾਰਤੀ ਕੰਮ ਕਰਦੇ ਆ ਤੇ ਉਹ ਕਾਰ 'ਚ ਉਸ ਫਾਰਮ ਵੱਲ ਤੁਰ ਪਏ। ਕਾਰ GT
ਐਸ ਗੱਡੀ ਬਹੁਤ ਵਧੀਆ ਸੀ, ਮੇਰੀ ਜਾਣੀ ਪਛਾਣੀ। ਮੈਂ ਤਾਕੀ 'ਚ ਬੈਠਾ ਸੀ ਤੇ ਕਾਰ ਦੇ ਮੂਹਰੇ ਪਾਕਿਸਤਾਨੀ ਸਾਥੀ ਮਹਿਮੂਦ, ਚੀਮਾ ਤੇ ਪਿੱਛੇ ਬਾਕੀ 3 ਸਾਥੀ ਭਾਰਤੀ, ਸਤਨਾਮ, ਮਾਸਟਰ ਜੱਗੀ, ਮਨਜੀਤ ਰਾਜਪੁਰੇ ਵਾਲਾ ਬੈਠੇ ਸੀ। ਬਲਵੀਰ ਚਲਾ ਰਿਹਾ ਸੀ। ਮੈਨੂੰ ਬੈਠਾ ਦੇਖ ਚੀਮਾ ਚੀਕ ਪਿਆ, ਉਹ ਰਾਹੀ ਬੈਠਾ ਹੈ, ਰੋਕੋ ਕਾਰ। ਸਾਰੇ ਛਾਲਾਂ ਮਾਰ ਕੇ ਕਾਰ 'ਚੋਂ ਆ ਗਏ। ਮੇਰੇ ਉੱਠਣ ਤੋਂ ਪਹਿਲਾਂ ਸਭ ਮੇਰੇ ਪਾਸ ਆ ਚੁੱਕੇ ਸੀ, ਗਲ ਨੂੰ ਲੱਗ ਕੇ ਮਿਲੇ। ਜਦੋਂ ਮੇਰੇ ਪਾਸ ਪਈਆਂ ਪੌੜੀਆਂ ਵੇਖੀਆਂ ਤਾਂ ਚੀਮਾ ਹੋਰ ਵੀ ਉਦਾਸ ਹੋ ਗਿਆ। ਕਹਿਣ ਲੱਗਾ, ਗੱਲ ਇੱਥੋਂ ਤੱਕ ਪਹੁੰਚ ਗਈ ਹੈ, ਸਾਨੂੰ ਪਤਾ ਹੀ ਨਹੀਂ ਲੱਗਿਆ। ਅਸੀਂ ਸਮਝਿਆ ਮਾਮੂਲੀ ਗੱਲ ਹੋਣੀ ਹੈ। ਉਹ ਖੁਸ਼ ਸਨ ਕਿ ਉਹਨਾਂ ਨੂੰ ਮੈਂ ਮਿਲ ਗਿਆ। ਬੈਠ ਕੇ ਗੱਲਾਂ ਕੀਤੀਆਂ, ਬੀਅਰ ਪੀਤੀ। ਸਲਾਹ ਬਣੀ ਕਿ ਅਸੀਂ ਇੱਥੇ ਨੇੜੇ ਕੰਮ ਲੱਭ ਕੇ ਕਰਾਂਗੇ ਤਾਂ ਕਿ ਇਕੱਠੇ ਰਹੀਏ। ਮੈਨੂੰ ਚੀਮਾ ਕਹੇ, ਜਾਂ ਅਸੀਂ ਤੇਰੇ ਪਾਸ ਰਹਾਂਗੇ ਜਾਂ ਤੈਨੂੰ ਆਪਣੇ ਪਾਸ ਲੈ ਜਾਵਾਂਗੇ, ਹੁਣ ਇਕੱਲੇ ਨਹੀਂ ਰਹਿਣਾ। ਯਾਰ, ਦਿਲ ਬਹੁਤ ਕਰਦਾ ਰਹਿੰਦਾ ਮਿਲਣ ਨੂੰ। ਸਤਨਾਮ ਤੇ ਜੱਗੀ ਮਾਸਟਰ ਨੂੰ ਮੇਰੇ ਪਾਸ ਛੱਡ ਕੇ ਆਪ ਕੰਮ ਦਾ ਪਤਾ ਕਰਨ ਚਲੇ ਗਏ। ਰਾਤ ਨੂੰ ਸ਼ਰਾਬ ਪੀਤੀ, ਰੋਟੀ ਖਾਧੀ ਤੇ ਸੌਂ ਗਏ। ਕੰਮ ਕਿਤੇ ਇੱਕ ਨੂੰ ਮਿਲੇ, ਕਿਤੇ 2 ਨੂੰ, 4 ਬੰਦਿਆਂ ਨੂੰ ਕੰਮ ਨਾ ਮਿਲੇ। ਸਵੇਰੇ ਉੱਠ ਕੇ ਬਲਬੀਰ ਫਿਰ ਚੌਹਾਂ ਨੂੰ ਨਾਲ ਲੈ ਕੇ ਕੰਮ ਦਾ ਪਤਾ ਕਰਨ ਚਲਾ ਗਿਆ। ਥੋੜ੍ਹੇ ਚਿਰ ਬਾਅਦ 5 ਜਣੇ ਘਬਰਾਏ ਹੋਏ ਅੰਦਰ ਆਏ ਤੇ ਕਹਿਣ ਲੱਗੇ, ਰਾਹੀ ਭਾਣਾ ਵਰਤ ਗਿਆ। ਮੈਂ ਕਿਹਾ, ਕੀ ਹੋਇਆ? ਕਹਿਣ ਲੱਗੇ, ਤੁਹਾਡੇ ਫਾਰਮ ਦੇ ਨਾਲ ਵਾਲੇ ਫਾਰਮ 'ਚ ਕੱਲ੍ਹ ਤਰਕਾਲੀ 2 ਮੁੰਡੇ ਫੜੇ ਗਏ, ਕੰਮ ਕਰਦੇ ਸੀ। ਉਹਨਾਂ ਦੇ ਨਾਲ ਦੇ ਸਾਥੀ ਕਿਸੇ ਹੋਰ ਥਾਂ ਤੋਂ ਫੜੇ ਸੀ। ਉਹਨਾਂ ਨੂੰ ਨਾਲ ਲੈ ਕੇ ਇਹਨਾਂ ਪਾਸ ਆ ਗਏ। ਅਸੀਂ ਕੰਮ ਲੱਭਣ ਗਏ ਸੀ ਤਾਂ ਮਾਲਕ ਨੇ ਸਾਨੂੰ ਦੱਸਿਆ, ਚੰਗਾ ਹੋਵੇ ਜੇ ਤੁਸੀਂ ਵੀ ਇੱਥੋਂ ਭੱਜ ਜਾਓ। ਮੈਂ ਕਿਹਾ, ਮੈਂ ਤਾਂ ਫੌੜੀਆਂ ਨਾਲ ਹੀ ਤੁਰਨਾ ਹੈ, ਭੱਜ ਕੇ ਕਿੱਥੇ ਜਾਵਾਂਗਾ? ਕੋਈ ਗੱਲ ਨਹੀਂ, ਜੇਕਰ ਕੱਲ੍ਹ 700-800 ਗਜ਼ ਤੋਂ ਆ ਕੇ ਚਲੇ ਗਏ ਤਾਂ ਹੁਣ ਨਹੀਂ ਆਉਂਦੇ। ਪਰ ਚੀਮਾ ਡਰੀ ਜਾਵੇ। ਅਖੀਰ ਬਲਵੀਰ ਉਹਨਾਂ ਨੂੰ ਕਿਤੇ ਹੋਰ ਕੰਮ ਦਵਾ ਕੇ ਤੇ ਜੱਗੀ ਮਾਸਟਰ ਤੇ ਮਨਜੀਤ ਰਾਜਪੁਰੇ ਵਾਲਾ ਉਸ ਥਾਂ ਹੀ ਕੰਮ ਕਰਨ ਲੱਗ ਪਏ ਜਿੱਥੋਂ ਬੰਦੇ ਫੜੇ ਗਏ ਸੀ। ਉਹ ਕਹਿਣ, ਅਸੀਂ ਤਾਂ ਉਂਝ ਵੀ ਜਾਣਾ ਹੀ ਹੈ, ਚੰਗਾ ਸਗੋਂ ਫੜ ਕੇ ਭੇਜ ਦੇਣਗੇ। ਪਰ ਉਹਨਾਂ ਨੂੰ ਕੋਈ ਫੜਨ ਨਾ ਆਇਆ। ਅਸੀਂ ਇੱਥੇ 3 ਜਣੇ ਕੰਮ ਕਰਦੇ ਸੀ। ਮੈਂ ਤਾਂ 1 ਮਹੀਨੇ ਤੋਂ ਕੰਮ ਤੇ ਨਹੀਂ ਸੀ ਗਿਆ ਤੇ ਮੇਰੇ ਨਾਲ ਦਾ ਇੱਕ ਸਾਥੀ ਆਪਣੇ ਆਪ ਨੂੰ ਸੀਨੀਅਰ ਕੱਚਾ ਸਮਝਦਾ ਸੀ। ਉਹ ਦੂਜੇ ਸਾਥੀ ਨੂੰ, ਜਿਹਦਾ ਨਾਂ ਰੇਸ਼ਮ ਸੀ ਤੇ ਜੋ ਉਂਝ ਵੀ ਸਾਥੋਂ ਛੋਟਾ ਸੀ, ਜਿਹਨੂੰ ਆਏ ਨੂੰ ਥੋੜ੍ਹਾ ਚਿਰ ਹੋਇਆ ਸੀ, ਉਹਨੂੰ ਤੰਗ ਕਰੇ, ਜਦੋਂ ਕਿ ਉਹਨੂੰ ਹੌਸਲਾ ਦੇਣਾ ਤੇ ਕਈਆਂ ਨਵੀਆਂ ਗੱਲਾਂ ਉਹਨੂੰ ਦੱਸਣਾ ਉਹਦਾ ਫਰਜ਼ ਸੀ। ਰੇਸ਼ਮ ਮੈਨੂੰ ਰੋਜ਼ ਰਾਤ ਨੂੰ ਕਹੇ, ਭਾਜੀ ਮੈਨੂੰ ਇਹ ਸਾਥੀ ਤੰਗ ਕਰਦਾ ਹੈ। ਜਿਸ ਦਿਨ ਚੀਮੇ ਹੋਰੀ ਆਏ ਉਸ ਦਿਨ ਸ਼ਾਮ ਨੂੰ ਸੀਨੀਅਰ ਕੱਚਾ ਰੇਸ਼ਮ ਨੂੰ ਪੈ ਗਿਆ, ਕਿਉਂਕਿ ਉਹਨੂੰ ਮਾਲਕ ਪੈ ਗਿਆ ਸੀ। ਉਹ ਕੰਮ ਠੀਕ ਨਹੀਂ ਸੀ ਕਰਦਾ। ਕੋੜੀ ਦਾ ਜ਼ੋਰ ਗਧੋਲੇ ਤੇ ਮਾਲਕ ਨੇ ਸੀਨੀਅਰ ਕੱਚੇ ਨੂੰ ਜਵਾਬ ਦੇ ਦਿੱਤਾ ਤੇ ਦੂਜੇ ਦਿਨ ਉੱਥੋਂ ਚਲਾ ਗਿਆ। ਮਗਰ ਰਹਿ ਗਏ ਮੈਂ ਤੇ ਰੇਸ਼ਮ। ਇੱਥੇ ਬਹੁਤ ਮੁੰਡਿਆਂ ਦੀਆਂ ਛੇੜਾਂ ਪਾਈਆਂ ਹੋਈਆਂ ਸੀ। ਹਰ ਇੱਕ ਨੂੰ ਮੂੰਹ ਤੇ ਛੇੜਦੇ ਸੀ। ਬਹੁਤ ਚਿਰ ਦੇ ਪੁਰਾਣੇ ਤੇ ਭੇਤੀ ਦੋਸਤ ਸਨ। ਹਰ ਪੰਜਾਬੀ ਇੱਕ ਦੂਜੇ ਨੂੰ ਜਾਣਦਾ ਹੈ। ਇੱਥੇ ਗਿਣਤੀ ਦੇ ਹੀ ਪੰਜਾਬੀ ਹੈ। ਜਿਵੇਂ ਇੱਕ ਛੋਟੇ ਕਸਬੇ 'ਚ ਤਕਰੀਬਨ ਹਰ ਇੱਕ ਆਦਮੀ ਇੱਕ ਦੂਜੇ ਨੂੰ ਜਾਣਦਾ ਹੁੰਦਾ, ਉਸੇ ਤਰ੍ਹਾਂ ਹੀ ਇੱਥੇ ਹੈ। ਪਾਕਿਸਤਾਨੀ ਤੇ ਪੰਜਾਬੀ ਸਭ ਯਾਰ ਹਨ ਤੇ ਇੱਕ ਦੂਜੇ ਲਈ ਜਾਨ ਦਿੰਦੇ ਹਨ। ਇੱਕ ਨੂੰ ਕਿਸੇ ਮਾੜੀ ਗੱਲ ਦਾ ਪਤਾ ਲੱਗ ਗਿਆ, ਉਹ ਸਭ ਨੂੰ ਦੱਸੇਗਾ। ਜਿਵੇਂ ਨਾਲ ਦੇ ਫਾਰਮ ਵਿੱਚ ਉਹ ਬੰਦਿਆਂ ਦਾ ਫੜ ਹੋਣਾ। ਮੈਨੂੰ ਦੱਸਣ ਚੀਮਾ ਤੇ ਹੋਰ ਸਾਥੀ ਆਏ। ਚੀਮਾ ਕਹੇ, ਨਾਲ ਦੀ ਭੜੋਲੀ 'ਚੋਂ ਬਿੱਲੀ ਮੁਰਗਾ ਫੜ ਕੇ ਲੈ ਗਈ ਦੇ ਨਹੀਂ ਤੇ ਇੱਧਰ ਖੁੱਡਾ ਭਰਿਆ ਪਿਆ ਸੀ, ਇਹਨੂੰ ਪਤਾ ਨਹੀਂ ਲੱਗਾ। ਉਹ ਜਾਣ ਲੱਗੇ ਮੇਰੇ ਨਾਲ ਦੇ ਸੀਨੀਅਰ ਕੱਚੇ ਦੀ ਛੇੜ ਔਂਤਾਂ ਦੀ ਭੂਆ ਪਾ ਗਏ ਤੇ ਸਾਰੇ ਇਲਾਕੇ 'ਚ ਛਾਪੇ ਦੀ ਖਬਰ ਹਰ ਭਾਰਤੀ ਤੇ ਪਾਕਿਸਤਾਨ ਨੂੰ ਕਰਦੇ ਚਲੇ ਗਏ। ਧੰਨਵਾਦ। ਅੰਕ ਤੀਸਰਾ। ਅੱਜ 15 ਫਰਵਰੀ ਸੀ। ਮੇਰੇ ਸਾਥੀ ਨੇ ਵੀ ਕੰਮ ਤੋਂ ਛੁੱਟੀ ਕਰ ਲਈ। ਉਹ ਮੇਰੇ ਨਾਲ ਡਾਕਟਰ ਪਾਸ ਜਾਣ ਲਈ ਤਿਆਰ ਹੋ ਗਿਆ। ਅਸੀਂ 9 ਵਜੇ ਤਿਆਰ ਹੋ ਗਏ। ਮੈਥੋਂ ਛੋਟਾ ਭਰਾ ਚੇਤਨ ਕੋਈ 10 ਵਜੇ ਆਇਆ। ਉਹਨੇ 350 ਕਿਲੋਮੀਟਰ ਤੋਂ ਆਉਣਾ ਸੀ। ਕੁਝ ਖਾ ਪੀ ਕੇ ਅਸੀਂ ਡਾਕਟਰ ਵੱਲ ਚੱਲ ਪਏ। ਥੋੜ੍ਹਾ ਜਿਹਾ ਘੁੰਮਾ ਕੇ ਅਸੀਂ ਡਾਕਟਰ ਦਾ ਘਰ ਤੇ ਕਲੀਨਿਕ ਲੱਭ ਲਿਆ। ਉਹ ਮੈਨੂੰ ਡਾਕਟਰ ਦੇ ਦਫ਼ਤਰ 'ਚ ਬਿਠਾਲ ਕੇ ਆਪ ਬੈਂਕ 'ਚ ਜਾ ਕੇ ਭਾਰਤ ਨੂੰ ਪੈਸੇ ਭੇਜਣ ਲਈ ਡਰਾਫਟ ਬਣਾਉਣ ਚਲੇ ਗਏ। ਮੈਂ ਡਾਕਟਰ ਦੀ ਸੈਕਟਰੀ ਨੂੰ ਆਪਣੀ ਚਿੱਠ ਦਿੱਤੀ। ਉਹਨੇ ਟੈਲੀਫੋਨ ਤੇ ਡਾਕਟਰ ਨਾਲ ਕੁਝ ਗੱਲ ਕੀਤੀ, ਫਿਰ ਮੇਰੇ ਸਾਰੇ ਕਾਗਜ਼ ਟਾਈਪ ਕਰਕੇ ਮੇਰੇ ਨਾਲ ਤੁਰ ਪਈ। ਮੈਂ ਫੌੜੀਆਂ ਦੇ ਸਹਾਰੇ ਉਹਦੇ ਮਗਰ ਤੁਰ ਪਿਆ। ਨਾਲ ਦੇ ਕਮਰੇ 'ਚ ਡਾਕਟਰ ਦਾ ਕਲੀਨਿਕ ਸੀ। ਉਹਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ, ਮੈਨੂੰ ਕੁਰਸੀ ਤੇ ਬਿਠਾ ਕੇ ਸਭ ਕੁਝ ਪੁੱਛਿਆ। ਦਰਦ ਬਾਰੇ, ਸੱਟ ਕਿਵੇਂ ਲੱਗੀ, ਐਕਸਰੇ ਉਹ ਪਹਿਲਾਂ ਹੀ ਦੇਖ ਚੁੱਕਾ ਸੀ। ਅਖੀਰ ਮੇਰੀ ਪੈਂਟ ਲੁਆ ਕੇ ਉਹਨੇ ਮੈਨੂੰ ਬੈੱਡ ਤੇ ਲਿਟਾ ਲਿਆ। ਲੱਤ ਤੋਂ ਸਾਰੀ ਪੱਟੀ ਖੋਲੀ ਤੇ ਇੱਕ ਲੰਬੀ ਪੱਟੀ ਮੈਨੂੰ ਰੋਲ ਕਰਨ ਲਈ ਕਿਹਾ ਤੇ ਆਪ ਲੱਤ ਦੇਖਦਾ ਰਿਹਾ। ਫਿਰ ਲੱਤ ਮੋੜਨ ਲਈ ਕਿਹਾ, ਪਰ ਥੋੜ੍ਹੀ ਮੁੜੀ। ਉਹਨੇ ਗੋਡਾ ਚੰਗੀ ਤਰ੍ਹਾਂ ਟੋਹ ਕੇ ਵੇਖਿਆ। ਦਰਦ ਵਾਲੀ ਥਾਂ ਨੂੰ ਚੰਗੀ ਤਰ੍ਹਾਂ ਹੌਲੀ ਹੌਲੀ ਟੋਹਦਾ ਰਿਹਾ ਤੇ ਮੈਨੂੰ ਹਸਾਉਂਦਾ ਰਿਹਾ।
ਡਾਕਟਰ ਲਾਈਟਲ ਥੋੜ੍ਹੀ ਉਮਰ ਦਾ, ਮਸਾਂ 30-32 ਸਾਲ ਦਾ ਹੋਏਗਾ। ਉਹ ਆਸਟ੍ਰੇਲੀਅਨ ਨਾਗਰਿਕ ਹੈ। ਉਹਨੂੰ ਡਾਕਟਰੀ ਕਰਦਿਆਂ 12 ਸਾਲ ਹੋ ਗਏ ਹਨ। 5 ਸਾਲ ਤੋਂ ਸਿਰਫ ਹੱਡੀਆਂ ਦੇ ਡਾਕਟਰ ਵਜੋਂ ਕੰਮ ਕਰਦਾ ਆ ਰਿਹਾ ਹੈ। 1 ਸਾਲ ਉਹ ਇੰਗਲੈਂਡ ਵਿੱਚ ਕੋਰਸ ਕਰਕੇ ਆਇਆ ਹੈ। ਉਹਨੇ ਇੰਗਲੈਂਡ ਵਿੱਚ ਨੋਟਿੰਗਮ ਵਿੱਚ ਕੋਰਸ ਕੀਤਾ। 10 ਸਾਲ ਮੈਲਬੌਰਨ 'ਚ ਪ੍ਰੈਕਟਿਸ ਕੀਤੀ। ਉਹਨੂੰ ਇਸ ਸ਼ਹਿਰ 'ਚ ਆਇਆਂ ਸਿਰਫ 7 ਮਹੀਨੇ ਹੋਏ ਹਨ, ਪਰ ਉਹ ਪ੍ਰਸਿੱਧ ਬਹੁਤ ਹੋ ਗਿਆ। ਇਹਦਾ ਇੱਕ ਕਾਰਨ ਇਹ ਹੈ ਕਿ ਉਹ ਆਪਣੇ ਕੰਮ ਦਾ ਪੂਰੀ ਤਰ੍ਹਾਂ ਜਾਣੂ ਹੈ। ਦੂਜਾ, ਉਹਦਾ ਸੁਭਾਅ ਬਹੁਤ ਵਧੀਆ ਹੈ। ਉਹ ਮਰੀਜ਼ਾਂ ਨੂੰ ਗੱਲਾਂ ਵਿੱਚ ਲਾ ਕੇ ਹਸਾਉਂਦਾ ਰਹਿੰਦਾ ਤੇ ਆਪ ਟੁੱਟੀ ਹੱਡੀ ਦੀ ਪੜਤਾਲ ਕਰਦਾ ਰਹਿੰਦਾ ਹੈ। ਜਦੋਂ ਮੇਰਾ ਗੋਡਾ ਵੇਖ ਰਿਹਾ ਸੀ, ਉਸ ਵਕਤ ਮੈਨੂੰ ਡਾਕਟਰ ਕਰਮ ਸਿੰਘ ਗਰੇਵਾਲ ਯਾਦ ਆ ਗਿਆ, ਜਿਸ ਪਾਸ ਟੁੱਟੀਆਂ ਹੱਡੀਆਂ ਦੇ ਮਰੀਜ਼ ਰੋਂਦੇ ਆਉਂਦੇ ਤੇ ਹੱਸਦੇ ਜਾਂਦੇ। ਉਹਦੀ ਪਿਆਰ ਛੋਟ ਸੱਚੀ ਕੋਈ ਜਾਦੂ ਹੈ। ਮੇਰੀ ਪੱਟੀ ਉਹਨੇ ਰੂਹ ਤੋਂ ਬਿਨਾਂ ਕਰ ਦਿੱਤੀ ਤੇ ਮੈਨੂੰ ਕਹਿਣ ਲੱਗਾ, ਮਿਸਟਰ ਸਿੰਘ, ਲੱਤ ਠੀਕ ਹੈ, ਸਿਰਫ ਤੇ ਸਿਰਫ 15 ਦਿਨ ਲਈ ਪਲਸਤਰ ਕਰਨਾ, ਸਭ ਠੀਕ ਹੋ ਜਾਏਗਾ। ਮੈਂ ਕਿਹਾ ਠੀਕ ਹੈ। ਉਹਨੇ ਪਲਸਤਰ ਕਰਨਾ ਇਸ ਤਰ੍ਹਾਂ ਹਾਸੇ 'ਚ ਕਿਹਾ ਕਿ ਮੈਨੂੰ ਮਹਿਸੂਸ ਨਾ ਹੋਣ ਦਿੱਤਾ ਕਿ ਪਲਸਤਰ ਹੋਣਾ ਹੈ। ਫਿਰ ਮੈਨੂੰ ਕੱਪੜੇ ਪਵਾ ਕੇ ਉਹਨੇ ਮੰਜੇ ਤੇ ਸਹਾਰਾ ਦੇ ਕੇ ਉਤਾਰਿਆ ਤੇ ਕੁਰਸੀ ਤੇ ਬੈਠਣ ਲਈ ਕਿਹਾ। ਡਾਕਟਰ ਲਾਈਟਲ ਨੇ ਫੋਨ ਦਾ ਡਾਇਲ ਘੁਮਾਇਆ, ਹਸਪਤਾਲ ਨੂੰ ਫੋਨ ਕੀਤਾ। ਡਾਕਟਰ ਡੇਵਲਿਨ ਨੂੰ ਕਿਹਾ ਕਿ ਪਲਸਤਰ ਤੁਸੀਂ ਆਪ ਕਰਨਾ। ਫਿਰ ਮੈਨੂੰ 1 ਮਹੀਨੇ ਦਾ ਸਰਟੀਫਿਕੇਟ ਬਣਾ ਦਿੱਤਾ ਤੇ 15 ਦਿਨ ਬਾਅਦ ਆਉਣ ਜਾਂ ਫੋਨ ਕਰਨ ਲਈ ਕਿਹਾ ਤੇ ਆਉਣ ਤੇ ਮਿਲਣ ਦੀ ਚਿੱਟ ਦੇ ਦਿੱਤੀ। ਆਪ ਦਰਵਾਜ਼ਾ ਖੋਲ੍ਹ ਕੇ ਮੈਨੂੰ ਹੱਸਦੇ ਨੇ ਸ਼ੁਭ ਇੱਛਾਵਾਂ ਨਾਲ ਵਿਦਾ ਆਖੀ। ਜਦੋਂ ਮੈਂ ਬਾਹਰ ਆਇਆ ਤਾਂ ਮੇਰਾ ਭਰਾ ਤੇ ਸਾਥੀ ਹਾਲੇ ਨਹੀਂ ਸੀ ਆਏ। ਮੈਂ ਸੜਕ ਤੇ ਆ ਕੇ ਫੌੜੀਆਂ ਦੇ ਸਹਾਰੇ ਖੜ ਗਿਆ। ਦਰਦ ਜਿਹੜੀ ਡਾਕਟਰ ਦੇ ਕਮਰੇ ਦੇ ਅੰਦਰ ਬਿਲਕੁਲ ਨਹੀਂ ਸੀ ਹੁੰਦੀ, ਹੁਣ ਬਹੁਤ ਹੋਣ ਲੱਗ ਪਈ। ਲੱਤ ਆਕੜੀ ਮਹਿਸੂਸ ਹੋਣ ਲੱਗੀ। ਮੇਰਾ ਸਾਥੀ ਮੈਨੂੰ ਬੈਂਕ ਦਾ ਕੰਮ ਦੱਸ ਕੇ ਮੇਰੇ ਭਰਾ ਨੂੰ ਸੱਦਣ ਚਲਾ ਗਿਆ। ਮੈਂ ਸੜਕ ਤੇ ਖੜਾ ਸੀ। ਲੋਕ ਆਪਣੇ ਧਿਆਨ ਲੰਘ ਰਹੇ ਸਨ। ਮੈਂ ਹਰ ਇੱਕ ਨੂੰ ਬੜੀ ਪੜਤਾਲਵੀਂ ਨਜ਼ਰ ਨਾਲ ਵੇਖਦਾ ਸੀ। ਥੋੜ੍ਹੀ ਦੂਰੋਂ ਮੈਨੂੰ 3 ਮੁੰਡੇ ਆਉਂਦੇ ਦਿਸੇ। ਸ਼ਕਲ ਤੋਂ ਇੱਥੋਂ ਦੇ ਆਦੀਵਾਸੀ ਲੱਗਦੇ ਸੀ, ਪਰ ਇੱਕ ਪੰਜਾਬੀ ਲੱਗਦਾ ਸੀ। ਇੱਕ ਤਾਂ ਪੈਰਾਂ ਤੋਂ ਨੰਗਾ ਸੀ ਤੇ ਹਿੱਪੀਆਂ ਵਰਗੇ ਕੱਪੜੇ ਤੇ ਸਿਰ ਦੇ ਵਾਲ ਵਧੇ ਹੋਏ ਸੀ। ਉਹਨਾਂ ਇੱਕ ਓਪਰੀ ਨਜ਼ਰ ਨਾਲ ਮੇਰੇ ਵੱਲ ਵੇਖਿਆ। ਮੈਂ ਵੀ ਉਹਨਾਂ ਵੱਲ ਵੇਖ ਰਿਹਾ ਸੀ। ਉਹ ਆਪਣੇ ਧਿਆਨ ਤੁਰੇ ਆ ਰਹੇ ਸੀ। ਮੇਰੇ ਕੋਲੋਂ ਦੀ ਜਦੋਂ ਲੰਘਣ ਲੱਗੇ ਤਾਂ ਦੇਸ਼ ਤੇ ਪੰਜਾਬ ਪਿਆਰ ਨੇ ਮੇਰੇ ਮੂੰਹ ਪਤਾ ਨਹੀਂ ਕਿਸ ਵੇਲੇ ਕਹਾਤਾ, ਕੀ ਹਾਲ ਹੈ। ਉਹ ਪੰਜਾਬੀ ਦਾ ਵਾਕ ਸੁਣ ਕੇ ਰੁਕ ਗਏ ਤੇ ਮੇਰੇ ਵੱਲ ਵੇਖਣ ਲੱਗ ਪਏ। ਉਹਨਾਂ ਨੂੰ ਮੇਰੇ ਰੰਗ ਤੋਂ ਸ਼ੱਕ ਸੀ ਕਿ ਇਹ ਪੰਜਾਬੀ ਨਹੀਂ। ਮੈਂ ਫੇਰ ਕਿਹਾ, ਕੀ ਹਾਲ ਹੈ, ਕਿੱਥੇ ਚੱਲੇ ਹੋ? ਉਹ ਝੱਟ ਮੇਰੇ ਪਾਸ ਆ ਗਏ ਤੇ ਮੇਰੇ ਨਾਲ ਹੱਥ ਮਿਲਾਇਆ ਤੇ ਬੜੇ ਪਿਆਰ ਤੇ ਹਮਦਰਦੀ ਭਰੇ ਲਹਿਜੇ 'ਚ ਬੋਲੇ, ਲੱਤ ਤੇ ਕੀ ਹੋਇਆ? ਇੱਥੇ ਕਿਵੇਂ ਖੜੇ ਹੋ? ਮੈਂ ਸਭ ਦੱਸਿਆ ਤੇ ਕਿਹਾ, ਮੈਂ ਆਪਣੇ ਭਰਾ ਚੇਤਨ ਨੂੰ ਉਡੀਕ ਰਿਹਾ। ਉਹ ਬੋਲੇ, ਚੇਤਨ ਕਿੱਥੇ ਹੈ? ਮੈਂ ਕਿਹਾ, ਹੁਣੇ ਆ ਰਿਹਾ। ਉਹ ਰੁਕ ਗਏ। ਉਹਨਾਂ ਆਪਣੀ ਵਾਕਫੀਅਤ ਕਰਾਈ। ਇੱਕ ਮਲਵਈ ਸੀ, ਇੱਕ ਉਹਦੇ ਚਾਚੇ ਦਾ ਪੁੱਤ, ਭਰਾ ਤੇ ਤੀਜਾ ਲੈਂਬਰ ਸਿੰਘ ਦਾ ਮੁੰਡਾ। ਉਹ ਕੁੰਜ ਲੈਣ ਤੋਂ ਆਏ ਸੀ ਤੇ ਕਾਰ ਖੜੀ ਕਰਕੇ ਨਾਈ ਪਾਸੋਂ ਵਾਲ ਠੀਕ ਕਰਾਉਣ ਚੱਲੇ ਸੀ। ਅਸੀਂ ਥੋੜ੍ਹੇ ਮਿੰਟਾਂ ਵਿੱਚ ਇੱਕ ਦੂਜੇ ਦੇ ਬਹੁਤ ਨੇੜੇ ਹੋ ਗਏ। ਸਮਾਂ ਥੋੜ੍ਹਾ ਸੀ, ਪਰ ਗੱਲਾਂ ਬਹੁਤ ਕਰ ਲਈਆਂ। ਅਸੀਂ ਵਕਤ ਸਿਰ ਡਾਕਟਰ ਪਾਸ ਜਾਣਾ ਸੀ, ਪਰ ਉਹ ਮੈਨੂੰ ਪੱਬ ਨੂੰ ਖਿੱਚਣ ਅਸੀਂ ਉਹਨਾਂ ਪਾਸੋਂ ਛੇਤੀ ਚਲੇ ਗਏ। ਚੇਤਨ ਕਾਰ ਲੈ ਆਇਆ। ਅਸੀਂ ਥੋੜ੍ਹੇ ਚਿਰ ਬਾਅਦ ਫਿਰ ਮਿਲਣ ਤੇ ਬੈਠਣ ਦਾ ਇਕਰਾਰ ਕਰਕੇ ਜੁਦਾ ਹੋ ਗਏ। ਹਸਪਤਾਲ 'ਚ ਜਾ ਕੇ ਮੈਂ ਡਿਊਟੀ ਵਾਲੀ ਨਰਸ ਨੂੰ ਚਿੱਟ ਦਿੱਤੀ। ਉਹਨੇ ਡਾਕਟਰ ਨਾਲ ਟੈਲੀਫੋਨ ਤੇ ਗੱਲ ਕੀਤੀ ਤੇ ਮੈਨੂੰ ਪਲਸਤਰ ਵਾਲੇ ਕਮਰੇ ਵੱਲ ਲੈ ਤੁਰੀ। ਪਰ ਹਾਲੀ ਥੋੜ੍ਹੇ ਹੀ ਅੱਗੇ ਆਏ ਸੀ ਕਿ ਦੂਜੀ ਨਰਸ ਨੇ ਦੱਸਿਆ ਕਿ ਇੱਕ ਮਰੀਜ਼ ਦੇ ਪਲਸਤਰ ਹੋ ਰਿਹਾ। ਉਹ ਬਹੁਤ ਸ਼ਰਮ ਮਹਿਸੂਸ ਕਰਨ ਲੱਗੀ ਤੇ ਮੈਥੋਂ ਖਿਮਾ ਮੰਗ ਕੇ ਮੈਨੂੰ ਥੋੜ੍ਹਾ ਸਮਾਂ ਹੋਰ ਉਡੀਕ ਕਰਨ ਲਈ ਕਿਹਾ ਤੇ ਬਿਠਾ ਦਿੱਤਾ। ਅੱਧੇ ਘੰਟੇ ਬਾਅਦ ਮੈਨੂੰ ਉਸ ਕਮਰੇ 'ਚ ਲੈ ਗਏ। ਬੈੱਡ ਤੇ ਲੇਟਣ ਲਈ ਮੇਰੇ ਪੈਰਾਂ ਹੇਠ 1-2 ਪੌੜੀਆਂ ਵਾਲਾ ਫੱਟਾ ਰੱਖ ਦਿੱਤਾ ਤੇ ਮੈਨੂੰ 2 ਨਰਸਾਂ ਨੇ ਸਹਾਰਾ ਦੇ ਕੇ ਬੈੱਡ ਤੇ ਬਿਠਾ ਦਿੱਤਾ। ਫਿਰ ਮੇਰੀ ਪੈਂਟ ਲਾਤੀ ਤੇ ਮੈਨੂੰ ਇੱਕ ਸਾਫ਼ ਸੁਥਰਾ ਤੌਲੀਆ ਦੇ ਕੇ ਲਿਟਾ ਦਿੱਤਾ। ਉਹਨਾਂ ਕਈ ਪੱਟੀਆਂ, ਕੁਝ ਮਸਾਲਾ, ਇੱਕ ਚਿਰਮਚੀ, ਪਲਾਸਟਿਕ ਦੀ ਕੈਂਚੀ ਤੇ ਹੋਰ ਕਈ ਕੁਝ ਉੱਥੇ ਨੇੜੇ ਰੱਖ ਦਿੱਤਾ। ਫਿਰ ਇੱਕ ਬਜ਼ੁਰਗ ਆਇਆ ਜੋ ਪਲਸਤਰ ਕਰਨ ਦਾ ਮਾਹਰ ਸੀ। ਉਹਨੇ ਵੇਖਿਆ ਤੇ ਪੂਰੀ ਲੱਤ ਨੂੰ ਅਨੁਮਾਨ ਨਾਲ ਵੇਖਿਆ ਤੇ ਫਿਰ ਸਮਾਨ ਵੇਖ ਕੇ ਕੁਝ ਸਮਾਨ ਰੱਖ ਲਿਆ। ਮੈਂ ਸਮਝ ਗਿਆ ਕਿ ਪਲਸਤਰ ਪੂਰੀ ਲੱਤ ਤੇ ਹੋਏਗਾ ਤੇ ਉਸ ਤੋਂ ਬਾਅਦ ਦੀ ਹਾਲਤ ਬਾਰੇ ਸੋਚਣ ਲੱਗ ਪਿਆ। ਥੋੜ੍ਹੇ ਚਿਰ ਬਾਅਦ ਡਾਕਟਰ ਡੈਵਲਿਨ ਤੇ ਉਹਦੇ ਨਾਲ ਇੱਕ ਕੁੜੀ ਹੋਰ, ਕੱਦ ਮਸੀਂ 5 ਫੁੱਟ, ਚਿਹਰਾ ਬੱਚਿਆਂ ਵਰਗਾ ਆ ਗਏ। ਡਾਕਟਰ ਡੈਵਲਿਨ ਨੇ ਉਹਨੂੰ ਮੇਰਾ ਨਾਂ ਦੱਸਿਆ ਤੇ ਜਦੋਂ ਉਹਦਾ ਨਾਂ ਮੈਨੂੰ ਦੱਸਣ ਲੱਗਾ, ਉਹਨੂੰ ਉਹਦਾ ਨਾਂ ਭੁੱਲ ਗਿਆ। ਫਿਰ ਉਹ ਕੁੜੀ ਨੇ ਆਪ ਹੀ ਕਿਹਾ, ਮੇਰਾ ਨਾਂ ਡਾਕਟਰ ਜੈਨੀ ਗਾਰਡਨ ਹੈ, ਕੀ ਮੈਂ ਤੁਹਾਨੂੰ ਵੇਖ ਸਕਦੀ ਹਾਂ? ਉਹਨੇ ਦੱਸਿਆ ਕਿ ਮੈਂ ਜਰਮਨ ਡਾਕਟਰ ਹਾਂ, ਹੁਣ ਇੱਥੇ ਕੰਮ ਕਰਦੀ ਹਾਂ। ਉਹ ਮੇਰੇ ਨਾਲ ਗੱਲਾਂ ਕਰੀ ਜਾਏ ਤੇ ਗੋਡੇ ਨੂੰ ਟੋਈ ਜਾਵੇ। ਉਹ ਕੱਦ ਦੀ ਛੋਟੀ ਸੀ, ਇਸ ਲਈ ਉਹਨੂੰ ਔਖੀ ਹੋ ਕੇ ਬੈੱਡ ਤੇ ਮੇਰਾ ਗੋਡਾ ਵੇਖਣਾ ਪੈ ਰਿਹਾ ਸੀ।
ਗੋਡੇ ਤੇ ਉਹ ਇਸ ਤਰ੍ਹਾਂ ਹੱਥ ਫੇਰ ਰਹੀ ਸੀ ਜਿਵੇਂ ਕੋਸੇ ਪਾਣੀ 'ਚ ਭਿਉਂ ਕੇ ਕੋਈ ਰੂੰ ਫੇਰ ਰਿਹਾ ਹੋਵੇ। ਉਹਨੇ ਲੱਤ ਦੀ ਮੋਟਾਈ ਮਿਣੀ ਤੇ ਫਿਰ ਦੂਜੀ ਦੀ ਵੀ ਮੋਟਾਈ ਮਿਣੀ। ਫਰਕ ਸੀ। ਉਹਦੇ ਚਿਹਰੇ ਤੇ ਫਿਕਰ ਦੇ ਨਿਸ਼ਾਨ ਸਨ। ਅਖੀਰ ਉਹ ਡਾਕਟਰ ਨਾਲ ਕੁਝ ਗੱਲਾਂ ਕਰਕੇ ਮੈਨੂੰ ਸ਼ੁਭ ਇੱਛਾਵਾਂ ਕਹਿ ਕੇ ਚਲੀ ਗਈ। ਡਾਕਟਰ ਡੈਵਲਿਨ ਨੇ ਇੱਕ ਜੁਰਾਬ ਵਰਗੀ ਲੰਬੀ ਜੁਰਾਬ ਮੇਰੇ ਪੈਰ ਰਾਹੀਂ ਪਾ ਕੇ ਪੱਟ ਦੇ ਅਖੀਰ ਤੱਕ ਲੈ ਆਉਂਦੀ ਤੇ ਫਿਰ ਥੱਲਿਓਂ ਕੱਟ ਦਿੱਤੀ। ਕੁਝ ਸਪੰਜ ਮੇਰੇ ਗਿੱਟੇ ਦੇ ਤੇ ਕੁਝ ਗੋਡੇ ਦੇ ਥੱਲੇ ਹੱਡੀ ਤੇ ਚਮੇੜ ਦਿੱਤੀ। ਇੱਕ ਨਰਸ ਨੇ ਮੇਰਾ ਪੈਰ ਥੋੜਾ ਉੱਪਰ ਚੁੱਕ ਲਿਆ। ਡਾਕਟਰ ਤੇ ਬਜ਼ੁਰਗ ਪਲਸਤਰ ਦੇ ਪਾਊਡਰ 'ਚ ਭਿੱਜੀ ਹੋਈ ਪੱਟੀ ਪਾ ਕੇ ਪਾਊਡਰ ਨਾਲ ਲਪੇਟ ਕੇ ਲੱਤ ਤੇ ਲਪੇਟੀ ਜਾਣ। ਪੂਰੀ ਲੱਤ ਤੇ ਪੱਟੀ ਦੇ 7-8 ਵਾਰ ਦੇ ਦਿੱਤੇ। ਦਰਦ ਨਾਲ ਮੇਰੀ ਜਾਨ ਨਿਕਲੀ ਜਾਵੇ। ਨਰਸ ਮਹਿਸੂਸ ਕਰੇ ਪਰ ਹੌਸਲਾ ਦੇ ਜਾਵੇ। ਬਸ ਇੱਕ ਪੱਟੀ ਜਾਂ 2 ਹੋਰ ਰਹਿ ਗਈਆਂ ਹਨ। ਡਾਕਟਰ ਕਹੇ ਹੁਣੇ ਦਰਦ ਹਟ ਜਾਣੀ ਹੈ, ਪਲਸਤਰ ਹੋ ਲੈਣ ਦੇ। ਅਖੀਰ 15-20 ਮਿੰਟਾਂ 'ਚ ਪਲਸਤਰ ਹੋ ਗਿਆ। ਪਲਸਤਰ ਦੇ ਪਾਊਡਰ ਵਾਲਾ ਪਾਣੀ ਮੇਰੀ ਪਿੱਠ ਦੇ ਹੇਠਾਂ ਮੇਰੇ ਥੱਲੇ ਤੱਕ ਚਲਾ ਗਿਆ। ਮੈਨੂੰ ਗਿੱਲਾ ਲੱਗੇ, ਬਹੁਤ ਬੁਰਾ ਜਿਹਾ ਲੱਗਦਾ ਸੀ। ਅਖੀਰ ਲੱਤ ਦੇ ਹੇਠਾਂ ਇੱਕ ਸਰਾਣਾ ਪੈਰ ਵੱਲ ਰੱਖ ਕੇ ਡਾਕਟਰ ਕਹਿਣ ਲੱਗਾ, ਥੋੜਾ ਚਿਰ ਠਹਿਰੋ, ਦੇਖਣਾ ਲੱਤ ਜ਼ਿਆਦਾ ਨਾ ਘੁੱਟ ਹੋ ਜਾਏ। ਜੇਕਰ ਪੈਰ ਦੀਆਂ ਉਂਗਲਾਂ ਤੇ ਨਹੁੰ ਲਾਲ ਰਹੇ ਤਾਂ ਠੀਕ ਹੈ, ਜੇਕਰ ਸਫੈਦ ਹੋ ਗਏ ਤਾਂ ਫਿਰ ਢਿੱਲਾ ਕਰਕੇ ਦੁਬਾਰਾ ਪਲਸਤਰ ਕਰਨਾ ਪਏਗਾ। ਡਾਕਟਰ ਕੋਲ ਖੜਾ ਸੀ। ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਮੇਰੀ ਲੱਤ ਕਿਸੇ ਨੇ ਭੱਠੀ 'ਚ ਪਾ ਦਿੱਤੀ ਹੋਵੇ। ਪਲਸਤਰ ਦੀ ਗਰਮੀ ਸੀ। ਮੈਂ ਡਾਕਟਰ ਨੂੰ ਦੱਸਿਆ। ਉਹ ਕਹਿਣ ਲੱਗਾ, ਇਸ ਤਰ੍ਹਾਂ ਹੋਣਾ ਹੀ ਹੈ, ਪਰ ਜਲਦੀ ਹਟ ਜਾਏਗਾ। ਥੋੜੇ ਚਿਰ ਬਾਅਦ ਦਰਦ ਹਟ ਗਈ ਤੇ ਗਰਮੀ ਵੀ ਹਟ ਗਈ। ਪਲਸਤਰ ਸੁੱਕ ਗਿਆ ਸੀ। ਬਜ਼ੁਰਗ ਨੇ ਚੰਗੀ ਤਰ੍ਹਾਂ ਸਾਫ਼ ਕੀਤਾ। ਪਲਸਤਰ ਪਾਲਿਸ਼ ਕੀਤੇ ਵਾਂਗ ਚਮਕ ਪਿਆ। ਇੱਕ ਨਰਸ ਤੌਲੀਆ ਭੇਂ ਕੇ ਮੇਰੇ ਹੇਠੋਂ ਚੰਗੀ ਤਰ੍ਹਾਂ ਲੱਤ ਧੋਤੀ, ਮੇਰੇ ਕੱਪੜੇ ਲਾਏ ਤੇ ਕਿਹਾ ਕਿ ਜਦੋਂ ਸੁੱਕ ਗਿਆ ਕੱਪੜਿਆਂ ਤੋਂ ਆਪੇ ਝੜ ਜਾਏਗਾ। ਪੈਰ ਧੋਤਾ, ਪੱਟ ਉੱਪਰੋਂ ਧੋਤਾ, ਫਿਰ ਮੈਨੂੰ ਆਸਰਾ ਦੇ ਕੇ ਉਠਾ ਲਿਆ ਤੇ ਸਹਾਰਾ ਦੇ ਕੇ ਲੱਤਾਂ ਥੱਲੇ ਲਮਕਾਈਆਂ। ਮੇਰੇ ਤੇੜ ਪੈਂਟ ਪਾਈ ਤੇ ਮੈਨੂੰ ਬੈੱਡ ਤੋਂ ਹੇਠਾਂ ਉਤਾਰਿਆ। ਇੱਕ ਨਰਸ ਨੇ ਮੇਰੀਆਂ ਫੌੜੀਆਂ ਫੜਾਤੀਆਂ। ਇੱਕ ਹੋਰ ਨਰਸ ਰੁੜਨ ਵਾਲੀ ਕੁਰਸੀ ਲੈ ਕੇ ਆ ਗਈ ਤੇ ਕਹਿਣ ਲੱਗੀ, ਇਸ ਤੇ ਬੈਠ ਜਾਓ। ਜੇਕਰ ਤੁਰ ਨਹੀਂ ਹੁੰਦਾ ਮੈਂ ਰੋੜ ਕੇ ਘਰ ਤੱਕ ਛੱਡ ਆਉਣੀ ਆ। ਮੈਂ ਕਿਹਾ, ਨਹੀਂ, ਮੈਂ ਤੁਰ ਕੇ ਚਲਾ ਜਾਣਾ। ਲੱਤ ਇਸ ਤਰ੍ਹਾਂ ਲੱਗੇ ਜਿਵੇਂ ਕਿਸੇ ਨੇ 20 ਕਿਲੋ ਭਾਰ ਬੰਨ੍ਹ ਦਿੱਤਾ ਹੋਵੇ। ਚੇਤਨ ਕਾਰ ਗੇਟ ਤੇ ਲੈ ਆਇਆ। 2 ਨਰਸਾਂ ਨੇ ਮੇਰੀ ਲੱਤ ਚੁੱਕ ਕੇ ਤੇ ਮੈਨੂੰ ਫੜ ਕੇ ਕਾਰ ਦੀ ਪੂਰੀ ਪਿਛਲੀ ਸੀਟ ਤੇ ਪਾ ਦਿੱਤਾ ਤੇ ਫਿਰ ਡਾਕਟਰ ਲਾਈਟਰ ਨੂੰ ਮਿਲਣ ਦੀ ਚਿੱਟ ਮੋੜ ਕੇ ਮੈਨੂੰ ਫੜਾ ਦਿੱਤੀ ਤੇ ਸ਼ੁਭ ਇੱਛਾਵਾਂ ਨਾਲ ਵਿਦਾ ਕੀਤਾ। ਅਸੀਂ ਉਹਨਾਂ ਪੰਜਾਬੀਆਂ ਨੂੰ ਲੱਭਿਆ। ਉਹ ਜਾ ਚੁੱਕੇ ਸਨ। ਕਾਰ 'ਚ ਤੇਲ ਪਵਾ ਕੇ ਅਸੀਂ ਬੀਅਰ ਦੇ 3 ਡੱਬੇ ਲੈ ਕੇ ਘਰ ਵੱਲ ਤੁਰ ਪਏ। ਰਾਹ 'ਚ ਮੇਰੇ ਸਾਥੀ ਨਾਲ ਲੜ ਕੇ ਆਇਆ ਸੀਨੀਅਰ ਕੱਚਾ ਕੰਮ ਕਰਦਾ ਸੀ। ਅਸੀਂ ਉਹਦੇ ਨਾਲ ਦੇ ਮੁੰਡਿਆਂ ਨੂੰ, ਬਲਦੇਵ ਤੇ ਮਨਸੂਰ ਪਾਕਿਸਤਾਨੀ ਨੂੰ ਮਿਲਣ ਗਏ। ਉਹਨੂੰ ਚੇਤਨ ਨੇ ਦੱਸਿਆ ਕਿ ਵੀਰੇ ਜੀ ਦੇ ਪਲਸਤਰ ਪੂਰੀ ਲੱਤ ਤੇ ਕਰ ਦਿੱਤਾ ਹੈ। ਬਲਦੇਵ ਤਾਂ ਮਿਲਣ ਆਇਆ ਕਾਰ 'ਚ ਮੈਨੂੰ, ਪਰ ਉਹ ਨਾ ਆਇਆ। ਮੇਰਾ ਸਾਥੀ ਬਹੁਤ ਉਦਾਸ ਹੋਇਆ। ਮੇਰੇ ਭਰਾ ਨੇ ਵੀ ਮਹਿਸੂਸ ਕੀਤਾ, ਕਿਉਂਕਿ ਉਹਨੂੰ ਮੈਂ ਭਾਰਤ ਵਿੱਚੋਂ ਆਪਣੇ ਨਾਲ ਲੈ ਕੇ ਆਇਆ ਸੀ ਤੇ ਮੇਰੇ ਭਰਾ ਨੇ ਤੇ ਭਣੋਈਏ ਨੇ ਹੁਣ ਤੱਕ ਉਹਨੂੰ ਸੰਭਾਲਿਆ ਤੇ ਕੰਮ ਲੱਭ ਕੇ ਦਿੱਤਾ ਸੀ। ਮੈਂ ਵੀ ਚੁੱਪ ਕਰ ਗਿਆ, ਦਿਲ ਤੇ ਪੱਥਰ ਰੱਖ ਲਿਆ। ਸੀਨੀਅਰ ਕੱਚੇ ਦਾ ਸਮਾਨ ਘਰ 'ਚ ਹੀ ਪਿਆ ਸੀ। ਉਹਨੇ ਮਾਲਕ ਨੂੰ ਫੋਨ ਕੀਤਾ ਕਿ ਮੈਂ ਮੈਲਬੌਰਨ ਚਲਾ ਗਿਆ। ਉਸੇ ਦਿਨ ਤਰਕਾਲਾਂ ਨੂੰ ਉਹ ਬਲਦੇਵ ਦੀ ਕਾਰ 'ਚ ਬੈਠ ਕੇ ਆਪਣਾ ਸਮਾਨ ਚੁੱਕਣ ਆ ਗਿਆ। ਆਉਂਦੇ ਸਾਰ ਫਰਿੱਜ ਖੋਲੀ, ਠੰਡਾ ਕੋਕਾ ਕੋਲਾ ਪੀ ਕੇ ਨਹਾ ਕੇ ਅੰਦਰ ਬੜੇ ਗੁੱਸੇ ਨਾਲ ਆਇਆ। ਸਾਰਾ ਸਮਾਨ ਹੇਠ ਉੱਤੇ ਕਰ ਦਿੱਤਾ। ਜਦੋਂ ਮੈਂ ਪੁੱਛਿਆ ਕੀ ਲੱਭਦਾ, ਕਹਿਣ ਲੱਗਾ ਪੈਨਸਿਲ। ਮੈਂ ਕਿਹਾ ਇੱਥੇ ਹੈ ਨਹੀਂ, ਅੱਜ ਬਲਦੇਵ ਪਾਸ ਰਹਿ ਗਈ ਹੈ। ਉਹ ਮਾਲਕ ਪਾਸੋਂ ਚੈੱਕ ਲੈਣ ਗਿਆ। ਮਾਲਕ ਨੇ ਟਾਲ ਦਿੱਤਾ। ਹੋਰ ਵੀ ਗੁੱਸੇ 'ਚ ਆ ਗਿਆ। ਜਾਣ ਲੱਗਿਆ ਬਲਦੇਵ ਨੇ ਹੱਥ ਮਿਲਾਇਆ। ਉਹਨੂੰ ਕਹਿਣ ਲੱਗਾ, ਰਾਹੀ ਭਾਜੀ ਨੂੰ ਮਿਲ ਤਾਂ ਲੈ। ਉਹ ਬੋਲਿਆ, ਮਿਲਿਆ ਹੋਇਆ, ਜਿੰਨਾ ਨਾਤੀ ਓਨਾ ਪੁੰਨ। ਬਲਦੇਵ ਨੇ ਬਹੁਤ ਮਹਿਸੂਸ ਕੀਤਾ। ਉਹ ਚਲਾ ਗਿਆ। ਮੇਰਾ ਸਾਥੀ ਵੀ ਉਦਾਸ ਸੀ। ਉਹਦੀ ਗੱਲ ਮੈਨੂੰ ਯਾਦ ਆ ਰਹੀ ਸੀ ਕਿ ਇਹਨੇ ਮੇਰੇ ਤੇ ਕੀ ਅਜਿਹਾ ਕੀਤਾ ਜਿਹਦਾ ਇਹਨੂੰ ਪੁੰਨ ਨਹੀਂ ਮਿਲਿਆ। ਮੇਰਾ ਸਾਥੀ ਉਹ 'ਤੇ ਬਹੁਤ ਗੁੱਸੇ ਸੀ ਕਿ ਉਹ ਇੱਕ ਮੈਨੂੰ ਤੰਗ ਕਰਦਾ ਰਿਹਾ ਤੇ ਜਾਂਦਾ ਹੋਇਆ ਇਸ ਤਰ੍ਹਾਂ ਕਹਿ ਗਿਆ। ਫਿਰ ਕਹਿਣ ਲੱਗਾ, ਭਾਜੀ ਇਸ ਦੁਨੀਆ 'ਚ ਕਿਸੇ ਗੱਲੋਂ ਮਾੜੇ ਹੋਣਾ ਵੀ ਸਭ ਤੋਂ ਵੱਡੀ ਲਾਹਨਤ ਹੈ ਤੇ ਇਸ ਲਾਹਨਤ ਦਾ ਸ਼ਿਕਾਰ ਅਸੀਂ ਹਾਂ। ਮੈਂ ਉਹਨੂੰ ਕਿਹਾ, ਕੋਈ ਨਹੀਂ, ਅਸੀਂ ਉਹ ਤੋਂ ਚੰਗੇ ਹਾਂ, ਮਾੜਾ ਉਹ ਹੈ, ਅਸੀਂ ਨਹੀਂ। ਉਹ ਆਪਣਾ ਪਾਪ ਲੁਕਾਉਂਦਾ ਫਿਰਦਾ ਹੈ। ਰੇਸ਼ਮ ਮੇਰੇ ਸਾਥੀ ਨੇ ਰੋਟੀ ਬਣਾਈ। ਮੈਂ ਟੱਟੀ ਗਿਆ। ਲੱਤ ਤੇ ਪਲਸਤਰ ਕਰਕੇ ਬੈਠਣਾ ਹੋਵੇ, ਪੂਰੀ ਲੱਤ ਪਸਾਰੀ। ਮਨ ਅੱਜ ਹੋਰ ਵੀ ਉਦਾਸ ਸੀ। ਪਲਸਤਰ ਭੇਣਾ ਨਹੀਂ ਸੀ, ਜਿਹਦਾ ਅਰਥ ਸੀ ਨਹਾਉਣਾ ਨਹੀਂ। ਅੰਗੂਰਾਂ ਦੀ ਸ਼ਰਾਬ ਦੇ 4 ਲੀਟਰ ਦੇ ਘੜੇ ਵਿੱਚੋਂ 2-2 ਗਲਾਸ ਪੀਤੇ, ਫਿਰ ਰੋਟੀ ਖਾਧੀ, ਸੌਂ ਗਏ। ਲੱਤ ਦੇ ਹੇਠਾਂ ਸਰਾਣਾ ਰੱਖਿਆ। 24 ਘੰਟੇ ਉੱਠਣਾ ਜਾਂ ਤੁਰਨਾ ਨਹੀਂ ਸੀ। ਲੱਤ ਬਹੁਤ ਭਾਰੀ ਲੱਗੇ, ਹਿਲਾਈ ਨਾ ਹੋਵੇ ਤੇ ਦੂਜੇ ਸਾਥੀ ਦੀ ਮਦਦ ਨਾਲ ਲੱਤ ਚੁੱਕਾਂ ਤਾਂ ਹਿੱਲਾਂ। ਇਹ ਇੱਕ ਨਵਾਂ ਅਹਿਸਾਸ ਸੀ ਤੇ ਜ਼ਿੰਦਗੀ 'ਚ ਆਪਣੀ ਕਿਸਮ ਦਾ ਪਹਿਲਾ ਦਿਨ ਸੀ। ਅੰਗ ਚੌਥਾ। 24 ਘੰਟੇ ਬਾਅਦ ਸ਼ਾਮ ਨੂੰ ਉੱਠਿਆ।
ਲੱਤ 'ਚ ਦਰਦ ਕੁਝ ਘੱਟ ਸੀ। ਪਲਸਤਰ ਕੁਝ ਗਿੱਲਾ ਜਿਹਾ ਲੱਗਦਾ ਸੀ। ਜੱਗੀ ਮਾਸਟਰ ਤੇ ਮਨਜੀਤ ਰਾਜਪੁਰੇ ਵਾਲਾ ਆ ਗਏ। ਪਲਸਤਰ ਦਾ ਇੱਕ ਨਵਾਂ ਹੀ ਅਹਿਸਾਸ ਸੀ ਤੇ ਅਖੀਰ ਦਰਦ ਘੱਟ ਹੋਈ। ਫਿਰ ਹੌਲੀ-ਹੌਲੀ ਦਰਦ ਹੋਣ ਲੱਗ ਪਈ ਤੇ ਅਖੀਰ ਵੱਧ ਗਈ। ਡਾਕਟਰ ਨੂੰ ਟੈਲੀਫੋਨ ਕੀਤਾ। ਉਹਨੇ ਕਿਹਾ ਪਲਸਤਰ 13 ਮਾਰਚ ਭਾਵ 4 ਹਫ਼ਤੇ ਤੋਂ ਪਹਿਲਾਂ ਨਹੀਂ ਖੁੱਲ੍ਹ ਸਕਦਾ। ਗੋਲੀਆਂ ਖਾਈ ਜਾਓ, ਗੋਲੀਆਂ ਖਾਵਾਂ ਪਰ ਕੁਝ ਫਰਕ ਨਾ ਪਵੇ। ਉਸ ਰਾਤ ਮੈਂ ਬਹੁਤ ਦੁਖੀ ਹੋਇਆ ਤੇ ਮਨ ਬੜਾ ਉਦਾਸ ਹੋ ਗਿਆ। ਆਪਣੇ ਭਰਾ ਨੂੰ ਟੈਲੀਫੋਨ ਕੀਤਾ ਤੇ ਦੱਸਿਆ ਕਿ ਹੁਣ ਡਾਕਟਰ ਨੇ 13 ਮਾਰਚ ਤੋਂ ਪਹਿਲਾਂ ਨਹੀਂ ਦੇਖਣਾ ਤੇ ਨਾ ਹੀ ਪਲਸਤਰ ਕੱਟਣਾ ਹੈ। ਇਹਨਾਂ ਦਿਨਾਂ 'ਚ ਮੈਲਬੌਰਨ ਤੋਂ ਹਰਜੀਤ, ਨੱਥੂ ਤੇ ਲੈਂਬਰ ਹੋਰੀ ਮਿਲਣ ਆਏ। ਚਰਨ, ਤੀਰਥ, ਗੁਰਮੇਲ, ਚੇਤਨ ਤੇ ਪਰਮਜੀਤ ਹੋਰੀ ਵੀ ਆਏ। ਸਕੱਤਰ ਵੀ ਮਿਲਣ ਆਇਆ। ਸਭ ਕਹਿਣ ਠੀਕ ਹੋ ਜਾਣੀ ਹੈ, ਪਰ ਮੈਨੂੰ ਕੁਝ ਹੋਰ ਹੀ ਦਿਸ ਰਿਹਾ ਸੀ। ਮੈਂ ਨਹਾਉਣ ਦੀ ਥਾਂ ਤੌਲੀਆ ਗਿੱਲਾ ਕਰਕੇ ਸਰੀਰ ਤੇ ਫੇਰ ਲੈਣਾ। ਪੈਰ ਮੇਰੇ ਸਾਥੀ ਨੇ ਸਾਫ਼ ਕਰਨੇ। ਥੋੜ੍ਹਾ ਬਾਹਰ ਫੌੜੀਆਂ ਨਾਲ ਤੁਰਨਾ। ਇੱਕ ਦਿਨ ਮੈਂ ਮਾਲਕਾਂ ਦੇ ਬੱਚਿਆਂ ਨਾਲ ਗੱਲਾਂ ਕਰਦਾ ਸੀ ਤੇ ਸਭ ਤੋਂ ਛੋਟੀ ਬੱਚੀ ਮੋਨਿਕਾ ਨੂੰ ਛੇੜਦਾ ਸੀ। ਉਹ ਮੈਨੂੰ ਬਹੁਤ ਪਿਆਰੀ ਲੱਗਦੀ ਸੀ। ਮੀਂਹ ਪੈ ਕੇ ਹਟਿਆ ਸੀ। ਮੈਂ ਜੱਗੀ ਨੂੰ ਕਿਹਾ, ਲਿਆ ਇਹਨਾਂ ਨਿਆਣਿਆਂ ਨਾਲ ਫੋਟੋ ਖਿੱਚੀਏ। ਮੈਂ ਫੌੜੀਆਂ ਨਾਲ ਇੱਕ ਫੋਟੋ ਖਿਚਾਈ। ਮੈਂ ਜੀਵਨ ਦੀ ਇਸ ਕੌੜੀ ਸੱਚਾਈ ਨੂੰ ਭੁੱਲਣਾ ਨਹੀਂ ਸੀ ਚਾਹੁੰਦਾ। ਫਿਰ ਇੱਕ ਲਿਖਦੇ ਦੀ ਤਸਵੀਰ ਖਿੱਚੀ। ਜੱਗੀ ਨੇ ਮੈਨੂੰ ਫੌੜੀਆਂ ਫੜਾ ਕੇ ਉਠਾ ਲਿਆ। ਉਹ ਮੋਰੇ ਤੁਰੀ ਜਾ ਰਿਹਾ ਸੀ। ਅਚਾਨਕ ਮੇਰੀ ਇੱਕ ਫੌੜੀ ਤਿਲਕ ਗਈ ਤੇ ਮੈਂ ਚੌਫਾਲ ਡਿੱਗ ਪਿਆ। ਮੇਰੀ ਦੁੱਖ ਦੀ ਲੱਤ ਹੋਰ ਵੀ ਦੁਖਣ ਲੱਗੀ। ਮੈਂ ਜੱਗੀ ਨੂੰ ਕਿਹਾ, ਮੈਂ ਮਰ ਗਿਆ, ਮੇਰੀ ਜਾਨ ਨਿਕਲ ਚੱਲੀ, ਜਲਦੀ ਕਰ, ਮੈਨੂੰ ਚੁੱਕ। ਉਹਨੇ ਕੈਮਰਾ ਸੁੱਟ ਕੇ ਮੈਨੂੰ ਜਲਦੀ ਚੁੱਕਿਆ। ਦਰਦ ਨਾਲ ਮੇਰੀ ਜਾਨ ਨਿਕਲਦੀ ਜਾਵੇ। ਉਹ ਸਹਾਰਾ ਦੇ ਕੇ ਮੈਨੂੰ ਅੰਦਰ ਲੈ ਆਇਆ। ਉਸ ਵਕਤ ਮੈਂ ਸੱਚੀ ਮੁੱਚੀ ਅਪਾਹਜਾਂ ਦੀ ਜ਼ਿੰਦਗੀ ਹੀ ਮਹਿਸੂਸ ਕਰਨ ਲੱਗ ਪਿਆ ਤੇ ਮੈਂ ਆਪਣੇ ਆਪ ਨੂੰ ਅੰਗਹੀਣ ਮਹਿਸੂਸ ਕਰਨ ਲੱਗ ਪਿਆ। ਅੰਦਰ ਆ ਕੇ ਉਹਨੇ ਮੈਨੂੰ ਬੈੱਡ ਤੇ ਪਾ ਦਿੱਤਾ। ਮੇਰੀਆਂ ਧਾਹਾਂ ਨਿਕਲ ਗਈਆਂ। ਆਪਣੀ ਲੱਤ ਬਾਰੇ ਤੇ ਆਉਣ ਵਾਲੇ ਸਮੇਂ ਬਾਰੇ ਸੋਚ ਰਿਹਾ ਸੀ ਕਿ ਕੀ ਰਹਿੰਦੀ ਜ਼ਿੰਦਗੀ ਇਸੇ ਤਰ੍ਹਾਂ ਅੰਗਹੀਣ ਹੀ ਗੁਜ਼ਾਰਾਂਗਾ। ਮੈਨੂੰ ਰੋਟੀ ਨੂੰ ਕਹਿਣ ਮੇਰਾ ਦਿਲ ਨਾ ਕਰੇ ਤੇ ਬਹੁਤ ਦੁਖੀ ਮਨ ਨਾਲ ਫੌੜੀਆਂ ਵੱਲ ਪਹਿਲਾਂ ਦੇਖਿਆ, ਫਿਰ ਚੁੱਕ ਕੇ ਬੈੱਡ ਤੋਂ ਉੱਠ ਕੇ ਤੁਰ ਪਿਆ। ਸਭ ਮੇਰੇ ਵੱਲ ਵੇਖ ਰਹੇ ਸੀ। ਮੈਂ ਕਿਸੇ ਨੂੰ ਨਹੀਂ ਬੁਲਾਇਆ। ਮਾਲਕ ਦੇ ਘਰ ਜਾ ਕੇ ਉਹਨੂੰ ਟੈਲੀਫੋਨ ਕਰਨ ਨੂੰ ਕਿਹਾ। ਉਹਦੀ ਪਤਨੀ ਨੇ ਮੈਨੂੰ ਨੰਬਰ ਮਿਲਾ ਦਿੱਤਾ। ਮੋਰੇ ਤੀਰਥ ਬੋਲਿਆ। ਉਹਨੇ ਕਿਹਾ, ਕੀ ਹਾਲ ਹੈ? ਮੇਰੇ ਪਾਸੋਂ ਗੱਲ ਨਾ ਹੋਈ। ਸਿਰਫ ਇੰਨਾ ਹੀ ਕਿਹਾ, ਮੈਂ ਬਹੁਤ ਤੰਗ ਹਾਂ, ਮੈਨੂੰ ਇੱਥੋਂ ਲੈ ਜਾਓ, ਦਰਦ ਬਹੁਤ ਹੁੰਦੀ ਹੈ। ਤੇ ਮੇਰਾ ਰੋਣ ਨਿਕਲ ਗਿਆ। ਉਹਨੇ ਇੰਨਾ ਕਹਿ ਕੇ ਫੋਨ ਰੱਖ ਦਿੱਤਾ। ਫਿਕਰ ਨਾ ਕਰੋ, ਅਸੀਂ ਸਵੇਰੇ ਆਏ ਸਮਝੋ। ਉਸ ਦਿਨ ਉੱਥੇ ਮੈਥੋਂ ਛੋਟੇ ਦੇ ਪਾਰਟੀ ਸੀ। ਸਾਰੇ ਪੰਜਾਬੀ ਇਕੱਠੇ ਹੋਏ ਪਏ ਸੀ। ਉਹਨਾਂ ਤੀਰਥ ਨੂੰ ਪੁੱਛਿਆ, ਫੋਨ ਕਿਹਦਾ ਸੀ? ਉਹਨੇ ਕਿਹਾ, ਭਾਜੀ ਦੀ ਲੱਤ ਠੀਕ ਨਹੀਂ, ਦਰਦ ਬਹੁਤ ਹੁੰਦੀ ਹੈ, ਸਵੇਰੇ ਉੱਥੇ ਜਾਣਾ ਪੈਣਾ। ਸਭ ਦੀ ਪੀਤੀ ਉਤਰ ਗਈ। ਅਖੀਰ ਰਾਤ ਪਾਰਟੀ ਖਤਮ ਕਰਕੇ ਸਭ ਥਾਂ ਥਾਈਂ ਚਲੇ ਗਏ। ਸਵੇਰੇ ਤੀਰਥ, ਚਰਨ, ਜੀਤ, ਛੋਟਾ, ਚੇਤਨ ਤੇ ਪਰਮਜੀਤ ਮੇਰੇ ਪਾਸ 11 ਵਜੇ ਪਹੁੰਚ ਗਏ। ਮੈਂ ਅੰਦਰ ਪਿਆ ਸੀ। ਕਾਰ ਬਾਹਰ ਰੁਕੀ। ਸਭ ਹੌਲੀ ਅੰਦਰ ਆਏ। ਚਰਨ ਮੇਰੇ ਪੈਰਾਂ 'ਚ ਬੈਠ ਗਿਆ। ਉਹਦੀਆਂ ਅੱਖਾਂ 'ਚ ਅੱਥਰੂ ਸਨ। ਉਹਨੂੰ ਵੇਖ ਕੇ ਮੇਰਾ ਵੀ ਮਨ ਭਰ ਗਿਆ। ਮੈਂ ਦੱਸਿਆ ਕਿ ਲੱਤ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਕਿਸੇ ਨੇ ਕੋਲਾ ਰੱਖਿਆ ਹੋਵੇ। ਉਸ ਦਿਨ ਮੈਨੂੰ ਲੱਤ ਕੁਝ ਪਤਲੀ ਵੀ ਮਹਿਸੂਸ ਹੋਈ ਕਿਉਂਕਿ ਪਲਸਤਰ ਗੋਡੇ ਦੇ ਉੱਪਰੋਂ ਕਾਫੀ ਢਿੱਲਾ ਹੋ ਗਿਆ ਸੀ। ਬਹੁਤ ਚਿਰ ਮੇਰੇ ਪਾਸ ਬੈਠੇ ਰਹੇ। ਕਈ ਹੋਰ ਗੱਲਾਂ ਮੇਰਾ ਦਿਲ ਕਿਸੇ ਹੋਰ ਪਾਸੇ ਪਾਉਣ ਲਈ ਕਰਦੇ ਰਹੇ। ਰਾਤ ਦੀ ਪਾਰਟੀ ਦੀਆਂ, ਸ਼ਰਾਬ ਦੀਆਂ, ਪਾਰਟੀ 'ਚ ਆਏ ਬੰਦਿਆਂ ਦੀਆਂ। 4-5 ਘੰਟੇ ਬਾਅਦ ਜਦੋਂ ਤੁਰਨ ਲੱਗੇ ਤਾਂ ਮੈਨੂੰ ਫੇਰ ਇਕੱਲਤਾ ਦਾ ਅਹਿਸਾਸ ਹੋਣ ਲੱਗਾ। ਚਰਨ ਨੇ ਜਦੋਂ ਕਿਹਾ, ਚੰਗਾ ਵੀਰਾ ਜੀ, ਤੇ ਉਹਦਾ ਰੋਣ ਨਿਕਲ ਗਿਆ। ਮੇਰਾ ਵੀ ਰੋਣ ਨਿਕਲ ਗਿਆ। ਉਹ ਚਲੇ ਗਏ ਤੇ ਮੈਂ ਹੁਣ ਇਕੱਲਾ ਸੀ। ਉਸ ਦਿਨ ਮੇਰੇ ਸਾਥੀ ਲੈਂਬਰ ਨਾਲ ਕਿਤੇ ਹੋਰ ਕੰਮ ਕਰਦਾ ਸੀ। ਮੈਂ ਇਕੱਲਾ ਘਰ ਰਹਿ ਗਿਆ। ਜੱਗੀ ਤੇ ਮਨਜੀਤ ਵੀ ਅੱਜ ਨਹੀਂ ਆਏ। ਘੁਸਮੁਸਾ ਜਿਹਾ ਹੋਇਆ ਸੀ ਜਦੋਂ ਇੱਕ ਕਾਰ ਆ ਕੇ ਰੁਕੀ। ਥੋੜੇ ਚਿਰ ਬਾਅਦ ਸਕੱਤਰ, ਪ੍ਰੀਤਮ, ਲੈਂਬਰ, ਬਲਵਿੰਦਰ ਤੇ ਗੁਰਮੇਲ ਆ ਗਏ। ਹੱਥ 'ਚ ਵਿਸਕੀ ਦੀ ਬੋਤਲ, ਕਹਿਣ ਪੀਣੀ ਹੈ। ਇੱਕ ਹਾੜਾ ਸਭ ਨੇ ਲਾਇਆ। ਪ੍ਰੀਤਮ ਕਹਿਣ ਲੱਗਾ ਕਿ ਸਾਨੂੰ ਪਤਾ ਲੱਗ ਗਿਆ ਸੀ ਕਿ ਲੱਤ ਬਹੁਤ ਦੁਖਦੀ ਹੈ। ਅਸੀਂ ਦੁਪਹਿਰ ਨੂੰ ਕਾਰਾਂ ਲੈ ਕੇ ਤੁਰ ਪਏ ਤੇ 350 ਕਿਲੋਮੀਟਰ ਦਾ ਸਫ਼ਰ ਕਰਕੇ ਤੈਨੂੰ ਵੇਖਣ ਪਹੁੰਚ ਗਏ। ਫਿਰ ਲੈਂਬਰ ਕੋਲ ਗਏ। ਉੱਥੋਂ ਲੈਂਬਰ ਤੇ ਬਲਦੇਵ ਨੂੰ ਨਾਲ ਲੈ ਕੇ ਆ ਗਏ। ਬਾਕੀ ਸਾਰੇ ਉੱਥੇ ਹਨ, ਤੂੰ ਵੀ ਸਾਡੇ ਨਾਲ ਚੱਲ। ਮੈਂ ਕਿਹਾ ਕਿ ਮੈਂ ਤਾਂ ਇਕੱਲਾ ਹੀ ਸੀਟ ਤੇ ਬੈਠਾਂਗਾ, ਕਾਰ ਇੱਕ ਹੈ, ਬਾਕੀ ਕਿਵੇਂ ਕਰਾਂਗੇ? ਉਹ ਕਹਿਣ, ਕੋਈ ਨਹੀਂ। ਸਕੱਤਰ ਤੇ ਬਲਦੇਵ ਕਹਿਣ, ਤੁਹਾਨੂੰ ਭਾਜੀ ਜ਼ਰੂਰ ਨਾਲ ਲਿਜਾਣਾ ਹੈ, ਅਸੀਂ ਦੋਵੇਂ ਜਣੇ ਕਾਰ ਦੀ ਡਿੱਗੀ 'ਚ ਬੈਠ ਜਾਂਗੇ। ਮੈਂ ਕਿਹਾ, ਇਸ ਤਰ੍ਹਾਂ ਔਖਾ ਹੈ। ਉਹਨਾਂ ਮੇਰੀ ਇੱਕ ਨਾ ਸੁਣੀ। ਪ੍ਰੀਤਮ, ਜਿਹੜਾ ਸਭ ਤੋਂ ਵੱਧ ਤਕੜਾ ਤੇ ਜਵਾਨ ਹੈ, ਕਹਿਣ ਲੱਗਾ, ਇਹ ਫੌੜੀਆਂ ਪਰਾਂ ਸੁੱਟੋ ਤੇ ਮੈਂ ਤੁਹਾਨੂੰ ਚੁੱਕ ਕੇ ਕਾਰ 'ਚ ਬਿਠਾ ਦਿੰਦਾ। ਉਹ ਚੱਕੀ ਜਾਵੇ। ਮੈਨੂੰ ਡਰ ਲੱਗੇ ਜੇ ਡਿੱਗ ਪਿਆ ਤਾਂ ਸੱਟ ਹੋਰ ਲੱਗ ਜਾਏਗੀ। ਅਖੀਰ ਉਹਨੂੰ ਸਮਝਾ ਕੇ
ਫੌੜੀਆਂ ਦੇ ਸਹਾਰੇ ਕਾਰ ਤੱਕ ਗਿਆ। ਲੈਂਬਰ ਨੇ ਕਾਰ ਦੀ ਡਿੱਗੀ ਖੋਲ੍ਹਤੀ। ਸਕੱਤਰ ਤੇ ਬਲਦੇਵ ਦੋਵੇਂ ਡਿੱਗੀ 'ਚ ਲੰਮੇ ਪੈ ਗਏ। ਡਿੱਗੀ ਬੰਦ ਕਰਤੀ। ਮੈਂ ਲੱਤ ਪਸਾਰ ਕੇ ਪਿਛਲੀ ਸੀਟ ਤੇ ਬੈਠ ਗਿਆ। ਬਲਵਿੰਦਰ ਮੇਰੇ ਕੋਲ ਬੈਠ ਗਿਆ। ਪ੍ਰੀਤਮ ਤੇ ਬਲਦੇਵ ਮੋਹਰੇ ਲੈਂਬਰ ਨਾਲ ਬੈਠ ਗਏ। 15-20 ਕਿਲੋਮੀਟਰ ਪਹਾੜੀ ਰਾਹ ਤੇ ਲੈਂਬਰ ਕਦੀ ਤੇਜ਼ ਕਦੀ ਹੌਲੀ ਕਾਰ ਚਲਾ ਕੇ ਸਕੱਤਰ ਤੇ ਬਲਦੇਵ ਨੂੰ ਛੇੜਦਾ ਰਿਹਾ। ਉਹਨਾਂ ਪਾਸ ਬਚੀ ਹੋਈ ਵਿਸਕੀ ਦਾ ਪਾਈਆ ਪਿਆ ਸੀ। ਉਹ ਮੂੰਹ ਲਾ ਕੇ ਪੀਂਦੇ ਰਹੇ। ਪਿੱਛੇ ਖੁਸ਼ੀ 'ਚ ਚੀਕਾਂ ਮਾਰਦੇ ਗਏ। ਜਦੋਂ ਅਸਲੀ ਟਿਕਾਣੇ ਤੇ ਪਹੁੰਚੇ ਤਾਂ ਪ੍ਰੀਤਮ ਬਾਕੀਆਂ ਨੂੰ ਕਹਿਣ ਲੱਗਾ, ਅਸੀਂ 2 ਸੂਰ ਫੜ ਕੇ ਲਿਆਂਦੇ ਆ, ਪਿੱਛੇ ਡਿੱਗੀ 'ਚ ਹੈ। ਸਭ ਇਕੱਠੇ ਹੋ ਗਏ। ਮਨਸੂਰ, ਦਾਰੀ, ਜੀਤ ਛੋਟਾ ਤੇ ਸੀਨੀਅਰ ਕੱਚਾ। ਜਦੋਂ ਡਿੱਗੀ ਖੋਲੀ ਤਾਂ ਸਕੱਤਰ ਤੇ ਬਲਦੇਵ ਨਿਕਲੇ। ਕੁਝ ਸਮਾਂ ਹਾਸਾ ਪੈਂਦਾ ਰਿਹਾ। ਰਾਤ 11 ਵਜੇ ਤੱਕ ਦੌਰ ਚੱਲਦਾ ਰਿਹਾ। ਅਖੀਰ ਸੌਣ ਦੀ ਤਿਆਰੀ ਹੋਈ। ਮੇਰਾ ਭਾਣਜਾ ਗੁਰਮੇਲ ਘੱਟ ਪੀਂਦਾ, ਬਾਕੀ ਕਹਿਣ ਸਾਰੇ ਇੱਥੇ ਸੌਈਏ, ਪਰ ਉਹ ਨਾ ਮੰਨਿਆ। ਸਕੱਤਰ ਜੋ ਭਾਵੇਂ ਸ਼ਰਾਬੀ ਸੀ, ਪਰ ਮੇਰੀ ਲੱਤ ਦਾ ਉਹਨੂੰ ਪੂਰਾ ਫਿਕਰ ਸੀ। ਅਖੀਰ ਸਾਰੇ ਸੌਂ ਗਏ। ਮੈਨੂੰ ਸਕੱਤਰ ਤੇ ਗੁਰਮੇਲ ਲੈ ਕੇ ਇੱਕ ਖਤਰਨਾਕ ਪਹਾੜੀ ਰਾਹ ਤੇ ਤੁਰ ਪਏ। ਡਰਦੇ ਡਰਦੇ ਅਸੀਂ ਘਰ 12 ਵਜੇ ਪਹੁੰਚੇ। ਸਵੇਰੇ ਬਾਕੀ ਵੀ ਉੱਠ ਕੇ ਆ ਗਏ ਕਿ ਰਾਤੀ ਸ਼ਰਾਬੀ ਕਿਤੇ ਐਕਸੀਡੈਂਟ ਨਾ ਕਰ ਬੈਠੇ ਹੋਣ। ਲੈਂਬਰ ਜਲੰਧਰ ਜ਼ਿਲ੍ਹੇ ਦਾ ਹੈ। ਉਹਦਾ ਪਿੰਡ ਜਲੰਧਰ ਛਾਉਣੀ ਦੇ ਲਾਗੇ ਵਿਸਰਾਮਪੁਰ ਹੈ। ਸਕੱਤਰ ਰਾਜੀ ਅੰਮ੍ਰਿਤਸਰ ਜ਼ਿਲ੍ਹੇ ਦਾ ਹੈ। ਉਹਦਾ ਪਿੰਡ ਰਈਏ ਦੇ ਪਾਸ ਹੈ। ਪ੍ਰੀਤਮ ਜੱਸੀ ਪਟਿਆਲੇ ਜ਼ਿਲ੍ਹੇ ਦਾ ਹੈ। ਉਹਦਾ ਪਿੰਡ ਰਾਜਾ ਸਾਂਸੀ ਦੇ ਪਾਸ ਹੈ। ਬਲਦੇਵ ਲੁਧਿਆਣੇ ਜ਼ਿਲ੍ਹੇ ਦਾ, ਉਹਦਾ ਪਿੰਡ ਜਗਰਾਵਾਂ ਪਾਸ ਹੈ। ਮੇਰਾ ਸਾਥੀ ਰੇਸ਼ਮ ਧੀਰ ਜਲੰਧਰ ਜ਼ਿਲ੍ਹੇ ਦਾ ਹੈ। ਛੋਟਾ ਜੀਤ ਮਹਿਮਦਪੁਰ ਦਾ ਹੈ। ਆਦਮਪੁਰ ਦੇ ਪਾਸ ਦਾ ਤੇ ਮੇਰੇ ਭਣੋਈਏ ਤੀਰਥ ਦਾ ਛੋਟਾ ਭਰਾ ਹੈ। ਗੁਰਮੇਲ ਮੇਰਾ ਭਾਣਜਾ ਹੈ। ਮੇਰੇ ਤਾਈ ਦੀ ਧੀ ਦਾ ਲੜਕਾ ਬਹਿਰਾਮ ਭੋਗਪੁਰ ਕੋਲ ਦਾ ਹੈ। ਇਹ ਕੱਚਿਆਂ ਪੱਕਿਆਂ ਦੀ ਢਾਣੀ ਦੂਜੇ ਦਿਨ ਵੀ ਪੀਂਦੀ ਰਹੀ ਤੇ ਦੁਪਹਿਰ ਤੋਂ ਬਾਅਦ ਮੇਲਾ ਛਿੜ ਗਿਆ। ਉਸੇ ਦਿਨ ਸ਼ਾਮ ਨੂੰ ਬਲਵੀਰ, ਉਹਦੇ ਨਾਲ ਸ਼ਕੀਨ, ਦਾਰੀ ਉਹਦਾ ਭਰਾ ਤੇ ਜੂਲੀ ਦਾਰੀ ਦੀ ਪਤਨੀ ਗੋਰੀ ਸ਼ਾਮ ਨੂੰ ਆ ਗਏ। ਕਾਰਾਂ 2 ਸਨ। ਦੂਜੇ ਦਿਨ ਬਲਬੀਰ ਤੇ ਸ਼ਕੀਨ ਸੇਬਾਂ ਦੇ ਕੰਮ ਦਾ ਪਤਾ ਕਰਨ ਚਲੇ ਗਏ। ਜੂਲੀ ਤੇ ਦਾਰੀ ਮੇਰੇ ਪਾਸ ਰਹੇ। ਰੋਟੀ ਜੂਲੀ ਨੇ ਤਿਆਰ ਕੀਤੀ। ਸ਼ਾਮ ਨੂੰ ਬਲਬੀਰ ਹੋਰੀ ਵੀ ਆ ਗਏ। ਉਹਨਾਂ 1 ਹਫ਼ਤਾ ਇੱਥੇ ਕੰਮ ਕਰਨਾ ਸੀ। ਬਲਬੀਰ ਕਹਿਣ ਲੱਗਾ ਕਿ ਤੁਸੀਂ ਡਾਕਟਰ ਪਾਸ ਜੂਲੀ ਦੇ ਨਾਲ ਚਲੇ ਜਾਣਾ। ਉਂਝ ਬਲਦੇਵ ਨੇ ਵੀ ਜਾਣਾ ਸੀ। ਉਹਨੇ ਕਿਹਾ ਬਲਦੇਵ ਦਾ ਕੰਮ ਨਹੀਂ ਛਡਾਉਣਾ। ਬਲਦੇਵ 12 ਮਾਰਚ ਨੂੰ ਰਾਤ ਨੂੰ ਪਤਾ ਕਰਨ ਆਇਆ, ਸਵੇਰੇ ਜਾਣ ਦਾ। ਮੈਂ ਤੇ ਬਲਬੀਰ ਨੇ ਕਿਹਾ ਕਿ ਜੂਲੀ ਲੈ ਜਾਏਗੀ, ਤੂੰ ਕੰਮ ਨਾ ਛੱਡੀ। ਅਸੀਂ ਰਾਤ ਨੂੰ ਥੋੜ੍ਹੀ ਪੀ ਕੇ ਸੌਂ ਗਏ। ਸਵੇਰੇ ਕੰਮ ਤੇ ਜਾਣ ਲੱਗੇ। ਬਲਬੀਰ ਤੇ ਦਾਰੀ ਕਹਿਣ ਲੱਗੇ ਜੂਲੀ ਨੂੰ ਯਾਦ ਕਰਵਾ ਦੇਈਂ ਡਾਕਟਰ ਦੇ ਜਾਣ ਦਾ। ਉਹ ਨਾਲ ਦੇ ਕਮਰੇ 'ਚ ਸੁੱਤੀ ਪਈ ਸੀ। ਮੈਂ ਸੁੱਤਾ ਰਿਹਾ। ਜਦੋਂ ਉੱਠਿਆ ਤਾਂ ਜੂਲੀ ਤਿਆਰ ਸੀ। ਮੈਂ ਤੌਲੀਏ ਨਾਲ ਸਰੀਰ ਸਾਫ਼ ਕੀਤਾ। ਜੂਲੀ ਨੇ ਸ਼ਾਹ ਵੇਲਾ ਤਿਆਰ ਕੀਤਾ। ਚਾਹ ਤੇ ਰੋਟੀ ਮੱਖਣ ਨਾਲ ਖਾ ਕੇ ਮੈਂ ਹਟਿਆ ਤਾਂ ਜੂਲੀ ਕਹਿਣ ਲੱਗੀ ਕਿ ਡਾਕਟਰ ਪਾਸ 10 ਵਜੇ ਪਹੁੰਚਣਾ ਹੈ। 9 ਵਜੇ ਚੱਲ ਪਈਏ। ਮੈਂ ਪਿਛਲੀ ਸੀਟ ਤੇ ਬੈਠ ਗਿਆ। ਜੂਲੀ ਕਾਰ ਚਲਾਉਣ ਲੱਗ ਪਈ। ਉਹ ਬਹੁਤ ਸੰਭਲ ਕੇ ਕਾਰ ਚਲਾਉਂਦੀ ਸੀ। ਉਹਨੂੰ ਬੱਚਾ ਹੋਣ ਵਾਲਾ ਸੀ। ਉਹਨੇ ਵੀ ਡਾਕਟਰ ਪਾਸ ਚੈੱਕ ਕਰਵਾਉਣਾ ਸੀ। ਅਸੀਂ 10 ਵਜੇ ਡਾਕਟਰ ਪਾਸ ਪਹੁੰਚ ਗਏ। ਮੇਰੀ ਚਿੱਠ ਡਾਕਟਰ ਦੇ ਸੈਕਟਰੀ ਨੇ ਲੈ ਕੇ ਡਾਕਟਰ ਨੂੰ ਦੱਸ ਦਿੱਤਾ। ਜੂਲੀ ਨੇ ਆਪਣਾ ਕੇਸ ਦੱਸਿਆ। ਸੈਕਟਰੀ ਨੇ ਹੋਰ ਡਾਕਟਰ ਨੂੰ ਫੋਨ ਕਰਕੇ ਜੂਲੀ ਨੂੰ ਸਮਾਂ ਲੈ ਦਿੱਤਾ। ਉਸ ਡਾਕਟਰ ਪਾਸ ਚਲੀ ਗਈ ਤੇ ਮੈਂ ਆਪਣੇ ਡਾਕਟਰ ਪਾਸ ਉਹਦੇ ਸੱਦੇ ਨੂੰ ਉਡੀਕਣ ਲੱਗ ਪਿਆ। ਸੋਚ ਰਿਹਾ ਸੀ ਪਤਾ ਨਹੀਂ ਕੀ ਬਣੇ, ਤੇ ਅੱਜ ਕਿਸੇ ਹੋਰ ਨਵੀਂ ਮੁਸੀਬਤ ਦਾ ਟਾਕਰਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰਦਾ ਰਿਹਾ। ਪਰ ਮੈਂ ਹੁਣ ਫੌੜੀਆਂ ਦਾ ਵਸਾਹ ਨਹੀਂ ਸੀ ਖਾਂਦਾ। ਕੁਰਸੀ ਤੇ ਬੈਠ ਕੇ ਵੀ ਪੱਟਾਂ ਤੇ ਰੱਖੀਆਂ ਹੋਈਆਂ ਸਨ। ਅੰਗ 5ਵਾਂ। ਥੋੜੇ ਚਿਰ ਬਾਅਦ ਹੀ ਸੈਕਟਰੀ ਮੈਨੂੰ ਨਾਲ ਲੈ ਕੇ ਡਾਕਟਰ ਪਾਸ ਚਲੀ ਗਈ। ਡਾਕਟਰ ਆਪਣੀ ਕੁਰਸੀ ਤੋਂ ਉੱਠ ਕੇ ਮੇਰੇ ਪਾਸ ਆ ਗਿਆ। ਆਪਣੀ ਆਦਤ ਅਨੁਸਾਰ ਹੱਸ ਕੇ ਮਿਲਿਆ, ਹਾਲ ਪੁੱਛਿਆ। ਮੈਂ ਕਿਹਾ ਦਰਦ ਬਹੁਤ ਹੁੰਦੀ ਹੈ। ਇਸ ਤਰ੍ਹਾਂ ਲੱਗਦਾ ਜਿਵੇਂ ਕਿਸੇ ਨੇ ਗੋਡੇ ਦੇ ਅੰਦਰਲੇ ਪਾਸੇ ਅੱਗ ਰੱਖਤੀ ਹੋਵੇ। ਡਾਕਟਰ ਮੇਰੀ ਗੱਲ ਸੁਣ ਕੇ ਗੰਭੀਰ ਹੋ ਗਿਆ। ਉਹਦੇ ਚਿਹਰੇ ਤੋਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਦਰਦ ਮੇਰੇ ਨਹੀਂ ਉਹਦੇ ਹੋ ਰਹੀ ਹੋਵੇ। ਥੋੜਾ ਚਿਰ ਸੋਚਦਾ ਰਿਹਾ ਤੇ ਕਹਿਣ ਲੱਗਾ, ਮਿਸਟਰ ਸਿੰਘ ਦਾਖਲ ਹੋਣਾ ਪਏਗਾ। ਮੈਂ ਕਿਹਾ ਕਦੋਂ? ਉਹਨੇ ਕਿਹਾ ਚੰਗਾ ਤੇ ਇਹ ਹੈ ਕਿ ਅੱਜ ਹੀ ਹੁਣੇ ਦਾਖਲ ਹੋ ਜਾਓ। ਮੈਂ ਕਿਹਾ ਠੀਕ ਹੈ। ਉਹਨੇ ਉਸੇ ਵਕਤ ਹਸਪਤਾਲ ਨੂੰ ਫੋਨ ਕੀਤਾ। ਡਾਕਟਰ ਡੈਵਲਿਨ ਨੂੰ ਕਿਹਾ ਕਿ ਮੈਂ ਮਿਸਟਰ ਸਿੰਘ ਨੂੰ ਭੇਜ ਰਿਹਾ, ਇਹਨੂੰ ਦਾਖਲ ਕਰ ਲਓ। ਸੋਮਵਾਰ ਇਹਦਾ ਆਪਰੇਸ਼ਨ ਕਰਾਂਗੇ। ਉਹਨੇ ਮੈਨੂੰ 2 ਹਫ਼ਤੇ ਦਾ ਸਰਟੀਫਿਕੇਟ ਬਣਾ ਦਿੱਤਾ ਤੇ ਬਾਕੀ ਕਾਗਜ਼ ਆਪਣੀ ਸੈਕਟਰੀ ਨੂੰ ਤਿਆਰ ਕਰਨ ਲਈ ਕਿਹਾ। ਮੈਂ ਸੈਕਟਰੀ ਪਾਸ ਕਾਗਜ਼ ਲੈਣ ਲਈ ਖੜਾ ਸੀ। ਉਹ ਬੋਲੀ ਤੁਸੀਂ ਬੈਠ ਜਾਓ, ਜਦੋਂ ਤੁਹਾਡੀ ਪਤਨੀ ਆਈ ਉਸ ਵਕਤ ਚਲੇ ਜਾਣਾ। ਮੈਂ ਹੱਸ ਪਿਆ ਤੇ ਕਿਹਾ ਕਿ ਉਹ ਮੇਰੀ ਪਤਨੀ ਨਹੀਂ, ਮੇਰੀ ਦੋਸਤ ਦੀ ਹੈ। ਉਹਨੇ ਇਸ ਭੁੱਲ ਦੀ ਮਾਫੀ ਮੰਗੀ। ਮੈਂ ਕਾਗਜ਼ ਲੈ ਕੇ ਬਾਹਰ ਕਾਰ ਪਾਸ ਆ ਖੜਾ ਹੋਇਆ। ਜਦ ਨੂੰ ਜੂਲੀ ਕੁਝ ਸਮਾਨ ਲੈ ਕੇ ਆ ਗਈ। ਉਹਨੇ ਪੁੱਛਿਆ ਕੀ ਦੱਸਿਆ? ਮੈਂ ਕਿਹਾ ਹਸਪਤਾਲ 'ਚ ਦਾਖਲ ਹੋਣਾ ਹੈ, ਅੱਜ ਹੀ ਹੁਣੇ ਜਾ ਕੇ। ਸੋਮਵਾਰ ਆਪਰੇਸ਼ਨ ਹੋਣਾ ਹੈ। ਆਪਰੇਸ਼ਨ ਦਾ ਸੁਣ ਕੇ ਜੂਲੀ ਦਾ ਚਿਹਰਾ ਵੀ ਕੁਝ ਉਦਾਸ ਜਿਹਾ ਹੋ ਗਿਆ। ਮੈਂ ਉਹਨੂੰ ਹਸਪਤਾਲ ਦਾ ਰਾਹ ਦੱਸਿਆ।
ਫਟੜਾਂ ਦੇ ਵਾਰਡ ਦੇ ਸਾਹਮਣੇ ਕਾਰ ਰੋਕੀ। ਮੈਨੂੰ ਇੱਕ ਨਰਸ ਨੇ ਗੇਟ ਖੋਲ੍ਹ ਕੇ ਅੰਦਰ ਲੰਘਾਇਆ ਤੇ ਜੂਲੀ ਕਾਰ ਖੜੀ ਕਰਨ ਚਲੀ ਗਈ। ਡਿਊਟੀ ਵਾਲੀ ਨਰਸ ਨੂੰ ਮੈਂ ਆਪਣੀ ਚਿੱਟ ਦਿੱਤੀ। ਉਹਨੇ ਡਾਕਟਰ ਡੈਵਲਿਨ ਨੂੰ ਫੋਨ ਕੀਤਾ ਕਿ ਮਿਸਟਰ ਸਿੰਘ ਆ ਗਿਆ। ਡਾਕਟਰ ਨੇ ਕਿਹਾ ਇਹਨੂੰ ਭੇਜ ਦਿਓ। ਨਰਸ ਕਹਿਣ ਲੱਗੀ ਥੋੜ੍ਹੀ ਦੇਰ ਠਹਿਰ ਜਾਓ, ਜਦੋਂ ਤੁਹਾਡੀ ਪਤਨੀ ਕਾਰ ਖੜੀ ਕਰਕੇ ਆ ਜਾਏਗੀ ਫਿਰ ਮੈਂ ਤੁਹਾਨੂੰ ਛੱਡ ਆਵਾਂਗੀ। ਮੈਂ ਕਿਹਾ ਉਹ ਮੇਰੇ ਦੋਸਤ ਦੀ ਪਤਨੀ ਹੈ, ਮੇਰੀ ਨਹੀਂ। ਉਹ ਹੱਸ ਪਈ ਤੇ ਖਿਮਾ ਮੰਗੀ। ਥੋੜ੍ਹੇ ਚਿਰ ਬਾਅਦ ਜੂਲੀ ਆ ਗਈ ਤੇ ਨਰਸ ਨੇ ਸਾਨੂੰ ਦਾਖਲ ਕਰਨ ਵਾਲੇ ਵਾਰਡ ਦਾ ਦੱਸ ਦਿੱਤਾ ਜੋ ਨਾਲ ਹੀ ਸੀ। ਅਸੀਂ ਦਾਖਲ ਕਰਨ ਵਾਲੀ ਨਰਸ ਪਾਸ ਗਏ। ਉਹਨੇ ਫਾਰਮ ਭਰਿਆ। ਭਰਦੀ ਜੂਲੀ ਨੂੰ ਕਹਿਣ ਲੱਗੀ ਤੁਹਾਡੇ ਪਤੀ ਦੇ ਸੱਟ ਕਿਵੇਂ ਲੱਗ ਗਈ? ਜੂਲੀ ਹੱਸ ਪਈ, ਮੈਂ ਵੀ ਹੱਸ ਪਿਆ। ਫਿਰ ਮੈਂ ਕਿਹਾ ਇਹ ਮੇਰੇ ਦੋਸਤ ਦੀ ਪਤਨੀ ਹੈ, ਮੇਰੀ ਨਹੀਂ। ਉਹਨੇ ਮਾਫੀ ਮੰਗ ਲਈ। ਮੈਨੂੰ ਦਾਖਲ ਕਰਨ ਦੇ ਕਾਗਜ਼ ਪੱਤਰ ਭਰ ਲਏ ਤੇ ਇੰਨੇ ਨੂੰ ਇੱਕ ਕਰਮਚਾਰੀ ਰੁੜਨ ਵਾਲੀ ਕੁਰਸੀ ਲੈ ਆਇਆ। ਮੈਂ ਕਿਹਾ ਇਹ ਕਿਸ ਲਈ? ਕਹਿਣ ਲੱਗਾ ਤੁਹਾਡੇ ਲਈ ਹੈ, ਬੈਠ ਜਾਓ, ਮੈਂ ਤੁਹਾਨੂੰ ਲੈ ਚੱਲਦਾ। ਮੈਂ ਨਾ ਚਾਹੁੰਦਾ ਹੋਇਆ ਵੀ ਉਸ ਕੁਰਸੀ ਤੇ ਬੈਠ ਗਿਆ। ਫਿਰ ਮੈਂ ਜੂਲੀ ਤੇ ਉਹ ਕਰਮਚਾਰੀ ਇੱਕ ਲਿਫਟ ਵਿੱਚ ਪਹਿਲੀ ਮੰਜ਼ਿਲ ਤੇ ਆ ਗਏ। ਨਾਲ ਹੀ ਵਾਰਡ ਸੀ ਜਿੱਥੇ ਹੱਡੀਆਂ ਦਾ ਵਾਰਡ ਲਿਖਿਆ ਸੀ। ਮੈਨੂੰ ਇੱਕ ਕਮਰੇ 'ਚ ਜਿਸ ਵਿੱਚ ਸਿਰਫ ਇੱਕ ਹੀ ਬੈੱਡ ਸੀ ਲੈ ਗਏ। ਕਮਰਾ ਬਹੁਤ ਖੁੱਲ੍ਹਾ ਸੀ, ਰੰਗਦਾਰ ਪਰਦੇ ਲੱਗੇ ਸੀ, ਰੇਡੀਓ ਤੇ ਸੰਗੀਤ ਚਾਲੂ ਸੀ। ਇੱਕ ਨਰਸ ਤੇ ਉਸ ਕਰਮਚਾਰੀ ਨੇ ਮੈਨੂੰ ਸਹਾਰਾ ਦੇ ਕੇ ਬੈੱਡ ਤੇ ਲਿਟਾ ਦਿੱਤਾ। ਫਿਰ ਉਹ ਕਰਮਚਾਰੀ ਚਲਾ ਗਿਆ। ਇੰਨੇ ਚਿਰ ਨੂੰ ਇੱਕ ਹੋਰ ਨਰਸ ਆ ਗਈ। ਉਹਨਾਂ ਜੂਲੀ ਨੂੰ ਬਾਹਰ ਜਾਣ ਲਈ ਕਿਹਾ। ਫਿਰ ਉਹਨਾਂ ਮੇਰੀ ਕਮੀਜ਼ ਲਾਈ, ਹਸਪਤਾਲ ਦੀ ਕਮੀਜ਼ ਪਵਾ ਦਿੱਤੀ, ਮਗਰੋਂ ਪੈਂਟ ਲਾ ਕੇ ਆਪਣਾ ਹਸਪਤਾਲ ਦਾ ਪਜਾਮਾ ਪਵਾ ਦਿੱਤਾ। ਉਹ ਬਾਹਰ ਚਲੇ ਗਈਆਂ। ਥੋੜ੍ਹੇ ਚਿਰ ਬਾਅਦ ਜੂਲੀ ਹੱਸਦੀ ਅੰਦਰ ਆਈ। ਮੈਂ ਕਿਹਾ ਕੀ ਗੱਲ ਹੈ? ਕਹਿਣ ਲੱਗੀ ਮੈਨੂੰ ਨਰਸਾਂ ਕਹਿੰਦੀਆਂ ਹੁਣ ਤੂੰ ਆਪਣੇ ਪਤੀ ਨੂੰ ਮਿਲ ਸਕਦੀ ਹੈ। ਮੈਂ ਵੀ ਹੱਸ ਪਿਆ। ਜਦੋਂ ਮੈਂ ਜੂਲੀ ਨੂੰ ਦੱਸਿਆ ਕਿ ਡਾਕਟਰ ਦੀ ਸੈਕਟਰੀ ਤੇ ਡਿਊਟੀ ਵਾਲੀ ਨਰਸ ਵੀ ਇਸ ਤਰ੍ਹਾਂ ਕਹਿੰਦੀ ਸੀ ਤਾਂ ਜੂਲੀ ਬਹੁਤ ਹੱਸੀ। ਫਿਰ ਜੋ ਸਮਾਨ ਮੈਨੂੰ ਚਾਹੀਦਾ ਸੀ ਉਸ ਪੁੱਛਿਆ। ਸਮਾਨ ਦੱਸਣ ਲੱਗਾ ਤਾਂ ਨਰਸ ਨੇ ਕਿਹਾ ਦੰਦਾਂ ਵਾਲਾ ਬਰਸ਼, ਸ਼ੇਵਰ, ਸਾਬਣ ਆਦਿ ਹਰ ਚੀਜ਼ ਅਸੀਂ ਦੇਣੀ ਹੈ। ਕੱਪੜੇ ਵੀ ਸਾਡੇ ਹੀ ਹੋਣਗੇ, ਤੁਸੀਂ ਕੁਝ ਨਾ ਮੰਗਾਓ। ਫਿਰ ਮੈਂ ਜੂਲੀ ਨੂੰ ਟੇਪ ਰਿਕਾਰਡਰ, ਕੁਝ ਪੰਜਾਬੀ ਰੀਲਾਂ ਤੇ ਅੰਡਰਵੇਅਰ ਲਿਆਉਣ ਲਈ ਕਿਹਾ। ਉਹ ਅਗਲੇ ਦਿਨ ਆਉਣ ਲਈ ਕਹਿ ਕੇ ਚਲੇ ਗਈ। ਜਲਦੀ ਇੱਕ ਨਰਸ ਕੁਝ ਵੱਡੇ ਜਮੂਰ ਜਿਹੇ, ਇੱਕ ਗੋਲ ਆਰੀ ਜਿਹੀ, ਉਹਦੇ ਨਾਲ ਬਿਜਲੀ ਦੀ ਤਾਰ ਤੇ ਹੋਰ ਕਿੰਨਾ ਹੀ ਸਮਾਨ ਰੱਖ ਗਈ। ਮੈਂ ਸੋਚ ਰਿਹਾ ਸੀ ਕਿ ਪਲਸਤਰ ਕੱਟ ਕਿਵੇਂ ਹੋਏਗਾ। ਥੋੜ੍ਹੇ ਚਿਰ ਬਾਅਦ ਡਾਕਟਰ ਡੈਵਲਿਨ ਆ ਗਿਆ। ਨਰਸ ਨੂੰ ਕਹਿ ਕੇ ਪਜਾਮਾ ਲਾਤਾ, ਹੇਠਾਂ ਇੱਕ ਲੰਮਾ ਤੇ ਕਾਫੀ ਵੱਡਾ ਮੋਮਜਾਮਾ ਵਿਛਾ ਦਿੱਤਾ। ਫਿਰ ਆਰੀ ਦੀ ਤਾਰ ਪਲੱਗ ਚਲਾ ਕੇ ਆਰੀ ਦਾ ਹੱਥ ਵਿਚਲਾ ਬਟਨ ਦਬਾ ਦਿੱਤਾ। ਆਰੀ ਚੱਲ ਪਈ। ਫਿਰ ਮੇਰਾ ਸ਼ੱਕ ਦੂਰ ਕਰਨ ਲਈ ਮੈਨੂੰ ਹੱਥ ਲਾਉਣ ਨੂੰ ਕਿਹਾ ਤੇ ਫਿਰ ਅੰਦਰਲੇ ਗਿੱਟੇ ਕੋਲੋਂ ਪਲਸਤਰ ਕੱਟਣ ਲੱਗ ਪਿਆ। ਉਹਦੀ ਮਦਦ ਲਈ ਇੱਕ ਨਰਸ ਕੋਲ ਖੜੀ ਸੀ। ਜਦੋਂ ਆਰੀ ਗਰਮ ਹੋ ਜਾਏ ਤਾਂ ਥੋੜ੍ਹਾ ਚਿਰ ਰੁਕ ਕੇ ਪਲਸਤਰ ਲੰਬੇ ਤਰ੍ਹਾਂ ਕੱਟ ਦਿੱਤਾ। ਫਿਰ ਜਿੱਥੋਂ ਕਿਤੋਂ ਥੋੜ੍ਹਾ ਜਿਹਾ ਹੇਠੋਂ ਜੁੜਿਆ ਰਹਿ ਗਿਆ ਉੱਥੋਂ ਕੱਟਿਆ, ਮਗਰੋਂ ਜਮੂਰ ਪਾ ਕੇ ਖੋਲ੍ਹ ਲਿਆ। ਜਦੋਂ ਹੱਥ ਪੈਣ ਜੋਗਾ ਖੁੱਲ੍ਹ ਗਿਆ ਤਾਂ ਨਰਸ ਤੇ ਡਾਕਟਰ ਨੇ ਜ਼ੋਰ ਲਾ ਕੇ ਤੋੜ ਦਿੱਤਾ। 1 ਮਹੀਨੇ ਬਾਅਦ ਲੱਤ ਦੇਖੀ। ਲੱਤ ਦੂਸਰੀ ਲੱਤ ਨਾਲੋਂ ਪਤਲੀ ਸੀ। ਮੈਂ ਡਾਕਟਰ ਨੂੰ ਪੁੱਛਿਆ। ਉਹਨੇ ਕਿਹਾ ਕਿ ਪਲਸਤਰ ਕਰਕੇ ਖੂਨ ਦਾ ਦੌਰਾ ਪੂਰੀ ਤਰ੍ਹਾਂ ਨਹੀਂ ਚੱਲਿਆ, ਇਸ ਕਰਕੇ ਹੈ। ਲੱਤ ਦਾ ਰੰਗ ਮੈਲ ਨਾਲ ਕਾਲਾ ਹੋ ਗਿਆ ਸੀ। ਹੱਥ ਲਾਏ ਤੇ ਉੱਪਰੋਂ ਚਮੜੀ ਦਰਦ ਕਰਦੀ ਸੀ ਤੇ ਲੱਤ ਸੁੱਤੀ ਲੱਗਦੀ ਸੀ। ਡਾਕਟਰ ਨੇ ਲੱਤ ਨੂੰ ਸਾਫ਼ ਕਰਨ ਲਈ ਕਿਹਾ। ਨਰਸ ਨੇ ਸਾਰੀ ਲੱਤ ਦੇ ਹੇਠਾਂ ਤੌਲੀਆ ਰੱਖ ਕੇ ਇੱਕ ਛੋਟਾ ਤੌਲੀਆ ਕੋਸੇ ਪਾਣੀ 'ਚ ਭਿਉਂ ਕੇ ਸਾਬਣ ਲਾ ਕੇ ਪੋਲਾ ਲੱਤ ਤੇ ਫੇਰਿਆ। ਇੱਕ ਸਾਫ਼ ਤੌਲੀਆ ਫੇਰ ਕੇ ਲੱਤ ਸਾਫ਼ ਕੀਤੀ। ਮਗਰੋਂ ਕਹਿਣ ਲੱਗੀ ਇੱਕ ਵਾਰੀ ਰਾਤੀ ਸੌਣ ਤੋਂ ਪਹਿਲਾਂ ਕਰਾਂਗੇ, ਫਿਰ ਸਾਫ਼ ਹੋ ਜਾਏਗੀ, ਹੁਣ ਬਹੁਤੀ ਨਹੀਂ ਮਲਦੀ। ਉਹਨੇ ਮਗਰੋਂ ਮੇਰਾ ਪਜਾਮਾ ਪਾ ਦਿੱਤਾ। ਆਪ ਮੇਰੇ ਲਈ ਸੰਤਰੇ ਦੇ ਜੂਸ ਦਾ ਜੱਗ ਤੇ ਗਲਾਸ ਇੱਕ ਟਰੇ 'ਚ ਰੱਖ ਕੇ ਉੱਪਰੋਂ ਇੱਕ ਸਾਫ਼ ਜਾਲੀਦਾਰ ਰੁਮਾਲ ਨਾਲ ਢੱਕ ਕੇ ਮੇਰੇ ਪਾਸ ਰੱਖ ਗਈ। ਮੇਰੀਆਂ ਫੌੜੀਆਂ ਦੂਰ ਪਈਆਂ ਸੀ। ਮੈਂ ਨਰਸ ਨੂੰ ਕਿਹਾ ਨੇੜੇ ਰੱਖ ਦਿਓ। ਉਹ ਹੱਸ ਪਈ ਤੇ ਮੇਰੇ ਸਿਰਹਾਣੇ ਵੱਲ ਲੱਗੇ ਬਟਨ ਵੱਲ ਇਸ਼ਾਰਾ ਕਰਕੇ ਬੋਲੀ ਜਦੋਂ ਤੁਸੀਂ ਉੱਠਣਾ ਹੋਵੇ ਬਟਨ ਦਬਾ ਦੇਣਾ, ਡਿਊਟੀ ਵਾਲੀ ਸਿਸਟਰ ਆ ਕੇ ਤੁਹਾਡੀ ਮਦਦ ਕਰੇਗੀ। ਤੁਸੀਂ ਆਪਣੇ ਆਪ ਨਹੀਂ ਉੱਠਣਾ। ਪਰ ਫੌੜੀਆਂ ਦੀ ਦੂਰੀ ਮੈਨੂੰ ਬੁਰੀ ਤਰ੍ਹਾਂ ਮਹਿਸੂਸ ਹੋ ਰਹੀ ਸੀ, ਜਿਵੇਂ ਸਰੀਰ ਦਾ ਇੱਕ ਭਾਗ ਕੱਟ ਕੇ ਮੈਥੋਂ ਦੂਰ ਰੱਖ ਦਿੱਤਾ ਹੋਵੇ। ਥੋੜ੍ਹੇ ਚਿਰ ਬਾਅਦ ਮੈਨੂੰ ਪਿਸ਼ਾਬ ਦੀ ਹਾਜਤ ਹੋਈ। ਮੈਂ ਬਟਨ ਦਬਾਤਾ। ਬਟਨ 'ਚ ਲਾਲ ਬੱਤੀ ਜਗ ਪਈ। ਨਾਲ ਹੀ ਨਰਸ ਮੇਰੇ ਕਮਰੇ 'ਚ ਆ ਗਈ। ਮੈਂ ਕਿਹਾ ਕਿ ਮੈਂ ਟਾਇਲਟ ਜਾਣਾ ਹੈ। ਉਹਨੇ ਇੱਕ ਸਟੀਲ ਦੀ ਬੋਤਲ ਪਿਸ਼ਾਬ ਕਰਨ ਲਈ ਲਿਆਤੀ। ਬੋਤਲ ਤੇ ਕਾਗਜ਼ ਦਾ ਢੱਕਣ ਸੀ। ਪਿਸ਼ਾਬ ਕਰਨ ਤੋਂ ਬਾਅਦ ਢੱਕਣ ਲਾ ਦੇਣਾ। ਮੈਨੂੰ ਇਸ ਤਰ੍ਹਾਂ ਪਿਸ਼ਾਬ ਕਰਨਾ ਬਹੁਤ ਅਜੀਬ ਲੱਗਾ। ਫਿਰ ਨਰਸ ਉਹ ਬੋਤਲ ਲੈ ਗਈ ਤੇ ਇੱਕ ਹੋਰ ਸਾਫ਼ ਬੋਤਲ ਰੱਖ ਗਈ। 3 ਵਜਣ 'ਚ ਕੁਝ ਸਮਾਂ ਰਹਿੰਦਾ ਸੀ ਜਦੋਂ 2 ਨਰਸਾਂ ਮੇਰੇ ਕਮਰੇ 'ਚ ਆਈਆਂ। ਇੱਕ ਨੇ ਕਿਹਾ ਮੇਰਾ ਨਾਂ ਕੈਥੀ ਕੈਲੀ ਹੈ ਤੇ ਦੂਜੀ ਬੋਲੀ ਮੇਰਾ ਜਰਮਨ ਨਾਮ ਮੋਨਿਕਾ। ਹੁਣ ਸਾਡੀ ਡਿਊਟੀ ਸ਼ੁਰੂ ਹੋਣੀ ਹੈ, ਕੋਈ ਤਕਲੀਫ ਹੋਵੇ ਤਾਂ ਦੱਸਣਾ। ਉਹ ਬਾਹਰ ਗਈਆਂ ਤਾਂ ਪਹਿਲੀ ਡਿਊਟੀ ਵਾਲੀਆਂ ਦੋਵੇਂ ਨਰਸਾਂ ਆ ਗਈਆਂ। ਇੱਕ ਜੋ ਮਧਰੇ ਕੱਦ ਦੀ ਛੋਟੀ ਜਿਹੀ ਸੀ ਉਹ ਬੋਲੀ ਮਿਸਟਰ ਸਿੰਘ ਮੇਰਾ ਨਾਮ ਡੈਲੀ ਕਾਸਟਲੀ ਹੈ, ਮੈਂ ਹੁਣ ਪਰਸੋਂ ਆਵਾਂਗੀ। ਦੋਵੇਂ ਗੁੱਡ ਬਾਏ ਕਹਿ ਕੇ ਚਲੀਆਂ ਗਈਆਂ।
ਕੁਝ ਚਿਰ ਬਾਅਦ ਕੈਥੀ ਕੈਲੀ ਮੇਰੇ ਸਿਰਹਾਣੇ ਤੋਂ ਬੋਤਲ ਵਿੱਚੋਂ ਥਰਮਾਮੀਟਰ ਕੱਢ ਕੇ ਮੇਰੇ ਮੂੰਹ 'ਚ ਲਾ ਕੇ ਆਪ ਬਲੱਡ ਪ੍ਰੈਸ਼ਰ ਚੈੱਕ ਕਰਨ ਲੱਗ ਪਈ। ਫਿਰ ਨਬਜ਼ ਦੀ ਪਰਖ ਕੀਤੀ, ਫਾਰਮ ਭਰ ਕੇ ਚਲੀ ਗਈ। ਮਗਰੋਂ ਕੁਝ ਗੋਲੀਆਂ ਲੈ ਕੇ ਆ ਗਈ ਤੇ ਮੇਰੇ ਮੂੰਹ 'ਚ ਪਾ ਕੇ ਦੁੱਧ ਦਾ ਗਲਾਸ ਫੜਾ ਦਿੱਤਾ। ਮੈਂ ਗੋਲੀਆਂ ਖਾਧੀਆਂ ਤਾਂ ਦਰਦ ਕੁਝ ਘਟ ਗਈ। 5 ਵਜੇ ਰਾਤ ਦਾ ਖਾਣਾ ਲੈ ਕੇ ਇੱਕ ਨਰਸ ਆ ਗਈ। ਕੁਝ ਮੀਟ, ਸਲਾਦ ਤੇ ਚਾਹ ਦੇ ਕੇ ਮੇਰੇ ਬੈੱਡ ਤੇ ਹੀ ਮੇਜ਼ ਜੋ ਵੱਡਾ ਛੋਟਾ ਹੋ ਜਾਂਦਾ ਕਰਕੇ ਤੇ ਖਾਣਾ ਰੱਖ ਕੇ ਚਲੀ ਗਈ। ਜਦੋਂ ਖਾਣਾ ਖਾ ਹਟਿਆ ਤਾਂ ਮੇਜ਼ ਪਰੇ ਕਰ ਦਿੱਤਾ। ਉਹਦੇ ਹੇਠ ਛੋਟੇ-ਛੋਟੇ ਪਹੀਏ ਲੱਗੇ ਸੀ। ਮੋਨਿਕਾ ਨਰਸ ਇੱਕ ਬੁਰਸ਼ ਦੰਦ ਸਾਫ਼ ਕਰਨ ਲਈ ਪੇਸਟ ਲੈ ਕੇ ਆ ਗਈ। ਮੈਂ ਬਰਸ਼ ਕੀਤਾ। ਉਹਨੇ ਤੌਲੀਆ ਭੇਂ ਕੇ ਮੇਰੀ ਪਿੱਠ ਸਾਫ਼ ਕੀਤੀ, ਫਿਰ ਪਾਊਡਰ ਪਾਇਆ। ਉਸ ਤੋਂ ਬਾਅਦ ਉਹਨੇ ਮੇਰੀ ਪਲਸਤਰ ਵਾਲੀ ਲੱਤ ਹੌਲੀ-ਹੌਲੀ ਧੋਤੀ, ਫਿਰ ਤੌਲੀਏ ਨਾਲ ਖੁਸ਼ਕ ਕੀਤੀ। ਮਗਰੋਂ ਲੱਤ ਨੂੰ ਬੜੇ ਧਿਆਨ ਨਾਲ ਵੇਖਣ ਲੱਗ ਪਈ। ਉਹਨੇ ਮੈਨੂੰ ਦੱਸਿਆ ਇਹ ਤੇ ਨਿੱਕੀਆਂ-ਨਿੱਕੀਆਂ ਫਿਣਸੀਆਂ ਹੋ ਗਈਆਂ ਹਨ। ਕੁਝ ਚਿਰ ਸੋਚ ਕੇ ਉਹਨੇ ਮੇਰੇ ਕਮਰੇ 'ਚ ਲੱਗੀ ਸਮਾਨ ਵਾਲੀ ਅਲਮਾਰੀ 'ਚੋਂ ਇੱਕ ਕਰੀਮ ਜਿਹੀ ਦੀ ਟਿਊਬ ਕੱਢੀ ਤੇ ਹੌਲੀ-ਹੌਲੀ ਮੇਰੀ ਲੱਤ ਤੇ ਮਲੀ। ਫਿਰ ਮੇਰਾ ਪੈਰ ਧੋਤਾ ਜੋ ਬਹੁਤ ਖੁਸ਼ਕ ਹੋ ਚੁੱਕਾ ਸੀ। ਚੰਗੀ ਤਰ੍ਹਾਂ ਸਾਫ਼ ਕਰਕੇ ਉੱਤੇ ਕਰੀਮ ਮਲੀ। ਇੱਕ ਫਰੇਮ ਦੁਖਦੀ ਲੱਤ ਵਾਲੇ ਪਾਸੇ ਮੰਜੇ 'ਚ ਫਿੱਟ ਕਰਕੇ ਕੰਬਲ ਥੋੜ੍ਹਾ ਉੱਪਰ ਚੁੱਕ ਦਿੱਤਾ ਤਾਂ ਕਿ ਦੁਖਦੀ ਲੱਤ ਤੇ ਕੰਬਲ ਦਾ ਭਾਰ ਨਾ ਆਵੇ। ਮੋਨਿਕਾ 18 ਕੁ ਸਾਲਾਂ ਦੀ ਜਰਮਨ ਕੁੜੀ ਹੈ। ਉਮਰ ਭਾਵੇਂ ਥੋੜ੍ਹੀ ਹੈ ਪਰ ਦੇਖਣ ਨੂੰ ਗੰਭੀਰ ਲੱਗਦੀ ਹੈ। ਕਈ ਵਾਰ ਬੱਚਿਆਂ ਵਾਂਗ ਆ ਕੇ ਆਖਦੀ, ਮਿਸਟਰ ਸਿੰਘ ਤੂੰ ਚੁੱਪ ਕਿਉਂ ਹੈ? ਇਹ ਲੈ ਅਖਬਾਰ ਦਾ ਅੜਾਉਣੀ ਵਾਲਾ ਸਵਾਲ ਹੱਲ ਕਰ। ਮੈਂ ਵੀ ਕਰਦੀ ਹਾਂ। ਮੈਂ ਉਹਨੂੰ ਪੁੱਛਿਆ ਤੂੰ ਕਿੱਥੇ ਰਹਿੰਦੀ ਹੈ? ਉਹਨੇ ਦੱਸਿਆ ਇੱਥੋਂ 15 ਮਿੰਟ ਦਾ ਰਸਤਾ ਹੈ। ਮੇਰੇ ਪਿਤਾ ਦਾ ਗਾਈਆਂ ਦਾ ਫਾਰਮ ਹੈ, ਮੇਨ ਸੜਕ ਤੇ ਉੱਥੇ ਜਾਂਦੀ ਹਾਂ। ਮੈਂ ਕਿਹਾ ਰਾਤ ਨੂੰ ਵੀ? ਉਹ ਹੱਸ ਪਈ ਤੇ ਬੋਲੀ, ਰਾਤ ਨੂੰ ਕੀ ਹੈ? ਉਹ ਆਪ ਭਾਵੇਂ ਗੰਭੀਰ ਹੈ ਪਰ ਮਰੀਜ਼ ਨੂੰ ਗੰਭੀਰ ਨਹੀਂ ਹੋਣ ਦਿੰਦੀ। ਉਹ ਆਪ ਵੀ ਕਾਰ ਚਾਹੁੰਦੀ। ਉਹਨੂੰ 2 ਸਾਲ ਹੋਏ ਹਨ ਇਸ ਨੌਕਰੀ ਤੇ। ਪਹਿਲਾਂ ਉਹ ਸਕੂਲੇ ਪੜ੍ਹਦੀ ਸੀ, 10 ਪਾਸ ਕਰਕੇ ਨੌਕਰੀ ਕਰ ਲਈ। ਮੋਨਿਕਾ ਨੇ ਪੁੱਛਿਆ, ਮਿਸਟਰ ਸਿੰਘ ਤੁਸੀਂ ਸਾਪਾ ਰਾਤ ਨੂੰ ਸੌਣ ਤੋਂ ਪਹਿਲਾਂ ਕੀ ਪੀਓਗੇ? ਮੈਂ ਕਿਹਾ ਕੀ ਹੈ? ਉਹਨੇ ਕਿਹਾ ਚਾਹ, ਕੌਫੀ, ਕਰੀਮ ਕੌਫੀ, ਜੂਸ, ਵਿਸਕੀ ਜਾਂ ਬਰਾਂਡੀ। ਮੈਂ ਕਿਹਾ ਕੌਫੀ ਗਰਮ ਦੁੱਧ ਤੋਂ ਬਿਨਾਂ ਥੋੜ੍ਹਾ ਮਿੱਠਾ ਪਾ ਕੇ। ਉਹ ਹੱਸ ਪਈ ਤੇ ਬੋਲੀ, ਹਸਪਤਾਲ ਦੀ ਕੌਫੀ ਬੜੀ ਤੇਜ਼ ਹੁੰਦੀ ਹੈ। ਮੈਂ ਕਿਹਾ ਮੈਂ ਪਸੰਦ ਕਰਦਾ। ਉਹ ਮੇਰੇ ਲਈ ਕੌਫੀ ਦਾ ਕੱਪ ਲੈ ਆਈ। ਜਦੋਂ ਪੀ ਹਟਿਆ ਤਾਂ ਕੈਥੀ ਕੈਲੀ ਗੋਲੀਆਂ ਤੇ ਦੁੱਧ ਦਾ ਗਲਾਸ ਲੈ ਆਈ। ਗੋਲੀਆਂ ਲੈ ਕੇ ਹਟਿਆ ਤਾਂ ਕੈਥੀ ਕੈਲੀ ਕਹਿਣ ਲੱਗੀ, ਮਿਸਟਰ ਸਿੰਘ ਜੇ ਕੋਈ ਤਕਲੀਫ ਹੋਵੇ ਬਟਨ ਦਬਾ ਦੇਣਾ। ਹੁਣ ਮੈਂ ਸਵੇਰੇ ਆਵਾਂਗੀ। ਹਾਲੇ 2 ਘੰਟੇ ਹੋਰ ਇੱਥੇ ਆ। 11 ਵਜੇ ਰਾਤ ਦੀ ਡਿਊਟੀ ਵਾਲੀਆਂ ਸਿਸਟਰਾਂ ਆ ਜਾਣਗੀਆਂ। ਕੈਥੀ ਕੈਲੀ ਦੇਖਣ ਨੂੰ ਰੂਸੀ ਲੱਗਦੀ ਹੈ। ਉਹ 33 ਸਾਲਾਂ ਦੀ ਔਰਤ ਹੈ। ਉਹਦੇ 3 ਬੱਚੇ ਹਨ। ਉਹਦਾ ਪਤੀ ਵੀ ਸਰਕਾਰੀ ਕਰਮਚਾਰੀ ਹੈ। ਬੱਚੇ ਉਹਦੇ ਮਾਂ-ਬਾਪ ਪਾਸ ਹਨ। ਉਹ ਵੇਖਣ ਨੂੰ ਕੁੜੀ ਲੱਗਦੀ ਹੈ। ਬੱਚਿਆਂ ਵਰਗੀਆਂ ਆਦਤਾਂ ਹਨ। ਹਰ ਵੇਲੇ ਮੂੰਹ 'ਚ ਕੋਈ ਗੋਲੀ ਜਾਂ ਟੌਫੀ ਪਾਈ ਰੱਖਦੀ ਹੈ ਤੇ ਹੱਸਦੀ ਰਹਿੰਦੀ ਹੈ। ਦੁਖੀ ਮਰੀਜ਼ ਦੇ ਦੁੱਖ ਨੂੰ ਭੁਲਾਉਣਾ ਉਹਨੂੰ ਚੰਗੀ ਤਰ੍ਹਾਂ ਆਉਂਦਾ ਹੈ। ਉਹ ਗੱਲਾਂ-ਗੱਲਾਂ 'ਚ ਮਰੀਜ਼ ਦਾ ਧਿਆਨ ਹੋਰ ਪਾਸੇ ਲੈ ਜਾਂਦੀ ਹੈ। ਬੱਤੀ ਬੰਦ ਕਰਕੇ ਕੈਥੀ ਕੈਲੀ ਚਲੀ ਗਈ। ਮੇਰੀ ਅੱਖ ਲੱਗ ਗਈ। ਉਦੋਂ ਜਾਗ ਆਈ ਜਦੋਂ ਕਮਰੇ 'ਚ ਪੈਰਾਂ ਦੇ ਹੌਲੀ-ਹੌਲੀ ਤੁਰਨ ਦੀ ਆਵਾਜ਼ ਆਈ। 2 ਨਰਸਾਂ ਸੀ, ਸਫੈਦ ਕੱਪੜੇ, ਹੱਥ ਬੈਟਰੀ। ਉਹਨਾਂ ਮੈਨੂੰ ਜਾਗਿਆ ਵੇਖ ਕੇ ਮੇਰੇ ਪਾਸ ਆ ਗਈਆਂ। ਮੇਰਾ ਹਾਲ ਪੁੱਛਿਆ, ਫਿਰ ਮੇਰਾ ਜੂਸ ਵਾਲਾ ਜੱਗ ਲਿਜਾ ਕੇ ਸਾਫ਼ ਕਰਕੇ ਨਵਾਂ ਜੂਸ ਲੈ ਆਂਦਾ ਤੇ ਮੈਨੂੰ ਕੁਝ ਸੇਵਾ ਪੁੱਛ ਕੇ ਚਲੀਆਂ ਗਈਆਂ। ਨਾਲ ਹੀ ਉਹਨਾਂ ਦਾ ਬੈਠਣ ਦਾ ਕਮਰਾ ਸੀ। ਥੋੜ੍ਹੇ-ਥੋੜ੍ਹੇ ਚਿਰ ਬਾਅਦ ਗੇੜਾ ਮਾਰੇ ਜਾਣ। ਮੈਂ ਸੌਂ ਗਿਆ। ਸਵੇਰੇ 5 ਵਜੇ ਮੈਨੂੰ ਜਗਾ ਕੇ ਚਾਹ ਦਾ ਕੱਪ ਦਿੱਤਾ, ਟੈਂਪਰੇਚਰ ਤੇ ਬਲੱਡ ਪ੍ਰੈਸ਼ਰ ਚੈੱਕ ਕੀਤਾ ਤੇ ਚਲੀਆਂ ਗਈਆਂ। ਮੈਂ ਚਾਹ ਪੀ ਕੇ ਫਿਰ ਸੌਂ ਗਿਆ। ਮੈਨੂੰ ਕੈਥੀ ਕੈਲੀ ਨੇ ਜਦੋਂ ਜਗਾਇਆ, ਉਹਨੇ ਮੇਰੇ ਬੈੱਡ ਦੇ ਪਾਸ ਰੁੜਨ ਵਾਲੀ ਕੁਰਸੀ, ਸਾਫ਼ ਕਮੀਜ਼ ਤੇ ਪਜਾਮਾ, 3 ਤੌਲੀਏ, ਸਾਬਣ, ਸ਼ੈਂਪੂ ਤੇ ਪਾਊਡਰ ਰੱਖਿਆ ਹੋਇਆ ਸੀ। ਅੰਗ 6ਵਾਂ। ਮੈਂ ਪੁੱਛਿਆ ਕੀ ਗੱਲ ਹੈ? ਕੈਥੀ ਕੈਲੀ ਬੋਲੀ, ਉੱਠੋ ਨਹਾ ਲਓ। ਮੈਂ ਸੋਚਿਆ ਨਹਾਵਾਂਗਾ ਕਿਵੇਂ? ਮੈਂ ਆਪਣੀ ਹਾਲਤ ਮਹਿਸੂਸ ਕਰਦੇ ਨੇ ਕਿਹਾ ਕਿ ਮੈਂ ਤੌਲੀਆ ਗਿੱਲਾ ਕਰਕੇ ਫੇਰ ਲਵਾਂਗਾ। ਮੇਰੇ ਪਾਸੋਂ ਨਹਾ ਨਹੀਂ ਹੋਣਾ। ਉਹ ਹੱਸ ਪਈ ਤੇ ਬੋਲੀ, ਤੁਸੀਂ ਉੱਠੋ ਤੇ ਸਹੀ। ਮੈਂ ਬੈਠ ਗਿਆ। ਉਹਨੇ ਹੌਲੀ ਦੇਣੀ ਮੇਰੀ ਲੱਤ ਚੁੱਕ ਕੇ ਹੇਠਾਂ ਫੱਟੇ ਤੇ ਰੱਖ ਦਿੱਤੀ ਤੇ ਫਿਰ ਮੈਨੂੰ ਸਹਾਰਾ ਦੇ ਕੇ ਰੁੜਨ ਵਾਲੀ ਕੁਰਸੀ ਤੇ ਬਿਠਾ ਲਿਆ। ਮੇਰੀ ਲੱਤ ਮੁੜਦੀ ਨਹੀਂ ਸੀ। ਉਹਨੇ ਪੈਰ ਰੱਖਣ ਲਈ ਬਣੇ ਪੌਡੇ ਖੋਲ੍ਹ ਦਿੱਤੇ ਤੇ ਇੱਕ ਪੈਰ ਮੈਂ ਰੱਖ ਲਿਆ, ਪਰ ਦੁਖਦੀ ਲੱਤ ਨਾ ਮੁੜੇ ਨਾ ਰੱਖ ਹੋਵੇ। ਮੈਂ ਫੌੜੀਆਂ ਮੰਗੀਆਂ। ਬੋਲੀ ਇਹਨਾਂ ਦੀ ਲੋੜ ਨਹੀਂ। ਫਿਰ ਮੈਨੂੰ ਇੱਕ ਗੁਸਲਖਾਨੇ 'ਚ ਲੈ ਗਈ। ਗੁਸਲਖਾਨੇ ਦਾ ਦਰਵਾਜ਼ਾ ਬੰਦ ਕਰ ਦਿੱਤਾ। ਮੈਂ ਸੋਚਿਆ ਚਲੀ ਜਾਏ ਤਾਂ ਠੀਕ ਹੈ, ਪਰ ਨਾਲ ਹੀ ਕੱਪੜੇ ਉਤਾਰਨ ਦੀ ਮੁਸੀਬਤ ਸੀ। ਫਿਰ ਸੋਚਿਆ ਕੋਈ ਆਦਮੀ ਨਰਸ ਆ ਕੇ ਨਹਾ ਦੇਵੇਗਾ ਤੇ ਕੱਪੜੇ ਲਾਹ ਤੇ ਪਾ ਦੇਗਾ। ਹਾਲੀ ਮੈਂ ਇਸ ਮਾਨਸਿਕ ਤਣਾਅ ਵਿੱਚ ਫਸਿਆ ਹੀ ਸੀ ਕਿ ਉਹਨੇ ਮੇਰੀ ਕਮੀਜ਼ ਦੇ ਬਟਨ ਖੋਲ੍ਹਣੇ ਸ਼ੁਰੂ ਕਰਤੇ। ਮੇਰਾ ਸਰੀਰ ਸੁੰਨ ਹੁੰਦਾ ਜਾਵੇ। ਉਹਨੇ ਕਮੀਜ਼ ਲਾਹੀ ਤੇ ਮੇਰੇ ਪਜਾਮੇ ਦਾ ਨਾਲਾ ਖੋਲ੍ਹ ਕੇ ਪਜਾਮਾ ਵੀ ਲਾਹ ਦਿੱਤਾ। ਮੈਨੂੰ ਮੇਰੇ ਮੱਥੇ ਤੇ ਕੱਚੀ ਤਰੇੜੀ ਮਹਿਸੂਸ ਹੋਈ। ਉਹਨੇ ਮੈਨੂੰ ਥੋੜ੍ਹਾ ਉੱਪਰ ਉੱਠਣ ਲਈ ਕਿਹਾ ਤੇ ਮੇਰਾ ਅੰਡਰਵੇਅਰ ਲਾਹ ਦਿੱਤਾ। ਹੁਣ ਮੈਂ ਬੁੱਤ ਵਾਂਗ ਸੀ, ਅਲਫ ਨੰਗਾ ਇੱਕ ਔਰਤ ਦੇ ਸਾਹਮਣੇ। ਉਹਨੇ ਬੜੀ ਤਸੱਲੀ ਨਾਲ ਇਹ ਕੰਮ ਕੀਤਾ, ਪਰ ਮੈਂ ਘਬਰਾਇਆ ਹੋਇਆ ਸੀ।
ਫਿਰ ਉਹਨੇ ਫੁਹਾਰਾ ਚਲਾ ਦਿੱਤਾ ਤੇ ਉਹਦੀ ਮੁੜਨ ਵਾਲੀ ਨਾਲੀ ਮੈਨੂੰ ਫੜਾ ਦਿੱਤੀ। ਫਿਰ ਪਾਣੀ ਨੂੰ ਹੱਥ ਲਾ ਕੇ ਵੇਖਿਆ ਕਿ ਬਹੁਤਾ ਗਰਮ ਤੇ ਨਹੀਂ, ਸਭ ਠੀਕ ਸੀ। ਇੱਕ ਛੋਟੀ ਮੇਜ਼ ਤੇ ਸ਼ੈਂਪੂ, ਸਾਬਣ ਤੇ ਤੌਲੀਆ ਰੱਖ ਦਿੱਤਾ ਤੇ ਬੋਲੀ, ਤੁਸੀਂ ਸਰੀਰ ਤੇ ਸਿਰ ਸਾਫ਼ ਕਰ ਲਓ, ਲੱਤ, ਪੈਰ ਤੇ ਪਿੱਠ ਮੈਂ ਸਾਫ਼ ਕਰ ਦਿਆਂਗੀ। ਮੈਂ ਸੋਚਾਂ ਜੇ ਇਹ ਨਾ ਆਵੇ ਤਾਂ ਠੀਕ ਹੈ। ਮੈਂ ਸਰੀਰ ਦਾ ਵੱਧ ਤੋਂ ਵੱਧ ਹਿੱਸਾ ਸਾਫ਼ ਕਰਨ ਦਾ ਯਤਨ ਕੀਤਾ, ਪਰ ਉਹ ਝੱਟ ਆ ਗਈ। ਮੇਰੀ ਪਿੱਠ ਤੇ ਸਾਬਣ ਮਲਿਆ, ਫਿਰ ਫੁਹਾਰੇ ਨਾਲ ਪਾਣੀ ਪਾਇਆ, ਫਿਰ ਦੁਖਦੀ ਲੱਤ ਤੇ ਪੈਰ ਸਾਬਣ ਲਾ ਕੇ ਧੋਤੀ। ਮੈਨੂੰ ਨੰਗੇ ਨੂੰ ਥੋੜਾ ਸਹਾਰਾ ਦੇ ਕੇ ਉਠਾ ਲਿਆ, ਗਿੱਲੀ ਕੁਰਸੀ ਤੇ ਤੌਲੀਆ ਫੇਰ ਕੇ ਮੁੜ ਬਿਠਾ ਦਿੱਤਾ। ਮੈਂ ਸੋਚਿਆ ਚੰਗੀ ਮੁਸੀਬਤ 'ਚ ਫਸ ਗਿਆ। ਉਹ ਨਿੱਕੀਆਂ ਨਿੱਕੀਆਂ ਗੱਲਾਂ ਕਰੀ ਜਾਵੇ, ਤੌਲੀਏ ਨਾਲ ਮੇਰਾ ਸਰੀਰ ਸਾਫ਼ ਕਰੀ ਜਾਵੇ। ਉਹਦੇ ਮਨ ਤੇ ਇਸ ਗੱਲ ਦਾ ਕੋਈ ਅਸਰ ਨਹੀਂ ਸੀ ਕਿ ਉਹਦੇ ਸਾਹਮਣੇ ਉਪਰਾ ਮਰਦ ਨੰਗਾ ਬੈਠਾ ਹੈ। ਹੁਣ ਤੱਕ ਮੈਂ ਸੰਭਲ ਚੁੱਕਾ ਸੀ ਤੇ ਆਪਣੇ ਆਪ ਨੂੰ ਇੱਕ ਅੰਗਹੀਣ ਸਮਝ ਰਿਹਾ ਸੀ ਤੇ ਉਹਨੂੰ ਵੀ ਇੱਕ ਦੇਵੀ ਜੋ ਮੇਰੀ ਮਦਦ ਕਰ ਰਹੀ ਸੀ। ਮੇਰੇ ਮਨ ਤੇ ਹੁਣੇ ਬੋਝ ਨਹੀਂ ਸੀ ਕਿ ਮੈਂ ਇੱਕ ਉਪਰੀ ਔਰਤ ਦੇ ਸਾਹਮਣੇ ਨੰਗਾ ਬੈਠਾ। ਉਹਨੇ ਮੇਰਾ ਸਰੀਰ ਖੁਸ਼ਕ ਕਰਕੇ ਪਾਊਡਰ ਪਾਇਆ, ਫਿਰ ਮੇਰਾ ਅੰਡਰਵੇਅਰ ਪਾਇਆ, ਫਿਰ ਕਮੀਜ਼ ਤੇ ਪਜਾਮਾ ਪਾ ਕੇ ਮੇਰੇ ਵਾਲ ਕੰਘੀ ਨਾਲ ਠੀਕ ਕੀਤੇ, ਫਿਰ ਪਿੱਛੇ ਹਟ ਕੇ ਵੇਖਿਆ ਜਿਵੇਂ ਕੋਈ ਕਲਾਕਾਰ ਤਸਵੀਰ ਬਣਾ ਕੇ ਵੇਖ ਰਿਹਾ ਹੋਵੇ ਤੇ ਬੋਲੀ, ਠੀਕ ਹੈ। ਮੈਨੂੰ ਸਹਾਰਾ ਦੇ ਕੇ ਰੁੜਨ ਵਾਲੀ ਕੁਰਸੀ ਤੇ ਬਿਠਾਇਆ, ਬੂਹਾ ਖੋਲ੍ਹਿਆ ਤੇ ਰੋੜ ਕੇ ਮੇਰੇ ਕਮਰੇ 'ਚ ਲੈ ਆਈ। ਸਹਾਰਾ ਦੇ ਕੇ ਮੈਨੂੰ ਬੈੱਡ ਤੇ ਬਿਠਾਇਆ, ਫਿਰ ਦੁਖਦੀ ਲੱਤ ਹੌਲੀ ਹੌਲੀ ਚੁੱਕ ਕੇ ਬੈੱਡ ਤੇ ਰੱਖ ਦਿੱਤੀ। ਥੋੜੇ ਚਿਰ ਬਾਅਦ ਬਿਜਲੀ ਵਾਲੀ ਸ਼ੇਵਰ ਲਿਆ ਕੇ ਦਿੱਤੀ ਤੇ ਇੱਕ ਸ਼ੀਸ਼ਾ ਫੜਾਤਾ, ਕਹਿਣ ਲੱਗੀ, ਸ਼ੇਵ ਕਰ ਲਓ। ਉਹ ਤੋਂ ਬਾਅਦ ਮੇਰੇ ਲਈ ਬ੍ਰੈਕਫਾਸਟ ਇੱਕ ਨਰਸ ਲੈ ਆਈ, ਕੁਝ ਦੁੱਧ, ਸੰਤਰੇ ਦਾ ਜੂਸ, ਕੌਫੀ, ਚੌਲਾਂ ਦੇ ਭੁੱਜੇ ਦਾਣੇ, 2 ਅੰਡੇ ਫਰਾਈ ਕੀਤੇ ਹੋਏ, ਡਬਲ ਰੋਟੀ ਦੇ 2 ਪੀਸ, ਮੱਖਣ ਤੇ ਸ਼ਹਿਦ। ਇਹ ਬ੍ਰੇਕਫਾਸਟ ਸੀ। ਨਾਲ ਹੀ ਅੱਗੇ ਖਾਣੇ ਦਾ ਮੈਨੂ ਸੀ ਛਪਿਆ ਹੋਇਆ, ਜਿਸ 'ਚ ਦੁਪਹਿਰ ਦੇ ਖਾਣੇ ਦਾ ਤੇ ਅਗਲੇ ਦਿਨ ਦੇ ਬ੍ਰੈਕਫਾਸਟ ਦਾ ਸਭ ਕੁਝ ਛਪਿਆ ਸੀ। ਮੈਂ ਕੈਥੀ ਕੈਲੀ ਨੂੰ ਕਿਹਾ ਕਿ ਮੇਰੀ ਐਨਕ ਨਹੀਂ, ਤੂੰ ਨਿਸ਼ਾਨ ਲਾ ਦੇ। ਉਹਨੇ ਕੁਝ ਤਲੇ ਹੋਏ ਮੀਟ, ਕੁਝ ਸਲਾਦ ਤੇ ਆਈਸਕ੍ਰੀਮ ਤੇ ਨਿਸ਼ਾਨ ਲਗਾਏ। ਮੈਂ ਮਹਿਸੂਸ ਕੀਤਾ ਕਿ ਉਹਨੂੰ ਹਰ ਮਰੀਜ਼ ਦੀ ਪਸੰਦ ਦਾ ਕਿੰਨਾ ਗਿਆਨ ਹੈ। ਮੈਂ ਹਾਲੀ ਬ੍ਰੈਕਫਾਸਟ ਕਰ ਹੀ ਰਿਹਾ ਸੀ ਕਿ ਉਹ ਗੋਲੀਆਂ ਲੈ ਆਈ ਤੇ ਕਿਹਾ, ਦੁੱਧ ਨਾਲ ਲੈ ਲਓ। ਮੈਂ ਗੋਲੀਆਂ ਖਾ ਕੇ ਲੇਟ ਗਿਆ। ਮੈਂ ਸੋਚ ਰਿਹਾ ਸੀ, ਇਹ ਲੋਕ ਕਿਹੋ ਜਿਹੇ ਹਨ, ਕਿੰਨੇ ਚੰਗੇ ਹਨ। ਇੰਨੇ ਨੂੰ ਇੱਕ ਬਹੁਤ ਹੀ ਵਧੀਆ ਹਰੀ ਫਰਾਕ ਵਾਲੀ ਇੱਕ ਨੌਜਵਾਨ ਔਰਤ ਮੇਰੇ ਕਮਰੇ 'ਚ ਆਈ। ਮੇਰਾ ਹਾਲ ਪੁੱਛਿਆ। ਮੈਂ ਸੋਚਿਆ ਕੋਈ ਡਾਕਟਰ ਜਾਂ ਸੀਨੀਅਰ ਨਰਸ ਹੋਏਗੀ, ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਹਨੇ ਬਿਜਲੀ ਨਾਲ ਕਮਰਾ ਸਾਫ਼ ਕਰਨ ਵਾਲੀ ਮਸ਼ੀਨ ਚਲਾ ਦਿੱਤੀ। ਉਹ ਝੱਟ ਹੀ ਕਮਰਾ ਸਾਫ਼ ਕਰਕੇ ਫਿਰ ਇੱਕ ਦਵਾਈ ਵਾਲੇ ਛੋਟੇ ਡਰਮ ਵਿੱਚੋਂ ਕੱਪੜੇ ਦਾ ਬ੍ਰਸ਼ ਗਿੱਲਾ ਕਰਕੇ ਫੇਰ ਗਈ। ਉਹ ਤੋਂ ਬਾਅਦ ਵਾਲਾਂ ਵਾਲਾ ਬੁਰਸ਼ ਬਿਜਲੀ ਦੀ ਮਸ਼ੀਨ ਨਾਲ ਚੱਲਣ ਵਾਲਾ ਕਮਰੇ 'ਚ ਫੇਰ ਕੇ ਕਮਰਾ ਸੁਕਾ ਦਿੱਤਾ। ਉਹ ਸਫਾਈ ਵਾਲੀ ਸੀ। ਮੈਂ ਹੈਰਾਨ ਰਹਿ ਗਿਆ। ਉਹਨੇ ਦੱਸਿਆ, ਮੇਰਾ ਨਾਮ ਪਰਜ਼ਿਟ ਹੈ ਤੇ ਮੈਨੂੰ $250-300 15 ਦਿਨ ਦਾ ਮਿਲ ਜਾਂਦਾ ਹੈ। ਮੇਰਾ ਗੁਜ਼ਾਰਾ ਚੰਗਾ ਹੋਈ ਜਾਂਦਾ ਹੈ। ਇੰਨੇ ਹੀ ਮੇਰਾ ਘਰ ਵਾਲਾ ਲੈਂਦਾ ਹੈ ਤੇ ਅਸੀਂ ਚੰਗਾ ਜੀਵਨ ਬਤੀਤ ਕਰਦੇ ਹਾਂ ਤੇ ਖੁਸ਼ ਹਾਂ। ਸਾਡੇ ਬੱਚੇ ਵੀ ਖੁਸ਼ ਹਨ ਤੇ ਪੜ੍ਹਦੇ ਹਨ। 8 ਵਜੇ ਦੇ ਕਰੀਬ ਡਾਕਟਰ ਲਾਈਟਲ ਆ ਗਿਆ। ਮੇਰਾ ਹਾਲ ਚਾਲ ਪੁੱਛਿਆ ਤੇ ਹੱਸ ਕੇ ਕਹਿਣ ਲੱਗਾ, ਸੱਟ ਪੁਰਾਣੀ ਲੱਗਦੀ ਹੈ। ਮੈਂ ਕਿਹਾ, ਯਾਦ ਨਹੀਂ, ਪਰ ਲੱਗੀ ਹੋਣਾ। ਉਹ ਬੋਲਿਆ, ਕੋਈ ਗੱਲ ਨਹੀਂ, ਸੋਮਵਾਰ ਦੇਖਾਂਗੇ ਫਿਰ ਵਿੱਚ ਕੀ ਨੁਕਸ ਹੈ। ਜੇ ਕੋਈ ਹੋਇਆ ਤਾਂ ਆਪਰੇਸ਼ਨ ਕਰ ਦਿਆਂਗੇ, ਛੇਤੀ ਠੀਕ ਹੋ ਜਾਏਗੀ। ਮੈਂ ਦਰਦ ਦਾ ਦੱਸਿਆ। ਕਹਿਣ ਲੱਗਾ, ਗੋਲੀਆਂ ਖਾਈ ਜਾਓ ਤੇ ਨੀਂਦ ਲਈ ਵੀ ਗੋਲੀਆਂ ਲਿਖ ਦਿੱਤੀਆਂ। ਸਿਸਟਰ ਕੈਥੀ ਕੈਲੀ ਦੇ ਨਾਲ ਉਸ ਦਿਨ ਸਿਸਟਰ ਕੋਲ ਦੀ ਡਿਊਟੀ ਸੀ। ਦੁਪਹਿਰ ਦੇ ਖਾਣੇ ਤੱਕ 2 ਵਾਰੀ ਦਵਾਈ ਦਿੱਤੀ, ਬੁਖਾਰ ਤੇ ਬਲੱਡ ਪ੍ਰੈਸ਼ਰ ਚੈੱਕ ਕੀਤਾ। 3 ਵਜੇ ਤੋਂ ਥੋੜਾ ਪਹਿਲਾਂ 2 ਨਰਸਾਂ ਆਈਆਂ। ਇੱਕ ਤਾਂ ਡੈਲੀ ਕਾਸਟਲੀ ਸੀ, ਇੱਕ ਉਹਦੇ ਨਾਲ ਇੱਕ ਸਿਆਣੀ ਉਮਰ ਦੀ, ਕੋਈ 30-35 ਵਰ੍ਹਿਆਂ ਦੀ ਸੀ। ਉਹਨੇ ਮੈਨੂੰ ਹਾਲ ਪੁੱਛਿਆ ਤੇ ਫਿਰ ਦੱਸਿਆ, ਮੇਰਾ ਨਾਂ ਰਾਇਨ ਹੈ, ਅਸੀਂ 3 ਵਜੇ ਡਿਊਟੀ ਸ਼ੁਰੂ ਕਰਨੀ ਹੈ। ਥੋੜੇ ਚਿਰ ਬਾਅਦ ਕੈਥੀ ਕੈਲੀ ਦੇ ਕੋਲ ਆ ਗਈਆਂ। ਕੈਥੀ ਕੈਲੀ ਕਹਿਣ ਲੱਗੀ, ਮਿਸਟਰ ਸਿੰਘ, ਮੇਰੀ 2 ਦਿਨ ਦੀ ਛੁੱਟੀ ਹੈ। ਇਹ ਕੋਲ ਆਏਗੀ ਤੇ ਮੈਂ ਤੁਹਾਨੂੰ ਸੋਮਵਾਰ ਮਿਲਾਂਗੀ। ਮੈਂ ਹੱਸ ਪਿਆ ਤੇ ਕਿਹਾ, ਜਿਸ ਦਿਨ ਮੇਰਾ ਆਪਰੇਸ਼ਨ ਹੋਣਾ ਹੈ ਤੇ ਮੈਨੂੰ ਹੋਸ਼ ਨਹੀਂ ਹੋਣੀ। ਉਹ ਝਟਪਟ ਬੋਲੀ, ਇਹ ਕੋਈ ਵੱਡਾ ਆਪਰੇਸ਼ਨ ਤੇ ਨਹੀਂ, ਮਾਮੂਲੀ ਆਪਰੇਸ਼ਨ ਹੈ। ਪਿਛਲੇ ਸਾਲ ਮੇਰੇ ਗਿੱਟੇ ਦਾ ਹੋਇਆ ਸੀ, ਮੈਂ ਵੀ ਫੌੜੀਆਂ ਨਾਲ ਤੁਰਦੀ ਸੀ। ਉਹ ਹੱਸਦੀਆਂ ਹੱਸਦੀਆਂ ਚਲੀਆਂ ਗਈਆਂ। ਰਾਇਨ ਤੇ ਡੈਲੀ ਕਾਸਟਰਲੀ ਨੂੰ ਰਾਤ ਨੂੰ ਮੇਰੀ ਲੱਤ ਸਾਫ਼ ਕਰਨ ਤੇ ਕਰੀਮ ਲਾਉਣ ਲਈ ਕਿਹਾ। ਉਹਨੇ ਮੇਰੀ ਪਿੱਠ ਤੇ ਗਿੱਲਾ ਤੌਲੀਆ ਫੇਰਿਆ। ਰਾਤ ਦਾ ਖਾਣਾ ਖਾਣ ਤੋਂ ਬਾਅਦ ਸਿਸਟਰ ਰਾਇਨ ਨੇ ਨੀਂਦ ਤੇ ਦੂਜੀਆਂ ਗੋਲੀਆਂ ਦੁੱਧ ਨਾਲ ਦੇ ਦਿੱਤੀਆਂ। ਰਾਤ ਦੀ ਡਿਊਟੀ ਵਾਲੀਆਂ ਨਰਸਾਂ ਹੌਲੀ ਹੌਲੀ ਗੱਲਾਂ ਕਰ ਰਹੀਆਂ ਸਨ ਜਦੋਂ ਮੈਨੂੰ ਜਾਗ ਆਈ। ਉਹ ਹੱਸ ਪਈਆਂ ਤੇ ਮੇਰਾ ਹਾਲ ਪੁੱਛਿਆ। ਇੱਕ ਨੇ ਦੱਸਿਆ, ਮੇਰਾ ਨਾਂ ਡੈਨੀ ਹੈ, ਸਾਨੂੰ ਕੋਈ ਸੇਵਾ ਦੱਸੋ, ਕੋਈ ਤਕਲੀਫ ਤਾਂ ਨਹੀਂ। ਮੈਂ ਕਿਹਾ, ਠੀਕ ਹੈ, ਪਰ ਦਰਦ ਹੁੰਦੀ ਹੈ। ਉਹਨਾਂ ਦਰਦ ਦੀਆਂ 2 ਗੋਲੀਆਂ ਹੋਰ ਦੇ ਦਿੱਤੀਆਂ ਤੇ ਮੈਂ ਸੌਂ ਗਿਆ। ਸਵੇਰੇ ਚਾਹ ਪੀ ਕੇ ਫੇਰ ਸੌਂ ਗਿਆ। 7 ਵਜੇ ਸਿਸਟਰ ਰਾਇਨ ਸਾਰਾ ਨਹਾਉਣ ਦਾ ਸਮਾਨ ਤਿਆਰ ਕਰਕੇ ਮੈਨੂੰ ਜਗਾ ਰਹੀ ਸੀ। ਮੈਂ ਉੱਠਿਆ। ਸਿਸਟਰ ਨੇ ਹੱਸਦੇ ਮੱਥੇ ਮੈਨੂੰ ਸ਼ੁਭ ਪ੍ਰਭਾਤ ਕਹੀ ਤੇ ਕਿਹਾ, ਚਲੋ ਨਹਾ ਲਓ। ਅੱਜ ਮੈਂ ਕੱਲ੍ਹ ਵਾਲੀ ਹਾਲਤ
ਤੋਂ ਜਾਣੂ ਸੀ। ਉਹਨੇ ਮੈਨੂੰ ਕੁਰਸੀ ਤੇ ਬਿਠਾਇਆ, ਗੁਸਲਖਾਨੇ 'ਚ ਜਾ ਕੇ ਮੇਰੇ ਸਾਰੇ ਕੱਪੜੇ ਲਾ ਕੇ ਫੁਹਾਰਾ ਚਲਾਤਾ ਤੇ ਬਿਲਕੁਲ ਕੈਥੀ ਕੈਲੀ ਵਾਂਗ ਨਹਾਇਆ। ਮੈਂ ਸੋਚ ਰਿਹਾ ਸੀ, ਇਹ ਸਹੀ ਅਰਥਾਂ 'ਚ ਜ਼ਿੰਦਗੀ ਦੇ ਰਾਖੇ ਸਨ ਤੇ ਇਹਨਾਂ ਦਾ ਵਿਸ਼ਵਾਸ ਮਨੁੱਖੀ ਰਿਸ਼ਤਿਆਂ 'ਚ ਵੱਧ ਹੈ। ਡਾਕਟਰ ਲਾਈਟਲ ਦੂਜੇ ਮਰੀਜ਼ਾਂ ਨੂੰ ਦੇਖਣ ਤੋਂ ਬਾਅਦ ਮੇਰੇ ਕਮਰੇ 'ਚ ਆਇਆ, ਹੱਸ ਪਿਆ ਤੇ ਕਹਿਣ ਲੱਗਾ, ਕੁਝ ਤੁਰਿਆ ਵੀ ਕਰ। ਮੈਂ ਕਿਹਾ ਠੀਕ ਹੈ। ਉਸ ਤੋਂ ਬਾਅਦ ਉਹ ਨਰਸਾਂ ਨਾਲ ਕੁਝ ਗੱਲਾਂ ਕਰਕੇ ਮੇਰਾ ਗੱਤੇ ਤੇ ਲੱਗਾ ਕਾਰਡ ਪੜ੍ਹ ਕੇ ਚਲਾ ਗਿਆ। ਮੈਨੂੰ ਟੱਟੀ ਦੀ ਹਾਜ਼ਤ ਹੋਈ। ਮੈਂ ਘੰਟੀ ਵਜਾਤੀ, ਸਿਸਟਰ ਰਾਇਨ ਆ ਗਈ। ਮੈਨੂੰ ਤਕਲੀਫ ਦੱਸੀ। ਉਹਨੇ ਬੜੀ ਹੌਲੀ ਦੇਣੀ ਮੇਰੀ ਲੱਤ ਥੱਲੇ ਫੱਟੇ ਤੇ ਰੱਖ ਕੇ ਫਿਰ ਫੌੜੀਆਂ ਫੜਾਤੀਆਂ ਤੇ ਸਹਾਰਾ ਦੇ ਕੇ ਟਾਇਲਟ 'ਚ ਲੈ ਗਈ। ਮੈਂ ਫੌੜੀਆਂ ਰੱਖ ਕੇ ਸੀਟ ਦੇ ਦੁਆਲੇ ਬਣੀਆਂ ਛੋਟੀਆਂ ਲੱਕੜੀ ਦੀਆਂ ਕੰਧਾਂ ਫੜ ਲਈਆਂ। ਉਹਨੇ ਫੌੜੀਆਂ ਦੂਜੀ ਕੰਧ ਤੇ ਨਾਲ ਰੱਖ ਦਿੱਤੀਆਂ ਜਿੱਥੋਂ ਮੈਂ ਚੁੱਕ ਨਹੀਂ ਸੀ ਸਕਦਾ। ਸਿਸਟਰ ਨੇ ਮੇਰੇ ਪਜਾਮੇ ਦਾ ਨਾਲਾ ਖੋਲ੍ਹਿਆ, ਮੇਰਾ ਅੰਡਰਵੇਅਰ ਹੇਠਾਂ ਖਿਸਕਾ ਕੇ ਮੈਨੂੰ ਸੀਟ ਤੇ ਬਿਠਾ ਦਿੱਤਾ। ਆਪ ਬਾਹਰ ਚਲੀ ਗਈ, ਕਹਿਣ ਲੱਗੀ, ਬਟਨ ਦਬਾ ਦੇਣਾ ਜਦੋਂ ਤੁਸੀਂ ਵਿਹਲੇ ਹੋ ਜਾਓ। ਮੈਂ 2 ਦਿਨ ਤੋਂ ਗੋਲੀਆਂ ਨਾਲ ਕਬਜ਼ ਮਹਿਸੂਸ ਕਰਦਾ ਸੀ। ਉਹ ਤੋਂ ਵਿਹਲਾ ਹੋ ਕੇ ਮੈਂ ਖੜਾ ਹੋ ਗਿਆ, ਅੰਡਰਵੇਅਰ ਇੱਕ ਹੱਥ ਨਾਲ ਉੱਪਰ ਚੁੱਕ ਕੇ ਠੀਕ ਕਰ ਲਿਆ। ਫਿਰ ਘੰਟੀ ਵਜਾਈ, ਉਹ ਆ ਗਈ। ਮੈਂ ਪਜਾਮਾ ਉੱਪਰੋਂ ਫੜਿਆ ਸੀ। ਉਹਨੇ ਮੇਰਾ ਨਾਲਾ ਬੰਦ ਹੀ ਨਹੀਂ ਹੱਸ ਕੇ ਕਿਹਾ, ਤੂੰ ਬੱਚਾ ਏ, ਤੇਰੇ ਪਾਸੋਂ ਨਾਲਾ ਵੀ ਨਹੀਂ ਬੰਦ ਹੁੰਦਾ। ਮੈਂ ਹੌਕਾ ਲਿਆ। ਉਹ ਵੀ ਗੰਭੀਰ ਹੋ ਗਈ ਤੇ ਬੋਲੀ, ਮੈਂ ਸਿਰਫ ਮਖੌਲ ਕਰਦੀ ਹਾਂ, ਮਹਿਸੂਸ ਨਾ ਕਰੀ। ਮੈਂ ਕਿਹਾ, ਕਿਸਮਤ ਦੇ ਤੇ ਦਿਨਾਂ ਦੇ ਚੱਕਰ ਤੇ ਕੋਈ ਕੀ ਇਤਰਾਜ਼ ਕਰ ਸਕਦਾ ਹੈ। ਉਸ ਤੋਂ ਬਾਅਦ ਉਹਨੇ ਮੈਨੂੰ ਸਹਾਰਾ ਦੇ ਕੇ ਹੌਲੀ ਹੌਲੀ ਤੋਰ ਕੇ ਬੈੱਡ ਤੇ ਲਟਾ ਦਿੱਤਾ ਤੇ ਮੇਰੇ ਉੱਪਰ ਕੰਬਲ ਠੀਕ ਕਰਕੇ ਦੇ ਕੇ ਮੇਰੇ ਲਈ ਤਾਜ਼ਾ ਜੂਸ ਲੈਣ ਚਲੀ ਗਈ। ਧੰਨਵਾਦ।